ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰਾਂ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਅਸੀਂ ਕੱਲ ਰਾਮਕਲੀ ਸੱਤ ਦੀ ਵਿਚਾਰ ਆਰੰਭ ਕੀਤੀ ਸੀ ਤੇ ਅਸੀਂ ਇੱਥੋਂ ਤੱਕ ਵਿਚਾਰ ਕਰ ਲਈ ਸੀ ਕਿ ਸੋ ਗੋਪਾਲ ਪੰਡਿਤ ਸੱਦਿਓ, ਹਰ ਹਰ ਕਥਾ ਪੜ੍ਹੇ ਪੁਰਾਣ ਦਿਓ। ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਆਪਣੇ ਸਰੀਰ ਤਿਆਗਣ ਤੋਂ ਪਹਿਲਾਂ ਸਿੱਖ ਜਗਤ ਨੂੰ, ਪੁੱਤਰਾਂ ਨੂੰ, ਭਰਾਵਾਂ ਨੂੰ, ਪਰਿਵਾਰ ਨੂੰ, ਸਿੱਖ ਸੰਗਤਾਂ ਨੂੰ ਆਪਣੇ ਕੋਲ ਬੁਲਾਇਆ ਔਰ ਕੋਲ ਬੁਲਾ ਕੇ ਜੋ ਅੰਤਿਮ ਆਦੇਸ਼ ਦਿੱਤਾ, ਉਸ ਵਿਚਾਰ ਨੂੰ, ਉਹਨਾਂ ਵਿਚਾਰਾਂ ਨੂੰ ਬਾਬਾ ਸੁੰਦਰ ਜੀ ਨੇ ਕਾਵ ਰੂਪ ਦੇ ਵਿੱਚ ਲਿਖਿਆ। ਤੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਨੇ ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਕੀਤਾ ਤਾਂ ਇਸ ਪਾਵਨ ਰਚਨਾ ਨੂੰ ਗੁਰਬਾਣੀ ਦੇ ਅੰਦਰ ਸ਼ਾਮਲ ਕੀਤਾ ਗਿਆ। ਵਿਚਾਰ ਗੁਰੂ ਅਮਰਦਾਸ ਜੀ ਦੇ ਔਰ ਉਹਨਾਂ ਨੂੰ ਕਾਵ ਰੂਪ ਦਿੱਤਾ ਬਾਬਾ ਸੁੰਦਰ ਜੀ ਨੇ। ਤਾਂ ਗੁਰੂ ਅਮਰਦਾਸ ਜੀ ਮਹਾਰਾਜ ਨੇ ਬਚਨ ਕੀਤਾ, ਕੇਸ਼ੋ ਗੋਪਾਲ ਪੰਡਿਤ ਸੱਦਿਓ, ਹਰ ਹਰ ਕਥਾ ਪੜ੍ਹੇ ਪੁਰਾਣ ਦਿਓ। ਹਰ ਹਰ ਕਥਾ ਪੜ੍ਹੇ ਤੇ ਅਸਾਂ ਵਿਸ਼ਰਾਮ ਲਗਾਣਾ ਥੋੜਾ। ਕੇਸੋ ਗੋਪਾਲ ਪੰਡਿਤ ਸੱਦਿਓ, ਇੱਥੇ ਵਿਸਰਾਮ ਹੋਏਗਾ। ਹਰ ਹਰ ਕਥਾ ਪੜ੍ਹੇ, ਇੱਥੇ ਵਿਸਰਾਮ ਹੋਏਗਾ। ਪੁਰਾਣ ਦਿਓ। ਕੇਸੋ ਗੋਪਾਲ ਬਾਰੇ ਅਸੀਂ ਕੱਲ ਵਿਚਾਰ ਕੀਤੀ ਸੀ ਕਿ ਜੇ ਕੇਸੋ ਗੋਪਾਲ ਇੱਕ ਪੰਡਿਤ ਹੁੰਦਾ ਤਾਂ ਗੋਪਾਲ ਦੇ ਲੱਲੇ ਥੱਲੇ ਔਂਕੜ ਆਉਣਾ ਚਾਹੀਦਾ ਸੀ, ਕਿਉਂਕਿ ਗੁਰਬਾਣੀ ਵਿਆਕਰਨ ਦੇ ਨਿਯਮਾਂ ਅਨੁਸਾਰ ਜੋ ਸਿੰਗੂਲਰ ਨਾਉਨ ਹੈ ਉਹਦੇ ਅਖੀਰਲੇ ਅੱਖਰ ਥੱਲੇ ਔਂਕੜ ਆਉਂਦਾ ਹੈ ਔਰ ਉਸ ਨੂੰ ਬਹੁਵਚਨ ਬਣਾਉਣ ਵਾਸਤੇ ਉਸ ਦਾ ਔਂਕੜ ਹਟਾਇਆ ਜਾਂਦਾ ਹੈ ਜਾਂ ਸੰਬੰਧ ਕੀ ਪਦ ਕਰਕੇ ਵੀ ਉਹ ਔਂਕੜ ਜਿਹੜਾ ਹਟਦਾ ਹੈ। ਤਾਂ ਇੱਥੇ ਕੇਸੋ ਗੋਪਾਲ ਇੱਕ ਪੰਡਿਤ ਨਹੀਂ ਹੈ, ਇੱਥੇ ਬਹੁਵਚਨੀ ਸ਼ਬਦ ਹੈ। ਤੇ ਦੂਜੀ ਗੱਲ ਇਹ ਹੈ ਕਿ ਜਦੋਂ ਵੀ ਕਿਸੇ ਹਿੰਦੂ ਵੀਰ ਦੇ ਘਰ ਐਸੀ ਘਟਨਾ ਵਾਪਰਦੀ ਹੈ ਤਾਂ ਉੱਥੇ ਪੁਰੋਹਿਤ ਇੱਕ ਆਉਂਦਾ ਹੈ, ਜ਼ਿਆਦੇ ਨਹੀਂ ਆਉਂਦੇ, ਕੋਈ 5 7 10 ਨਹੀਂ ਬੁਲਾਏ ਜਾਂਦੇ। ਤਾਂ ਇਹਦਾ ਮਤਲਬ ਕੇਸੋ ਗੋਪਾਲ ਪੰਡਿਤ ਇੱਕ ਦੀ ਗੱਲ ਨਹੀਂ ਹੈ। ਔਰ ਜੇ ਹੁੰਦਾ ਪੁਰਾਣ ਦੀ ਕਥਾ, ਜਿਵੇਂ ਕੁਝ ਵਿਦਵਾਨ ਵੀਰਾਂ ਨੇ ਕੀਤਾ ਵੀ ਹੈ ਪੁਰਾਣ ਦੀ ਕਥਾ, ਤਾਂ ਜੇ ਪੁਰਾਣ ਦੇ ਨਾਣੇ ਥੱਲੇ ਔਂਕੜ ਨਾ ਹੁੰਦਾ ਤਾਂ ਇਹਦੇ ਅਰਥ ਕੀਤੇ ਜਾ ਸਕਦੇ ਸੀ ਖਿੱਚ ਧੂ ਕੇ ਕਿ ਪੁਰਾਣ ਦੀ ਕਥਾ, ਲੇਕਿਨ ਕਿਉਂਕਿ ਪੁਰਾਣ ਦੇ ਨਾਣੇ ਥੱਲੇ ਔਂਕੜ ਹੋਣ ਕਰਕੇ ਇਹ ਸਿੰਗੂਲਰ ਸ਼ਬਦ ਹੈ। ਔਰ ਜੇ ਕੇਸੋ ਗੋਪਾਲ ਪੰਡਿਤ ਇੱਕ ਹੁੰਦਾ ਤਾਂ ਸ਼ਬਦ ਆਉਣਾ ਸੀ ਪੜ੍ਹੇ, ਅਡਾੜੇ ਤੇ ਗੁਲਾਵਾਂ ਆਉਣੀਆਂ ਸਨ ਪੜ੍ਹੇ, ਕਿਉਂਕਿ ਹਾਹੇ ਦੇ ਨਾਲ ਸਿਹਾਰੀ ਹੈ। ਜਦੋਂ ਵੀ ਗੁਰਬਾਣੀ ਵਿਆਕਰਨ ਅਨੁਸਾਰ ਕਿਸੇ ਕਿਰਿਆਵਾਚੀ ਸ਼ਬਦ ਦੇ ਅਖੀਰ ਅੰਦਰ ਹਾਹੇ ਨਾਲ ਸਿਹਾਰੀ ਲੱਗੀ ਹੋਵੇ ਤਾਂ ਉਹ ਆਮ ਕਰਕੇ ਬਹੁਵਚਨੀ ਸ਼ਬਦ ਹੁੰਦਾ ਹੈ। ਇਸ ਲਈ ਇੱਥੇ ਪੜ੍ਹੇ ਜੋ ਕਿਰਿਆ ਹੈ ਇਹ ਵੀ ਬਹੁਵਚਨ ਦਾ ਲਖਾਇਕ ਹੈ। ਕੇਸੋ ਗੋਪਾਲ ਪੰਡਿਤ, ਹੁਣ ਪੰਡਿਤ ਦਾ ਤੱਤਾ ਵੀ ਮੁਕਤਾ ਹੈ, ਇਹਦਾ ਮਤਲਬ ਪੰਡਿਤ ਬਹੁਵਚਨੀ ਹੈ। ਕੇਸੋ ਗੋਪਾਲ और पंडित के दरमियान दे शब्द संबंध की है और लुप्त है। इसका अर्थ है केसो गोपाल दे पंडित। केसो शब्द रब वास्ते वरत्या गया है, गोपाल शब्द भी रब वास्ते अकाल पुरख वास्ते वरत्या गया है। जिवें दो शब्द भगत कबीर जी भी इकट्ठे वरतते ने, अल्लाह राम जीवों तेरे नाई, उत्थे अल्लाह भी और राम भी दोवें शब्द इकट्ठे वरते ने, तां एवें केसो गोपाल शब्द अकाल पुरख वास्ते ने। केसो गोपाल पंडित का मतलब है केसो गोपाल दे विद्वान, यानी जो जानकार ने, विद्वान ने। केसो गोपाल दे यानी रब दे मनन वाले, अकाल पुरख प्रभु परमात्मा नूं जो मनन वाले विद्वान पुरुष ने, गुरसिख ने, उन्हां नूं बुलायो मेरी शरीर त्यागन तो बाद। हर हर कथा पढ़े, ਉਹ ਹਰੀ ਦੀ ਕਥਾ ਪੜਨਗੇ। ਪੜਨਗੇ ਦਾ ਮਤਲਬ ਕਰਨਗੇ, ਕਥਾ ਦਾ ਮਤਲਬ ਸਿਫਤ ਸਲਾਹ ਦੀ, ਰੱਬ ਦੀ ਸਿਫਤ ਸਲਾਹ ਕਰਨਗੇ, ਗੁਰੂ ਦੀ ਪਾਵਨ ਬਾਣੀ ਦੀ ਗੱਲ ਕਰਨਗੇ, ਰੱਬ ਦੀ ਸਿਫਤ ਸਲਾਹ ਕਰਨਗੇ, ਰੱਬ ਦੀ ਰਜ਼ਾ ਬਾਰੇ ਗੱਲ ਕਰਨਗੇ। ਹਰ ਹਰ ਕਥਾ ਪੜਨ ਦਾ ਮਤਲਬ ਰੱਬ ਦੀ ਸਿਫਤ ਸਲਾਹ ਕਰਨਗੇ। ਪੁਰਾਣ ਜੀਓ ਮੇਰੇ ਵਾਸਤੇ ਇਹੀ ਪੁਰਾਣ ਹੋਏਗਾ। यानी इत्थे पुराण किस नूं कह रहे हैं? प्रभु परमात्मा की सिफत सलाह करना ही मेरे वास्ते पुराण होएगा।
इसलिए मेरी तो बाद किसी कुरान आदि का पाठ नहीं करना, सगों मेरे शरीर त्यागन तो बाद विद्वान गुरसिखां नूं बुलायो, वो प्रभु परमात्मा की सिफत सलाह करनगे, मिल के प्रभु की सिफत सलाह करनी। अगली पंक्ति के अंदर ਜਿਹੜਾ ਹੈ बड़े प्यार ਦੇ ਨਾਲ ਸਾਨੂੰ ਸਮਝਾ ਦਿੱਤਾ ਹੈ और इस ਗੱਲ ਨੂੰ ਹੋਰ ਸਪਸ਼ਟ ਕਰ ਦਿੱਤਾ ਹੈ कि ਕਿਸੇ ਦੇ ਵੀ ਚਲਾਣੇ ਤੋਂ ਬਾਅਦ ਕੀ ਕਰਨਾ ਚਾਹੀਦਾ ਹੈ। ਹਰ ਕਥਾ ਪੜ੍ਹੀਏ, ਹਰੀ ਦੀ ਕਥਾ ਹੀ ਪੜ੍ਹਨੀ ਚਾਹੀਦੀ ਹੈ, ਹਰ ਨਾਮ ਸੁਣੀਏ, ਹਰੀ ਦਾ ਨਾਮ ਹੀ ਸੁਣਨਾ ਚਾਹੀਦਾ ਹੈ। ਬੇਬਾਨ ਹਰ ਰੰਗ ਗੁਰ ਭਾਵੈ, ਜਿਹੜਾ ਬੇਬਾਨ ਹੈ ਅਕਾਲ ਪੁਰਖ ਦਾ ਪਿਆਰ ਹੀ ਚੰਗਾ ਲੱਗੇਗਾ। ਬੇਬਾਨ ਕਿਹਨੂੰ ਕਹਿੰਦੇ ਨੇ? जो मृतक देह नूं शमशान भूमि तक लिजाण वास्ते जिस तख्ते दे उत्ते इंडिया दे अंदर मृतक देह नूं पाया जांदा है, उस तख्ते नूं फिर बहुत चंगी तरह लोग सजांदे ने। कई बार खास करके जदों कोई बजुर्ग गुजरिया होवे उदों चादरां उत्ते लगाणगे, फुल लगाणगे, पघाने बन्ने जांदे ने। और फिर कई बार तां अजकल कई लोग ढोल वगैरह भी वजाण लग गए ने और पतासे, मखाने, बादाम, छुहारे वगैरह कई कुछ लोग लगाते हैं और बहुते लोग कई बार उतों पैसे वगैरह भी सुटते हैं। इनू कहते हैं बेबान, तख्ते नूं फुल्लां वगैरह दे नाल जां पघानियां दे नाल सजाना। तां गुरु जी कहते हैं इहो जिहा कोई कर्म नहीं करना, सगों बेबान हर रंग दा मतलब हरि दा प्यार, रब दी सिफत सलाह करनी, यही बेबान है ਤੇ ਇਹੀ ਬੇਬਾਨ ਗੁਰੂ ਨੂੰ ਚੰਗਾ ਲੱਗਦਾ ਹੈ। ਇਸ ਲਈ ਸਾਡੇ ਤੋਂ ਬਾਅਦ ਹਰੀ ਦੀ ਕਥਾ ਪੜ੍ਹਨੀ, ਹਰੀ ਦਾ ਨਾਮ ਹੀ ਸੁਣਨਾ, ਯਾਨੀ ਰੱਬ ਦੀ ਸਿਫਤ ਸਲਾਹ ਕਰਨੀ, ਰੱਬ ਦੀ ਸਿਫਤ ਸਲਾਹ ਹੀ ਸੁਣਨੀ ਔਰ ਇਹੋ ਜਿਹਾ ਬੇਬਾਨ ਵਗੈਰਾ ਕੱਢਣ ਵਾਲਾ ਕੋਈ ਕਰਮ ਨਹੀਂ ਕਰਨਾ। ਇਹਨਾਂ ਦੇਸ਼ਾਂ ਵਿੱਚ ਤੇ ਐਸਾ ਨਹੀਂ ਹੈ, ਲੇਕਿਨ ਇੰਡੀਆ ਵਿੱਚ ਅੱਜ ਵੀ ਐਸਾ ਕਈ ਵਾਰ ਵੇਖਣ ਨੂੰ ਮਿਲਦਾ ਹੈ। ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਜਦੋਂ ਵੀ ਘਰ ਦੇ ਵਿੱਚ ਕੋਈ ਘਟਨਾ ਵਾਪਰਦੀ ਹੈ, ਕਿਉਂਕਿ ਜੋ ਆਇਆ ਸੋ ਚੱਲ ਸੀ, ਇਹ ਘਟਨਾ ਹਰ ਘਰ ਦੇ ਵਿੱਚ ਵਾਪਰਨੀ ਹੈ, ਪਰ ਉਸੀ ਕਹਿ ਜੋ ਹੁਆ। ਤੂੰ ਆਪਣੇ ਪੀਜਾਨ ਜੋ ਕੁਛ ਗੁਆਂਢੀ ਦੇ ਘਰ ਵਿੱਚ ਵਾਪਰਿਆ ਉਹ ਮੇਰੇ ਘਰ ਵਿੱਚ ਵੀ ਵਾਪਰੇਗਾ। ਅੱਜ ਜੇ ਪੜੋਸੀ ਦੇ ਘਰ ਵਿੱਚ ਖੁਸ਼ੀ ਹੈ ਤਾਂ ਕੱਲ ਨੂੰ ਮੇਰੇ ਘਰ ਵਿੱਚ ਵੀ ਖੁਸ਼ੀ ਹੋ ਸਕਦੀ ਹੈ। ਅੱਜ ਜੇ ਪੜੋਸੀ ਦੇ ਘਰ ਵਿੱਚੋਂ ਲਾਸ਼ ਉੱਠੀ ਹੈ ਤਾਂ ਕੱਲ ਨੂੰ ਮੇਰੇ ਘਰ ਦੇ ਵਿੱਚੋਂ ਇਹ ਲਾਸ਼, ਇਹ ਅਰਥੀ ਉੱਠੇਗੀ। ਔਰ ਅੱਜ ਮੈਂ ਕਿਸੇ ਨੂੰ ਆਪਣੇ ਮੋਢਿਆਂ ਤੇ ਉਠਾ ਕੇ ਸ਼ਮਸ਼ਾਨ ਭੂਮੀ ਤੱਕ ਪਹੁੰਚਾ ਕੇ ਆਇਆ ਤਾਂ ਕੱਲ ਨੂੰ ਕੋਈ ਮੈਨੂੰ ਆਪਣੇ ਮੋਢਿਆਂ ਤੇ ਚੁੱਕ ਕੇ ਸ਼ਮਸ਼ਾਨ ਭੂਮੀ ਤੱਕ ਪਹੁੰਚਾਏਗਾ, ਕਿਉਂਕਿ ਅੱਜ ਕੋਈ ਚਲਾ ਗਿਆ, ਕੱਲ ਨੂੰ ਮੈਂ ਵੀ ਚਲੇ ਜਾਣਾ। ਕਹਿਤ ਕਬੀਰ ਸੁਣੋ ਮਨ ਮੇਰੇ, ਇਹੀ ਹਵਾਲ ਹੋਣਗੇ ਤੇਰੇ। ਇਹ ਘਟਨਾ ਹਰ ਇੱਕ ਦੇ ਨਾਲ, ਹਰ ਇੱਕ ਘਰ ਦੇ ਵਿੱਚ ਹੋਈ ਹੈ, ਕਿਉਂਕਿ ਰੱਬ ਦੀ ਰਜ਼ਾ ਭਾਣਾ ਇਹ ਹੁਕਮ ਦੇ ਅੰਦਰ ਹੈ। ਜਨਮ, ਜੀਵਨ ਔਰ ਮੌਤ, ਸਾਰਾ ਕੁਛ, ਇਹ ਸਾਰਾ ਸਿਸਟਮ ਚੱਲ ਹੀ ਰਿਹਾ ਹੈ। ਤਾਂ ਜੇ ਕੋਈ ਐਸੀ ਘਟਨਾ ਵਾਪਰਦੀ ਹੈ ਤਾਂ ਸਾਨੂੰ ਰੋਣ ਕੁਰਲਾਉਣ ਦੀ ਬਜਾਏ ਰੱਬ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਆਪਣੀ ਐਨਰਜੀ ਨੂੰ ਪੋਜ਼ਿਟਿਵ ਵਰਤਣਾ ਚਾਹੀਦਾ ਹੈ। ਤੇ ਜਿਹੜਾ ਸਾਡਾ ਪਿਆਰਾ ਕੋਈ ਚਲਾ ਜਾਂਦਾ ਹੈ, ਸਾਨੂੰ ਚਾਹੀਦਾ ਹੈ ਕਿ ਉਸ ਪਰਿਵਾਰ ਦੇ ਮੈਂਬਰਾਂ ਨੂੰ ਅਸੀਂ ਹੌਸਲਾ ਦੇਈਏ। ਸੱਚੀ ਸ਼ਰਧਾਂਜਲੀ ਔਰ ਸੱਚਾ ਦੁੱਖ ਇਹ ਹੋਏਗਾ ਕਿ ਅਸੀਂ ਉਹਨਾਂ ਨੂੰ ਸੱਚਾ ਭਰੋਸਾ ਦਿਵਾਈਏ ਕਿ ਸੱਜਣੋ, ਜਿਹੜਾ ਇਹ ਪਰਿਵਾਰਕ ਮੈਂਬਰ ਚਲਾ ਗਿਆ ਹੈ, ਇਹਦੇ ਕਰਕੇ ਜਿਹੜੀ ਤੁਹਾਨੂੰ ਥੋੜ ਆਉਣੀ ਹੈ, ਇਹਦੇ ਜਿਹੜੇ ਸਹਿਯੋਗ ਸਨ, ਅਸੀਂ ਤੁਹਾਡੇ ਨਾਲ ਕਰਾਂਗੇ। ਅਸੀਂ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ, ਤੁਹਾਨੂੰ ਅਸੀਂ ਥੋੜ ਨਹੀਂ ਆਉਣ ਦਿਆਂਗੇ। ਇਹਦੇ ਰਹਿੰਦੇ ਹੋਏ ਜਿਹੜੇ ਕਾਰਜ ਨੇ, ਅਸੀਂ ਸਰੀ ਮਿਲ ਕੇ ਕਰਾਂਗੇ, ਤੁਹਾਡੇ ਨਾਲ ਹਾਂ। ਅਸੀਂ ਪਰਿਵਾਰ ਦੇ ਮੈਂਬਰ ਵੀ ਇਹ ਸੋਚਣ ਕਿ ਜੋ ਇਹਦੇ ਰਹਿੰਦੇ ਹੋਏ ਕਾਰਜ ਨੇ, ਉਹਨਾਂ ਨੂੰ ਮਿਲ ਕੇ ਅਸੀਂ ਸੰਪੂਰਨ ਕਰਾਂਗੇ। ਪ੍ਰਭੂ ਦਾ ਹੁਕਮ ਹੈ, ਰੱਬ ਦੀ ਰਜ਼ਾ ਹੈ, ਸ਼ੁਭ ਜਿਹੜਾ ਹੈ ਪੋਜ਼ਿਟਿਵ ਆਪਣੀ ਇਸ એનર્ਜੀ ਨੂੰ ਯੂਜ਼ ਕਰਨਾ ਹੈ। ਕਿਉਂਕਿ ਰੋਣ ਦੇ ਨਾਲ ਵੀ ਕਿਸੇ ਜਿਹੜਾ ਚਲਾ ਗਿਆ ਹੈ, ਉਹਨੇ ਕਦੇ ਵਾਪਸ ਨਹੀਂ ਮੁੜਨਾ ਹੁੰਦਾ, ਕਦੇ ਵੀ ਨਹੀਂ ਮੁੜਿਆ। ਸਾਡੇ ਜੋ ਪਿਆਰੇ ਗਏ, ਅਸੀਂ ਰੋਏ ਕੁਰਲਾਏ ਤਾਂ ਕਿ ਉਹ ਵਾਪਸ ਆਏ? ਕਦੇ ਵੀ ਕੋਈ ਨਹੀਂ ਆਉਂਦਾ, ਨਾ ਕੋਈ ਕਿਸੇ ਦੇ ਨਾਲ ਜਾਂਦਾ ਹੈ। ਇਸ ਲਈ ਗੁਰੂ ਜੀ ਕਹਿਣ ਲੱਗੇ ਇਹ ਇੱਕ ਰੱਬ ਦੀ ਰਜ਼ਾ ਹੈ ਔਰ ਰਜ਼ਾ ਦੇ ਅੰਦਰ ਸਾਰਿਆਂ ਨੇ ਜਾਣਾ ਹੈ। ਮੇਰੇ ਤੋਂ ਬਾਅਦ ਪ੍ਰਭੂ ਦੀ ਸਿਫਤ ਸਲਾਹ ਕਰਨਾ, ਪ੍ਰਭੂ ਦੀ ਸਿਫਤ ਸਲਾਹ ਸੁਣਨਾ ਔਰ ਕੋਈ ਬੇਬਾਨ ਵਗੈਰਾ ਨਹੀਂ ਕੱਢਣਾ। ਤਾਂ ਸਾਨੂੰ ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਹੈ। ਅਗਲਾ ਬਚਨ ਕਰਦੇ ਨੇ, ਪਿੰਡ ਪੱਤਲ ਕਿਰਿਆ ਦੀਵਾ ਫੁੱਲ, ਇੱਥੇ ਵਿਸ਼ਰਾਮ ਲਗਾਣਾ ਹੈ। ਹਰ ਸਰ ਭਾਗ,
ਬਹੁਤੇ ਵੀਰ ਇਸ ਦਾ ਪਾਠ ਕਰਦੇ ਨੇ, ਪਿੰਡ ਪੱਤਲ ਕਿਰਿਆ ਦੀਵਾ ਫੁੱਲ ਹਰ ਸਰਪਾ। ਤਾਂ ਇਸ ਤਰ੍ਹਾਂ ਨਹੀਂ ਕਰਨਾ, ਫੁੱਲ ਤੇ ਜਾ ਕੇ ਵਿਸ਼ਰਾਮ ਲਗਾਉਣਾ ਹੈ। ਪਿੰਡ ਪੱਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ। ਹੁਣ ਇੱਥੇ ਕਈ ਵੀਰਾਂ ਨੇ, ਵਿਦਵਾਨਾਂ ਨੇ ਅਰਥ ਕਰ ਦਿੱਤਾ ਹੈ ਗੰਗਾ, ਕਿ ਗੁਰੂ ਜੀ ਕਹਿੰਦੇ ਨੇ ਕਿ ਪਿੰਡ ਪੱਤਲ ਕਿਰਿਆ ਦੀਵਾ ਔਰ ਜਿਹੜੇ ਫੁੱਲ ਨੇ ਉਹ ਗੰਗਾ ਵਿੱਚ ਪਾਣੇ। ਐਸਾ ਨਹੀਂ ਹੈ, ਇਹ ਬਿਲਕੁਲ ਗਲਤ ਅਰਥ ਹੈ। ਹਰ ਸਰ, ਸਰ ਦਾ ਮਤਲਬ ਹੈ ਸਰੋਵਰ, ਹਰ ਦਾ ਮਤਲਬ ਹਰੀ। ਜਿਹੜੇ ਸਰੋਵਰ ਵਿੱਚ ਪਾਣੀ ਹੋਵੇਗਾ ਅਸੀਂ ਉਹਨੂੰ ਕਹਾਂਗੇ ਪਾਣੀ ਦਾ ਸਰੋਵਰ, ਪਾਣੀ ਦਾ ਸਰੋਵਰ। ਤੇ ਜਿਹੜੇ ਸਰੋਵਰ ਵਿੱਚ ਰੱਬ ਹੋਵੇ ਉਹ ਸਰੋਵਰ ਹੋ ਗਿਆ ਰੱਬ ਦਾ। ਜਿਵੇਂ ਰਾਮਦਾਸ ਸਰੋਵਰ ਨਾਤੇ, ਰਾਮ ਦੇ ਦਾਸਾਂ ਦਾ ਸਰੋਵਰ ਸਤ ਸੰਗਤ। ਹਰ ਕਿਹੜੇ ਸਰੋਵਰ ਵਿੱਚ ਹੁੰਦਾ ਹੈ? ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਸੰਗਤ ਦੇ ਅੰਦਰ ਆਪ ਰੱਬ ਵਸਦਾ ਹੈ। ਤਾਂ ਹਰਸਰ ਦਾ ਮਤਲਬ ਹੈ ਸਤ ਸੰਗਤ। ਜੇ ਹੁੰਦਾ ਨਾ ਕਿ ਫੁੱਲ ਤੁਸੀਂ ਪਾ ਦਿਓ, ਤਾਂ ਫਿਰ ਸ਼ਬਦ ਵਰਤਣਾ ਸੀ ਪਾਇਓ, ਕਿ ਤੁਸੀਂ ਪਾਇਓ, ਜਾਂ ਪਾਵੋ ਦਾ ਮਤਲਬ ਤੁਸੀਂ ਜਾ ਕੇ ਪਾਓ, ਜਾਂ ਪਾਇਓ ਕਿ ਤੁਸੀਂ ਪਾ ਦਿਓ। ਪਰ ਸ਼ਬਦ ਹੈ ਪਾਵੇ, ਪਾਵੇ ਦਾ ਮਤਲਬ ਪਾਉਂਦਾ ਹੈ ਵਰਤਮਾਨ ਵਿੱਚ। ਸ਼ਬਦ ਹੁੰਦਾ ਹੈ, ਇਹ ਫਿਊਚਰ ਦਾ ਨਹੀਂ ਹੈ, ਵਰਤਮਾਨ ਦਾ ਸ਼ਬਦ ਹੈ। ਗੁਰੂ ਆਪ ਪਾਉਂਦਾ ਹੈ। ਹਰਸਰ ਦਾ ਮਤਲਬ ਸਤਸੰਗਤ, ਗੁਰੂ ਇਹਨਾਂ ਨੂੰ ਸਤਸੰਗ ਵਿੱਚ ਪਾਉਂਦਾ ਹੈ। ਕਿਹਨੂੰ ਕਿਹਨੂੰ? ਪਿੰਡ ਨੂੰ, ਪੱਤਲ ਨੂੰ, ਕਿਰਿਆ ਨੂੰ, ਦੀਵੇ ਨੂੰ ਔਰ ਫੁੱਲਾਂ ਨੂੰ। ਹਰਸਰ ਪਾਵੇ, ਇਹ ਸਾਰੇ ਕਰਮਾਂ ਨੂੰ ਗੁਰੂ ਸਤਸੰਗ ਵਿੱਚ ਪਾਉਂਦਾ ਹੈ, ਭਾਵ ਸਤਸੰਗ ਤੋਂ ਕੁਰਬਾਨ ਕਰਦਾ ਹੈ। ਯਾਨੀ ਮੇਰੇ ਤੋਂ ਬਾਅਦ ਪਿੰਡ ਨਹੀਂ ਭਰਾਉਣੇ, ਕਿਉਂਕਿ ਆਮ ਕਰਕੇ ਉਸ ਸਮੇਂ ਬਹੁਤੇ ਜੋ ਲੋਕ ਨੇ, ਖਾਸ ਕਰਕੇ ਜਿਹੜੇ ਹਿੰਦੂ ਵੀਰ ਨੇ, ਕਿਉਂਕਿ ਮੈਂ ਇੱਥੇ ਕਿਸੇ ਦਾ ਖੰਡਨ ਨਹੀਂ ਕਰ ਰਿਹਾ, ਗੱਲ ਇੱਥੇ ਹੈ ਜੋ ਗੁਰੂ ਜੀ ਨੇ ਸਾਨੂੰ ਉਪਦੇਸ਼ ਦਿੱਤਾ ਹੈ। ਬਹੁਤੇ ਵੀਰ ਪਿੰਡ ਭਰਾਉਂਦੇ ਨੇ, ਉੱਥੇ ਜਾ ਕੇ ਜਵਾਂ ਦੇ ਆਟੇ ਦੇ ਜਾਂ ਕੁਛ ਤੇ ਸਮਝਿਆ ਜਾਂਦਾ ਹੈ ਕਿ ਇਹ ਮ੍ਰਿਤਕ ਪ੍ਰਾਣੀ ਨੂੰ ਮਿਲੇਗਾ। ਪੱਤਲ ਕਹਿੰਦੇ ਨੇ ਆ ਜੋ ਕੇਲੇ ਦੇ ਪੱਤੇ ਜਾਂ ਢਾਕ ਛਿਛਰੇ ਦੇ ਪੱਤੇ, ਉਹਨਾਂ ਦੀਆਂ ਪੱਤਲਾਂ ਬਣਾਈਆਂ ਜਾਂਦੀਆਂ ਨੇ, ਤੇ ਉਹਨਾਂ ਪੱਤਲਾਂ ਨੂੰ ਪ੍ਰਸ਼ਾਦਾ ਪਾਣੀ ਵਰਤਣ ਵਾਸਤੇ, ਛਕਣ ਵਾਸਤੇ ਵਰਤਿਆ ਜਾਂਦਾ ਰਿਹਾ ਹੈ। ਔਰ ਜੋ ਬ੍ਰਾਹਮਣ ਨੇ, ਪੁਜਾਰੀ ਨੇ, ਉਹਨਾਂ ਨੂੰ ਪੱਤਲਾਂ ਦੇ ਉੱਤੇ ਪ੍ਰਸ਼ਾਦਾ ਪਾਣੀ ਛਕਾਇਆ ਜਾਂਦਾ ਹੈ ਕਿਸੇ ਦੇ ਮ੍ਰਿਤਕ ਦੇ ਉੱਤੇ। ਤੇ ਕਿਰਿਆ ਹੈ ਕਿ ਬਹੁਤ ਸਾਰੀਆਂ ਕਿਰਿਆਵਾਂ ਕਰਨੀਆਂ, ਜਿਵੇਂ ਕਪਾਲ ਕਿਰਿਆ ਕਰਨੀ ਹੈ, ਜਾਂ ਸਰਾਧ ਕਰਨੇ ਨੇ, ਜਾਂ ਹੋਰ ਬਹੁਤ ਸਾਰੀਆਂ ਐਸੀਆਂ ਕਿਰਿਆਵਾਂ ਕੀਤੀਆਂ ਜਾਂਦੀਆਂ ਨੇ। ਤੇ ਦੀਵੇ ਜਗਾਏ ਜਾਂਦੇ ਨੇ, ਮ੍ਰਿਤਕ ਬੰਦੇ ਨੂੰ ਦੀਵਾ ਦਿਖਾਉਂਦੇ ਨੇ। ਔਰ ਕਈ ਵਾਰ ਜਦੋਂ ਬੰਦਾ ਮਰ ਰਿਹਾ ਹੁੰਦਾ ਹੈ, ਜਾਂ ਮਰੇ ਬੰਦੇ ਦੇ ਲਾਸ਼ ਦੇ ਹੱਥ ਦੇ ਉੱਤੇ ਦੀਵਾ ਰੱਖ ਦਿੰਦੇ ਨੇ, ਤੇ ਇਹ ਸਮਝਿਆ ਜਾਂਦਾ ਹੈ ਕਿ ਇਹ ਦੀਵੇ ਦਾ ਚਾਨਣ ਇਹਦੇ ਨਾਲ ਹੋਏਗਾ। ਜਦੋਂ ਜਾਮਨ ਨੂੰ ਲੈ ਕੇ ਜਾਣਗੇ ਤਾਂ ਰਾਸਤੇ ਵਿੱਚ ਦੀਵਾ ਚਾਨਣ ਕਰੇਗਾ। ਇਸ ਤੋਂ ਇਲਾਵਾ 13 ਦਿਨ ਤੱਕ ਲਗਾਤਾਰ ਜਿੱਥੇ ਪ੍ਰਾਣੀ ਗੁਜ਼ਰਿਆ ਹੁੰਦਾ ਹੈ ਉੱਥੇ ਲੋਕ ਦੀਵਾ ਜਗਾਉਂਦੇ ਨੇ। ਔਰ ਕਈ ਲੋਕ ਤਾਂ ਸਾਲ ਭਰ ਵੀ ਦੀਵਾ ਜਗਾਉਂਦੇ ਨੇ, ਜਿੱਥੇ ਪ੍ਰਾਣੀ ਗੁਜ਼ਰਿਆ ਹੈ ਉਹਦੀ ਜਿੱਥੇ ਸੰਸਕਾਰ ਹੋਇਆ ਹੈ, ਜਾਂ ਘਰ ਦੇ ਅੰਦਰ ਦੀਵਾ ਵਗੈਰਾ ਜਗਾਉਂਦੇ ਨੇ। ਤੇ ਭਾਵ ਇਹ ਸਮਝਿਆ ਜਾਂਦਾ ਹੈ ਕਿ ਇਹ ਦੀਵੇ ਦਾ ਚਾਨਣ ਉਸ ਮ੍ਰਿਤਕ ਨੂੰ ਹੋਏਗਾ। ਦੂਜੀ ਗੱਲ ਇਹ ਹੈ ਕਿ ਕਈ ਲੋਕ 11 ਮਹੀਨੇ ਤੱਕ ਮ੍ਰਿਤਕ ਦੇ ਪਰਥਾਏ ਪ੍ਰਸ਼ਾਦਾ ਪਾਣੀ ਪੁਜਾਰੀਆਂ ਨੂੰ ਛਕਾਉਂਦੇ ਨੇ। 3 ਪ੍ਰਸ਼ਾਦੇ, ਖਾਸ ਕਰਕੇ ਗਿਣਤੀ ਵਿੱਚ 3 ਹੁੰਦੇ ਨੇ। ਇਸੇ ਕਰਕੇ ਆਮ ਬੰਦੇ ਨੂੰ 3 ਪ੍ਰਸ਼ਾਦੇ ਦੇਣ ਲੱਗਿਆ ਲੋਕ ਸਮਝਦੇ ਨੇ ਨੈਸ਼ ਨੇ ਕਿ ਇਹ ਮੋਏ ਨੂੰ ਦੇਈਦੇ ਨੇ। ਯਾਨੀ 3 ਪ੍ਰਸ਼ਾਦੇ, ਥੋੜਾ ਦਹੀਂ ਸਬਜ਼ੀ ਜਾਂ ਅਚਾਰ ਵਗੈਰਾ, ਉਹ ਪੁਜਾਰੀ ਨੂੰ ਦਿੱਤਾ ਜਾਂਦਾ ਹੈ। ਤੇ ਮੈਂ ਆਪ ਪਿੰਡਾਂ ਵਿੱਚ ਕਿਉਂਕਿ ਡਿਊਟੀ ਕੀਤੀ ਹੈ, ਗੁਰਮਤ ਬਾਰੇ ਬਹੁਤ ਜ਼ਿਆਦਾ ਉਦੋਂ ਸਮਝ ਵੀ ਨਹੀਂ ਸੀ, ਤੇ ਸਮਝ ਹੋਏ ਵੀ ਤਾਂ ਵੀ ਲੋਕ ਜਿਹੜੇ ਨੇ ਉਹ ਆਪਣਾ ਕੰਮ ਕਰਦੇ ਰਹਿੰਦੇ ਨੇ ਕਹਿਣ ਦੇ ਬਾਵਜੂਦ ਵੀ। ਤਾਂ ਜਦੋਂ ਕੋਈ ਗੁਜ਼ਰ ਜਾਂਦਾ ਸੀ ਤਾਂ ਗੁਰਦੁਆਰੇ ਲੋਕ 11 ਮਹੀਨੇ ਤੱਕ ਲਗਾਤਾਰ 3 ਪ੍ਰਸ਼ਾਦੇ ਡੇਲੀ ਘਰ ਦੇ ਲੋਕ ਦੇ ਕੇ ਜਾਂਦੇ ਨੇ। ਮੈਂ ਆਪ ਦੇਖਦਾ ਰਿਹਾ। ਉਹਦੇ ਪਿੱਛੇ ਰੀਜ਼ਨ ਕੀ ਹੈ? ਇਹ 1 ਸਾਲ ਤੱਕ ਕਿਉਂ ਕੀਤਾ ਜਾਂਦਾ ਹੈ? ਤੇ ਸਾਲ ਬਾਅਦ ਯਾਨੀ 11 ਮਹੀਨੇ ਬਾਅਦ ਫਿਰ ਲੋਕ ਬਰਸੀ ਕਰਾਉਂਦੇ ਨੇ, ਵਰੀਣਾ ਕਰਾਉਂਦੇ ਨੇ, ਜਿਹਨੂੰ ਅਸੀਂ ਪੰਜਾਬੀ ਵਿੱਚ ਵਰੀਣਾ, ਕੋਈ ਬਰਸੀ ਕਹਿ ਦਿੰਦਾ ਹੈ, ਕੋਈ ਕਈ ਸ਼ਬਦ ਵਰਤਦੇ। 11ਵੇਂ ਮਹੀਨੇ ਤੋਂ ਬਾਅਦ, 11 ਮਹੀਨੇ ਤੋਂ ਬਾਅਦ ਕਰਾਉਂਦੇ। ਉਹਦੇ ਪਿੱਛੇ ਵਿਚਾਰਧਾਰਾ ਕੀ ਹੈ?
ਉਹਦੇ ਪਿੱਛੇ ਵਿਚਾਰ ਇਹ ਹੈ, ਜਦੋਂ ਆਪ ਗਰੁੜ ਪੁਰਾਣ ਪੜੋਗੇ ਤਾਂ ਉਸ ਦੇ ਵਿੱਚ ਲਿਖਿਆ ਹੈ ਕਿ 11 ਮਹੀਨੇ ਇਸ ਆਤਮਾ ਨੂੰ ਜਿਹੜੀ ਨੂੰ ਜੰਮ ਲੈ ਕੇ ਜਾਂਦੇ ਨੇ, 11 ਮਹੀਨੇ ਲੱਗਦੇ ਨੇ ਸਵਰਗ ਤੱਕ ਪਹੁੰਚਦਿਆਂ। ਤੇ ਜਿਹੜੇ ਪਿਤਰ ਨੇ ਉਹ ਸਵਰਗ ਲੋਕ ਦੇ ਵਿੱਚ 11 ਮਹੀਨੇ ਤੱਕ ਇੰਤਜ਼ਾਰ ਕਰਦੇ ਨੇ, ਸਵਰਗ ਦਾ ਦਰਵਾਜ਼ਾ ਖੁੱਲਾ ਹੁੰਦਾ ਹੈ। ਤੇ 11ਵੇਂ ਮਹੀਨੇ ਜੋ ਪੁੱਤਰ ਹੈ, ਦੇਖੋ ਪੁੱਤਰ ਸ਼ਬਦ ਪਿੱਛੇ ਜੋ ਧੀਆਂ ਨੂੰ ਮਾਰਨ ਪਿੱਛੇ ਇਹ ਵੀ ਇੱਕ ਰੀਜਨ ਸੀ ਧਾਰਮਿਕ। ਪੁੱਤਰ ਦਾ ਮੀਨਿੰਗ ਹੈ ਪੂ ਦਾ ਮਤਲਬ ਨਰਕ, ਤਰ ਦਾ ਮਤਲਬ ਤਰਨਾ, ਜਿਹਦੇ ਕਰਕੇ ਬੰਦਾ ਨਰਕ ਤੋਂ ਤਰ ਜਾਂਦਾ ਹੈ। ਇਸੇ ਕਰਕੇ ਇਹਨਾਂ ਧਾਰਮਿਕ ਵਿਚਾਰਾਂ ਕਰਕੇ ਹੀ ਜਦੋਂ ਕਿਸੇ ਨੂੰ ਅਗਨ ਦਿੱਤੀ ਜਾਂਦੀ ਹੈ ਨਾ ਲਾਸਟ ਵਿੱਚ, ਤਾਂ ਕਰੀਬ ਕਰੀਬ ਵੱਡਾ ਪੁੱਤਰ ਹੀ ਅੱਗ ਲਾਉਂਦਾ ਹੈ, ਕਿਰਿਆ ਕਰਮ ਵੀ ਪੁੱਤਰ ਹੀ ਕਰਦਾ ਹੈ। ਤਾਂ ਹੀ ਕਿਹਾ ਜਾਂਦਾ ਹੈ ਕਿ ਜਿਹਦੇ ਘਰ ਪੁੱਤਰ ਨਾ ਹੋਵੇ ਸ਼ਾਇਦ ਉਹਦੀ ਮੁਕਤੀ ਹੀ ਨਹੀਂ ਹੋਣੀ। ਇਹੋ ਜਿਹੀਆਂ ਵਿਚਾਰਾਂ ਪੁਜਾਰੀ ਨੇ ਇਸ ਦੁਨੀਆ ਦੇ ਵਿੱਚ ਫੈਲਾਈਆਂ ਹੋਈਆਂ ਸਨ। ਤਾਂ ਇਸ ਕਰਕੇ 11ਵੇਂ ਮਹੀਨੇ ਫਿਰ ਜਿਹੜਾ ਹੈ ਕਰਮ ਕਰਦੇ ਨੇ, ਬਰਸੀ ਕਰਾਉਂਦੇ ਨੇ, ਕੋਈ ਆਪਣੇ ਆਪਣੇ ਹਿਸਾਬ ਦੇ ਨਾਲ ਪਾਠ ਪੂਜਾ ਕਰਦੇ ਹਨ, ਔਰ 11ਵੇਂ ਮਹੀਨੇ ਫਿਰ ਦਾਨ ਦਕਸ਼ਿਨਾ ਪੁਜਾਰੀ ਨੂੰ ਦਿੱਤੀ ਜਾਂਦੀ। ਤੇ 11ਵੇਂ ਮਹੀਨੇ ਜੇਕਰ ਉਹਦਾ ਕਿਰਿਆ ਕਰਮ ਕਰਾ ਦਿਓ ਤੇ ਫਿਰ ਉਹ ਸਵਰਗ ਵਿੱਚ ਵੜ ਜਾਂਦਾ ਹੈ। ਤੇ ਜੇ 11 ਮਹੀਨੇ ਨਾ ਕੀਤੀ ਜਾਏ ਤਾਂ ਫਿਰ ਜਿਹੜੇ ਅੱਗੇ ਸਵਰਗ ਦੇ ਵਿੱਚ ਲੋਕ ਨੇ ਉਹ ਦਰਵਾਜ਼ਾ ਬੰਦ ਕਰ ਲੈਂਦੇ ਨੇ। ਇਹ ਇਹਦੀ ਵਿਚਾਰਧਾਰਾ ਹੈ। ਹੁਣ ਗੁਰਮਤ ਜਿਹੜੀ ਹੈ ਨਰਕ ਸਵਰਗ ਨੂੰ ਮੰਨਦੀ ਨਹੀਂ। ਗੁਰਬਾਣੀ ਨੇ ਨਰਕ ਸਵਰਗ ਨੂੰ ਰੱਦ ਕਰ ਦਿੱਤਾ ਹੈ। ਗੁਰੂ ਜੀ ਦਾ ਪਾਵਨ ਬਚਨ ਹੈ, ਕਵਨ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਦੇ ਹਮ ਕਾਹੂ ਕੀ ਕਾਨ ਨਾ ਕਰਤੇ, ਆਪਣੇ ਗੁਰ ਪ੍ਰਸਾਦੇ। ਤਾਂ ਮਰਨ ਤੋਂ ਬਾਅਦ ਕੋਈ ਨਰਕ ਨਹੀਂ, ਕੋਈ ਸਵਰਗ ਨਹੀਂ ਹੈ। ਇਹ ਜ਼ਿੰਦਗੀ ਹੀ ਨਰਕ ਔਰ ਸਵਰਗ ਹੈ, ਚਾਹੇ ਇਹਨੂੰ ਨਰਕ ਬਣਾ ਲਓ ਜਾਂ ਇਹਨੂੰ ਸਵਰਗ ਬਣਾ ਲਓ। ਤੇ ਇਹ ਪਿੰਡ ਪੱਤਲ ਕਿਰਿਆ ਦੀਵਾ ਫੁੱਲ ਵਗੈਰਾ ਇਸੇ ਕਰਕੇ ਕੀਤੇ ਜਾਂਦੇ ਸਨ ਕਿ ਬੰਦਾ ਮਰਨ ਤੋਂ ਬਾਅਦ ਸਵਰਗ ਵਿੱਚ ਚਲਾ ਜਾਏ, ਉਹਦੀ ਗਤੀ ਹੋ ਜਾਏ, ਉਹਦੀ ਮੁਕਤੀ ਹੋ ਜਾਏ। ਇਹਨਾਂ ਕਰਮਾਂ ਤੋਂ ਬਾਅਦ ਇਹ ਕਰਮ ਕਰਨ ਦੇ ਨਾਲ ਨਾਲ ਲੋਕ ਅਸਥੀਆਂ, ਜੋ ਮ੍ਰਿਤਕ ਦੇਹ ਦਾ ਸੰਸਕਾਰ ਕਰਨ ਤੋਂ ਬਾਅਦ ਜੋ ਅਸਥੀਆਂ ਹੱਡੀਆਂ ਨੇ, ਜਿਨ੍ਹਾਂ ਨੂੰ ਆਮ ਲੋਕ ਫੁੱਲ ਕਹਿ ਦਿੰਦੇ ਨੇ, ਉਹਨਾਂ ਨੂੰ ਚੁਗ ਕੇ ਤਾਂ ਲੋਕ ਹਰਿਦੁਆਰ ਵਿੱਚ ਪਾਉਂਦੇ ਸਨ ਤੇ ਇਹ ਸਮਝਦੇ ਸੀ ਕਿ ਫੁੱਲ ਪਾਉਣ ਦੇ ਨਾਲ ਮੁਕਤੀ ਹੋ ਜਾਏਗੀ। ਪਰ ਗੁਰੂ ਪਾਤਸ਼ਾਹ ਨੇ ਕਿਹਾ ਕਿ ਇੱਕ ਵਹਿਮ ਹੈ, ਮਰਨ ਤੋਂ ਬਾਅਦ ਹੱਡੀਆਂ ਚੁਗ ਕੇ ਪਾਉਣ ਦੇ ਨਾਲ ਮੁਕਤੀ ਨਹੀਂ ਹੁੰਦੀ। ਇਹ ਗੱਲ ਸਮਝ ਆ ਗਈ ਕਿ ਇੱਕ ਅੰਧ ਵਿਸ਼ਵਾਸ ਹੈ। ਪਰ ਇੱਕ ਗੱਲ ਯਾਦ ਰੱਖਣਾ, ਅੰਧ ਵਿਸ਼ਵਾਸ ਹੀ ਰਹੇਗਾ। ਝੂਠ ਜਿਹੜਾ ਹੈ ਨਾ ਉਹ ਝੂਠ ਰਹਿਣਾ ਹੈ। ਬੇਸ਼ੱਕ ਤੁਸੀਂ ਆਪਣੇ ਘਰ ਬੈਠ ਕੇ ਝੂਠ ਬੋਲ ਲਓ ਤਾਂ ਤੁਹਾਡੇ ਘਰ ਬੋਲਿਆ ਹੋਇਆ ਝੂਠ ਬਿਲਕੁਲ ਝੂਠ ਹੈ। ਤੇ ਜੇ ਤੁਸੀਂ ਬਾਹਰ ਪਾਰਕ ਵਿੱਚ ਜਾ ਕੇ ਉਹ ਝੂਠ ਬੋਲੋ, ਝੂਠ ਨੇ ਫਿਰ ਵੀ ਝੂਠ ਹੀ ਰਹਿਣਾ। ਜੇ ਕਿਸੇ ਗੁਰਦੁਆਰੇ ਮੰਦਿਰ ਵਿੱਚ ਜਾ ਕੇ ਬੋਲੋਗੇ, ਝੂਠ ਨੇ ਫਿਰ ਵੀ ਝੂਠ ਹੀ ਰਹਿਣਾ, ਕਿਉਂਕਿ ਜਗ੍ਹਾ ਬਦਲਣ ਦੇ ਨਾਲ ਕਦੇ ਵੀ ਝੂਠ ਨਹੀਂ ਬਦਲਦਾ। ਲੈਬਲ ਬਦਲਣ ਦੇ ਨਾਲ ਕਦੇ ਬੋਤਲ ਦੇ ਅੰਦਰ ਜੋ ਚੀਜ਼ ਹੈ ਉਹ ਬਦਲਦੀ ਨਹੀਂ। ਕਿ ਜੇ ਕੋਈ ਜ਼ਹਿਰ ਦੀ ਬੋਤਲ ਤੇ ਲੈਬਲ ਹਟਾ ਕੇ ਅੰਮ੍ਰਿਤ ਦਾ ਲੈਬਲ ਲਾ ਦੇਵੇ ਤਾਂ ਉਹ ਲੈਬਲ ਲਗਾਉਣ ਦੇ ਨਾਲ ਜ਼ਹਿਰ ਨੇ ਅੰਮ੍ਰਿਤ ਨਹੀਂ ਬਣ ਜਾਣਾ। ਜੇ ਗੰਗਾ ਦਾ ਪਾਣੀ ਲਿਆ ਕੇ ਵੀ ਕੋਈ ਲਾਣ ਪਾ ਕੇ ਸ਼ਰਾਬ ਕੱਢੇ ਤਾਂ ਉਹਦੇ ਨਾਲ ਉਹਨਾਂ ਨੇ ਅੰਮ੍ਰਿਤ ਨਹੀਂ ਬਣਨਾ, ਉਹਨੇ ਸ਼ਰਾਬ ਹੀ ਰਹਿਣਾ ਹੈ। ਤਾਂ ਜੇਕਰ ਕੋਈ ਅੰਧ ਵਿਸ਼ਵਾਸ ਜੋ ਗੰਗਾ ਤੇ ਜਾ ਕੇ ਕੀਤਾ ਜਾਂਦਾ ਹੈ ਤੇ ਜੇ ਉਹੀ ਕੰਮ ਕੀਰਤਪੁਰ ਵਿੱਚ ਕਰ ਲਿਆ ਜਾਏ ਤਾਂ ਉਹ ਵੀ ਅੰਧ ਵਿਸ਼ਵਾਸ ਹੀ ਰਹਿਣਾ, ਉਹ ਵੀ ਪਖੰਡ ਹੀ ਰਹਿਣਾ। ਅੱਜ ਸਿੱਖਾਂ ਨੇ ਫੁੱਲ ਚੁਗ ਕੇ ਤੇ ਕੀਰਤਪੁਰ ਸਾਹਿਬ ਵਿੱਚ ਪਾਣੇ ਸ਼ੁਰੂ ਕਰ ਦਿੱਤੇ ਨੇ। ਫੁੱਲ ਚਾਹੇ ਹਰਿਦੁਆਰ ਪਾਓ ਜਾਂ ਕੀਰਤਪੁਰ ਸਾਹਿਬ ਦੇ ਵਿੱਚ ਪਾਓ, ਇਹ ਦੋਵੇਂ ਬਰਾਬਰ ਗੱਲਾਂ ਨੇ। ਫੁੱਲ ਪਾਉਣ ਦੇ ਨਾਲ ਬਿਲਕੁਲ ਮੁਕਤੀ ਨਹੀਂ ਹੋਣੀ। ਲੇਕਿਨ ਅਸੀਂ ਦੇਖੋ ਕਿੰਨੇ ਯਤਨ ਕਰ ਰਹੇ ਹਾਂ। ਇੰਡੀਆ ਵਿੱਚ ਵੀ ਕੁਝ ਲੋਕ ਤਾਂ ਹਟ ਗਏ ਨੇ, ਕੁਝ ਮੇਰੇ ਖਿਆਲ 0.01%, 99.99% ਲੋਕ ਹਾਲੇ ਵੀ ਇੱਕ ਕਰਮ ਕਰਦੇ ਨੇ। ਤੇ ਉਹਦਾ ਰੀਜ਼ਨ ਹੈ, ਜਦੋਂ ਸਾਡਾ ਕੋਈ ਰਾਜਨੀਤਿਕ ਲੀਡਰ ਜਾਂ ਸਾਡਾ ਕੋਈ ਧਾਰਮਿਕ ਉੱਚੀ ਪਦਵੀ ਤੇ ਬੰਦਾ ਸਰੀਰ ਤਿਆਗਦਾ ਹੈ ਤਾਂ ਉਹਦੀਆਂ ਅਸਥੀਆਂ ਨੂੰ ਗਾਗਰਾਂ ਦੇ ਵਿੱਚ ਪਾ ਕੇ ਬੜੇ ਮਾਨ ਸ਼ਾਨ ਦੇ ਨਾਲ ਕਾਫਲਿਆਂ ਦੇ ਹਿਸਾਬ ਨਾਲ ਲਿਜਾਇਆ ਜਾਂਦਾ ਹੈ। ਤੇ ਦੂਜੇ ਲੋਕ ਵੀ ਸਮਝਦੇ ਨੇ ਯਾਰ ਫਿਰ ਅਸੀਂ ਕਿਉਂ ਨਾ ਮੁਕਤ ਹੋਈਏ। ਤਾਂ ਇਹ ਇੱਕ ਮਨਮਤ ਹੈ। ਫੁੱਲ ਚਾਹੇ ਕੀਰਤਪੁਰ ਵਿੱਚ ਪਾਓ ਜਾਂ ਹਰਿਦੁਆਰ ਵਿੱਚ ਪਾਓ, ਫੁੱਲ ਪਾਉਣ ਦੇ ਨਾਲ ਮੁਕਤੀ ਨਹੀਂ ਹੁੰਦੀ। ਯਾਦ ਰੱਖਣਾ, ਜੇ ਫੁੱਲ ਪਾਉਣ ਦੇ ਨਾਲ ਮੁਕਤੀ ਹੁੰਦੀ ਹੋਵੇ, ਜੇ ਇਹਨੂੰ ਮੰਨ ਲਿਆ ਜਾਏ, ਸਪੋਜ਼
ਤਾਂ ਫਿਰ ਤਾਂ ਅੰਮ੍ਰਿਤ ਛਕਣ ਦੀ ਲੋੜ ਨਹੀਂ, ਫਿਰ ਬਾਣੀ ਪੜ੍ਹਨ ਦੀ ਲੋੜ ਨਹੀਂ, ਫਿਰ ਤਾਂ ਜਿਵੇਂ ਮਰਜ਼ੀ ਜ਼ਿੰਦਗੀ ਬਿਤਾਓ ਤੇ ਘਰਦਿਆਂ ਨੂੰ ਕਹਿ ਦਿਓ ਕਿ ਫੁੱਲ ਸਾਡੇ ਪਾ ਦਿਓ, ਫਿਰ ਤਾਂ ਮੁਕਤੀ ਬੜੀ ਸੌਖੀ ਹੈ ਨਾ। ਫਿਰ ਤਾਂ ਬਾਕੀ ਕਰਮਕਾਂਡ ਦੀ ਕੋਈ ਵੈਲਿਊ ਰਹਿ ਨਹੀਂ ਜਾਂਦੀ। ਇਸ ਲਈ ਗੁਰੂ ਅਮਰਦਾਸ ਜੀ ਨੇ ਬਚਨ ਕੀਤਾ, ਪਿੰਡ ਪੱਤਲ ਕਿਰਿਆ ਦੀਵਾ ਫੁੱਲ, ਇੱਥੇ ਵਿਸ਼ਰਾਮ ਲਗਾਣਾ ਹੈ। ਪਿੰਡ ਪੱਤਲ ਕਿਰਿਆ ਦੀਵਾ ਫੁੱਲ, ਹਰ ਸਰ ਪਾਵੇ, ਪਾਵੇ ਦਾ ਮਤਲਬ ਗੁਰੂ ਆਪ ਪਾਉਂਦਾ ਹੈ। ਯਾਨੀ ਪਿੰਡ ਵੀ, ਪੱਤਲ ਵੀ, ਕਿਰਿਆ ਵੀ, ਦੀਵਾ ਵੀ ਔਰ ਫੁੱਲ ਆਦਿਕ ਵੀ, ਇਹਨਾਂ ਸਾਰੀਆਂ ਕਿਰਿਆਵਾਂ ਨੂੰ ਗੁਰੂ ਸਤਸੰਗ ਤੋਂ ਕੁਰਬਾਨ ਕਰਦਾ ਹੈ। ਮੇਰੇ ਤੋਂ ਬਾਅਦ ਇਹ ਕਿਰਿਆਵਾਂ ਨਹੀਂ ਕਰਨੀਆਂ, ਸਗੋਂ ਮੇਰੇ ਤੋਂ ਬਾਅਦ ਸਤਸੰਗ ਕਰਨੀ, ਜੋ ਪਹਿਲੀਆਂ ਪੰਕਤੀਆਂ ਵਿੱਚ ਗੁਰਦੇਵ ਪਾਤਸ਼ਾਹ ਸਾਨੂੰ ਸਮਝਾ ਚੁੱਕੇ ਹਨ। ਅਗਲਾ ਬਚਨ ਗੁਰਦੇਵ ਕਰਦੇ ਨੇ, ਹਰ ਭਾਇਆ ਸਤਿਗੁਰ ਬੋਲਿਆ, ਹਰ ਮਿਲਿਆ ਪੁਰਖ ਸੁਜਾਨ ਜੀਓ। ਬਾਬਾ ਸੁੰਦਰ ਜੀ ਕਹਿ ਰਹੇ ਨੇ ਕਿ ਅਕਾਲ ਪੁਰਖ ਨੂੰ ਗੁਰੂ ਪਿਆਰਾ ਲੱਗਿਆ। ਗੁਰੂ ਔਰ ਅਕਾਲ ਪੁਰਖ ਹੈ ਹੀ ਇੱਕ ਨੇ, ਗੁਰੂ ਰੱਬ ਦਾ ਰੂਪ ਹੈ, ਗੁਰ ਪਰਮੇਸ਼ਰ ਏਕੋ ਜਾਨ। ਹਰ ਭਾਇਆ ਸਤਿਗੁਰ ਬੋਲਿਆ, ਜਿਸ ਤਰ੍ਹਾਂ ਗੁਰੂ ਨੂੰ ਚੰਗਾ ਲੱਗਾ, ਰੱਬ ਪਿਆਰਾ ਲੱਗਾ, ਗੁਰੂ ਨੂੰ ਗੁਰੂ ਬੋਲਿਆ। ਹਰ ਮਿਲਿਆ ਪੁਰਖ ਸੁਜਾਨ ਜੀਓ, ਉਸ ਵੇਲੇ ਇੰਜ ਆਖਿਆ ਕਿ ਸਤਿਗੁਰ ਨੂੰ ਸੁਜਾਨ ਪੁਰਖ ਮਿਲ ਗਿਆ ਹੈ, ਯਾਨੀ ਗੁਰੂ ਨੂੰ ਰੱਬ ਦਾ ਮਿਲਾਪ ਹੋਇਆ ਹੈ। ਗੁਰੂ ਔਰ ਪਰਮੇਸ਼ਰ ਇੱਕ ਨੇ, ਜੋ ਵੀ ਗੁਰੂ ਨੇ ਬੋਲਿਆ ਹੈ ਉਹ ਰੱਬ ਦੀ ਰਜ਼ਾ ਮੁਤਾਬਕ ਬੋਲਿਆ। ਗੁਰੂ ਜੀ ਦਾ ਪਾਵਨ ਬਚਨ ਹੈ ਨਾ, ਹੋ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਉ ਦਿਓ, ਕਿ ਮੈਂ ਆਪ ਕੁਛ ਨਹੀਂ ਬੋਲਦਾ, ਜੋ ਵੀ ਮੈਂ ਬੋਲ ਰਿਹਾ ਉਹ ਰੱਬ ਦੀ ਰਜ਼ਾ ਹੈ, ਜੋ ਉਹ ਬੋਲ ਰਿਹਾ, ਯੂਨੀਵਰਸਲ ਟਰੁੱਥ ਕਹਿ ਰਿਹਾ। ਤਾਂ ਗੁਰੂ ਜੀ ਨੇ ਜਿਹੜੇ ਬਚਨ ਬੋਲੇ ਨੇ, ਜੋ ਵੀ ਗੁਰਬਾਣੀ ਦੇ ਵਿੱਚ ਕਿਹਾ ਹੈ, ਉਹ ਯੂਨੀਵਰਸਲ ਟਰੁੱਥ ਹੈ। ਇਹ ਪਾਵਨ ਬਾਣੀ ਪਹਿਲਾਂ ਵੀ ਸੱਚ ਸੀ, ਅੱਜ ਵੀ ਸੱਚ ਹੈ, ਆਉਣ ਵਾਲੇ ਸਮੇਂ ਵਿੱਚ ਵੀ ਸੱਚ ਹੋਵੇਗੀ। ਬਾਣੀ ਸਰਬਕਾਲੀ ਹੈ, ਬਾਣੀ ਸਰਬਦੇਸ਼ੀ ਹੈ, ਬਾਣੀ ਸਰਬ ਸਾਂਝੀ ਹੈ। ਅਗਲਾ ਬਚਨ ਕਰਦੇ ਨੇ, ਰਾਮਦਾਸ ਸੋਢੀ ਤਿਲਕ ਦੀਆ, ਗੁਰ ਸ਼ਬਦ ਸੱਚ ਨਿਸ਼ਾਨ ਦਿਓ। ਗੁਰਦੇਵ ਜੀ ਨੇ ਰਾਮਦਾਸ ਸੋਢੀ ਨੂੰ ਗੁਰੂ ਪਦਵੀ ਪ੍ਰਦਾਨ ਕੀਤੀ, ਜੋ ਕਿ ਸੱਚੇ ਸਵਾਮੀ ਦਾ ਸਰੂਪ ਹੋਣ ਦਾ ਚਿੰਨ੍ਹ ਹੈ। ਨਿਸ਼ਾਨ ਦਾ ਮਤਲਬ ਰਾਹਦਾਰੀ। ਤਾਂ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਨੂੰ ਤਿਲਕ ਦੀਆ ਦਾ ਮਤਲਬ ਗੁਰਿਆਈ ਗੱਦੀ ਦੀ ਜ਼ਿੰਮੇਵਾਰੀ ਸੌਂਪੀ। ਤਿਲਕ ਦੇਣ ਦਾ ਮਤਲਬ ਹੈ ਜ਼ਿੰਮੇਵਾਰੀ ਸੌਂਪਣਾ। ਤੇ ਨਾਲ ਕੀ ਦਿੱਤਾ, ਗੁਰ ਸ਼ਬਦ ਸੱਚ ਨਿਸ਼ਾਨ ਦਿਓ। ਗੁਰ ਸ਼ਬਦ ਜੋ ਸੱਚੀ ਰਾਹਦਾਰੀ ਹੈ, ਉਹ ਸ਼ਬਦ ਵੀ ਗੁਰੂ ਰਾਮਦਾਸ ਜੀ ਨੂੰ ਬਖਸ਼ਿਸ਼ ਕੀਤਾ। ਤਾਂ ਯਾਨੀ ਜੋ ਗੁਰਬਾਣੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਔਰ ਭਗਤ ਸਹਿਬਾਨ ਜੀ ਦੀ ਪਾਵਨ ਬਾਣੀ ਗੁਰੂ ਅਮਰਦਾਸ ਜੀ ਦੇ ਪਾਸ ਸੀ, ਉਹ ਪਾਵਨ ਬਾਣੀ ਵੀ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਨੂੰ ਉਸ ਵਕਤ ਬਖਸ਼ਿਸ਼ ਕਰ ਦਿੱਤੀ। ਗੁਰ ਸ਼ਬਦ ਦਾ ਨਿਸ਼ਾਨ ਰਾਹਦਾਰੀ। ਗੁਰ ਸ਼ਬਦ ਦਾ ਮਤਲਬ ਗੁਰੂ ਦਾ ਗਿਆਨ, ਗੁਰੂ ਦੀ ਵਿਚਾਰਧਾਰਾ, ਇੱਕ ਐਸੀ ਰਾਹਦਾਰੀ ਹੈ ਜੋ ਸਾਡੇ ਜੀਵਨ ਸਫਰ ਵਾਸਤੇ ਹੈ। ਤਾਂ ਇਸ ਦਾ ਜੋ ਮੀਨਿੰਗ ਆਪਣਾ ਭਾਈ ਸਾਹਿਬ ਸਿੰਘ ਜੀ ਕਰ ਰਹੇ ਨੇ ਕਿ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਗੁਰਿਆਈ ਦੀ ਜ਼ਿੰਮੇਵਾਰੀ ਬਖਸ਼ਿਸ਼ ਕੀਤੀ ਔਰ ਗੁਰੂ ਦਾ ਸ਼ਬਦ ਰੂਪ ਸੱਚੀ ਰਾਹਦਾਰੀ ਬਖਸ਼ਿਸ਼ ਕੀਤੀ। ਸਤਿਗੁਰ ਪੁਰਖ ਜੇ ਬੋਲਿਆ, ਗੁਰਸਿੱਖਾਂ ਮਨ ਲਈ ਰਜਾਏ ਜੀਓ। ਬਾਬਾ ਸੁੰਦਰ ਜੀ ਕਹਿੰਦੇ ਨੇ, ਜਦੋਂ ਗੁਰੂ ਅਮਰਦਾਸ ਜੀ ਨੇ ਬਚਨ ਕੀਤਾ ਤਾਂ ਉਹ ਜੋ ਗੁਰੂ ਅਮਰਦਾਸ ਜੀ ਨੇ ਬਚਨ ਬੋਲਿਆ ਸੀ, ਸਾਰੇ ਗੁਰਸਿੱਖਾਂ ਨੇ ਉਸ ਹੁਕਮ ਨੂੰ ਮੰਨਿਆ, ਉਸ ਹੁਕਮ ਨੂੰ ਪ੍ਰਵਾਨ ਕੀਤਾ ਤੇ ਨਾਲ ਗੁਰਿਆਈ ਦੀ ਜ਼ਿੰਮੇਵਾਰੀ ਗੁਰੂ ਰਾਮਦਾਸ ਜੀ ਨੂੰ ਬਖਸ਼ਿਸ਼ ਸੀ ਔਰ ਕਿਹਾ ਕਿ ਸਾਰੇ ਹੁਣ ਤੁਸੀਂ ਗੁਰੂ ਰਾਮਦਾਸ ਜੀ ਦੇ ਚਰਨੀ ਲੱਗਣਾ ਹੈ, ਇਹਨਾਂ ਦੇ ਹੁਕਮ ਵਿੱਚ ਤੁਰਨਾ ਹੈ। ਇਸ ਬਚਨ ਨੂੰ ਵੀ ਸਿੱਖ ਸੰਗਤਾਂ ਨੇ, ਪੁੱਤਰਾਂ ਭਰਾਵਾਂ ਨੇ ਮੰਨਿਆ। ਮੋਹਰੀ ਪੁੱਤ ਸਨਮੁਖ ਹੋਇਆ, ਰਾਮਦਾਸੈ ਪੈਰੀ ਪਾਏ ਜੀਓ। ਸਭ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਦੇ ਪੁੱਤਰ ਬਾਬਾ ਮੋਹਰੀ ਜੀ ਸੁਰਖਰੂ ਹੋਏ ਔਰ ਗੁਰੂ ਰਾਮਦਾਸ ਜੀ ਦੇ ਪਾਵਨ ਚਰਨਾਂ ਵਿੱਚ ਮੱਥਾ ਟੇਕ ਦਿੱਤਾ। ਸਨਮੁਖ ਹੋਣ ਦਾ ਮਤਲਬ ਸੁਰਖਰੂ ਹੋ ਜਾਣਾ। ਗੁਰੂ ਤੋਂ ਸੁਰਖਰੂ ਹੋ ਗਏ, ਬੜੇ ਪਿਆਰ ਦੇ ਨਾਲ, ਅਦਬ ਦੇ ਨਾਲ ਧੰਨ ਗੁਰੂ ਰਾਮਦਾਸ ਜੀ ਦੇ ਪਾਵਨ ਚਰਨਾਂ ਦੇ ਅੰਦਰ ਬਾਬਾ ਮੋਹਰੀ ਜੀ ਨੇ ਮੱਥਾ ਟੇਕ ਦਿੱਤਾ।
ਸਭ ਪਵੈ ਪੈਰੀ ਸਤਿਗੁਰੂ ਪੀਰੀ, ਜਿੱਥੇ ਗੁਰੂ ਆਪ ਰੱਖਿਆ। ਜਿੱਥੇ ਗੁਰੂ ਨੇ ਆਪਣਾ ਆਪਾ ਰੱਖਿਆ ਸੀ, ਯਾਨੀ ਜਿੱਥੇ ਜ਼ਿੰਮੇਵਾਰੀ ਸੌਂਪੀ ਸੀ, ਸਾਰੇ ਹੀ ਗੁਰੂ ਰਾਮਦਾਸ ਜੀ ਦੀ ਚਰਨੀ ਲੱਗਦੇ ਹਨ, ਸਾਰੇ ਹੀ ਗੁਰੂ ਰਾਮਦਾਸ ਜੀ ਦੀ ਪੈਰੀ ਪੈਂਦੇ ਹਨ। ਗੁਰੂ ਰਾਮਦਾਸ ਜੀ ਵਿੱਚ ਗੁਰੂ ਅਮਰਦਾਸ ਜੀ ਨੇ ਆਪਣਾ ਆਪਾ ਟਿਕਾਇਆ ਸੀ, ਆਪਣੀ ਜੋਤ, ਆਪਣੀ ਗਿਆਨ, ਆਪਣੀ ਵਿਚਾਰਧਾਰਾ ਗੁਰੂ ਰਾਮਦਾਸ ਜੀ ਦੇ ਵਿੱਚ ਜ਼ਿੰਮੇਵਾਰੀ ਗੁਰੂ ਰਾਮਦਾਸ ਜੀ ਨੂੰ ਸੌਂਪੀ ਹੈ, ਤਾਂ ਸਾਰੀ ਲੁਕਾਈ ਗੁਰੂ ਰਾਮਦਾਸ ਜੀ ਦੇ ਪੈਰੀ ਪੈ ਗਈ। ਕੋਈ ਕਰ ਵਖੀਲੀ ਨਿਵੇਂ ਨਾਹੀਂ, ਫਿਰ ਸਤਿਗੁਰੂ ਆਣ ਨਿਵਾਇਆ। ਆਣ ਦਾ ਮਤਲਬ ਲਿਆ ਕੇ। ਜੇ ਕੋਈ ਈਰਖਾ ਕਰਕੇ ਨਹੀਂ ਨਿਵਿਆ, ਮੰਨ ਲਓ ਸਪੋਜ਼ ਕਿ ਜੇ ਕੋਈ ਈਰਖਾ ਕਰਕੇ ਨਹੀਂ ਨਿਵਿਆ, ਤਾਂ ਧੰਨ ਗੁਰੂ ਅਮਰਦਾਸ ਜੀ ਨੇ ਉਹਨੂੰ ਲਿਆ ਕੇ ਗੁਰੂ ਰਾਮਦਾਸ ਜੀ ਦੀ ਪੈਰੀ ਪਾ ਦਿੱਤਾ। ਹਰ ਗੁਰਹਿ ਭਾਣਾ ਦੀ ਵਡਿਆਈ ਤੁਰ ਲਿਖਿਆ, ਲੇਖ ਰਜਾਏ ਜੀ। ਹਰ ਗੁਰਹਿ ਭਾਣਾ ਗੁਰੂ ਅਮਰਦਾਸ ਜੀ ਨੂੰ ਚੰਗਾ ਲੱਗਾ। ਦੀ ਦਾ ਮਤਲਬ ਦਿੱਤੀ ਗੁਰੂ ਰਾਮਦਾਸ ਜੀ ਨੂੰ, ਲਿਖਿਆ ਲੇਖ ਰਜਾਏ ਜੀਓ ਦਾ ਮਤਲਬ ਅਕਾਲ ਪੁਰਖ ਦਾ ਹੁਕਮ। ਜੈਸਾ ਅਕਾਲ ਪੁਰਖ ਦਾ ਹੁਕਮ ਸੀ, ਤਾਂ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਇਹ ਗੁਰਿਆਈ ਗੱਦੀ ਸੌਂਪ ਦਿੱਤੀ, ਇਹ ਜ਼ਿੰਮੇਵਾਰੀ ਸੌਂਪ ਦਿੱਤੀ। ਲਿਖਿਆ ਲੇਖ ਦਾ ਮਤਲਬ ਕੀ ਹੈ? ਦੇਖੋ, ਇਹ ਚੀਜ਼ ਨੂੰ ਅਸੀਂ ਜਦੋਂ ਵੀ ਅਰਥ ਕਰਨਾ ਹੈ ਤਾਂ ਰਿਲੇਟ ਕਰਨਾ ਹੈ। ਜਿਵੇਂ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ ਹੁਕਮ, ਰੱਬ ਦਾ ਇੱਕ ਅਟਲ ਨਿਯਮ। ਤੇ ਇਹ ਅਟਲ ਨਿਯਮ ਕਿਹੜਾ ਹੈ? ਸੱਚ ਕਿਹੜਾ ਹੈ? ਤਖਤ ਰਾਜਾ ਸੋ ਬਹਿ, ਜੇ ਤਖਤੇ ਲਾਇਕ ਹੋ। ਤਖਤ ਤੇ ਉਹ ਇਨਸਾਨ ਬਹਿਣਾ ਚਾਹੀਦਾ ਜਿਹੜਾ ਲਾਇਕ ਹੋਵੇ। ਇਹ ਨਿਯਮ ਹੈ, ਇਹ ਸੱਚ ਹੈ, ਇੱਕ ਸਚਾਈ ਹੈ। ਜੋ ਲਾਇਕ ਨਹੀਂ, ਉਹ ਕਿਸੇ ਵੀ ਤਖਤ ਤੇ ਜਦੋਂ ਬੈਠੇਗਾ ਤਾਂ ਉਹ ਦੁਖਾਂਤ ਵਾਪਰੇਗਾ। ਰਾਜਨੀਤੀ ਦੇ ਤਖਤ ਤੇ ਜੇ ਕੋਈ ਗਲਤ ਬੰਦੇ ਨੂੰ ਬਿਠਾ ਦਿਓਗੇ ਜੋ ਯੋਗ ਨਹੀਂ ਹਨ, ਤਾਂ ਉਹ ਪੂਰੇ ਦੇਸ਼ ਦੀ ਜਨਤਾ ਨੂੰ ਬਰਬਾਦ ਕਰ ਦੇਵੇਗਾ, ਆਰਥਿਕਤਾ ਬਹੁਤ ਨੀਵੀਂ ਦੇਖ ਦੇਵੇਗਾ, ਰੋਜ਼ਗਾਰ ਖਤਮ ਹੋ ਜਾਣਗੇ, ਲੋਕਾਂ ਦੇ ਅੰਦਰ ਲੜਾਈ ਦੰਗੇ ਪੈਦਾ ਹੋਣਗੇ, ਰਿਸ਼ਵਤਖੋਰੀ, ਚੋਰ ਬਜ਼ਾਰੀ ਸ਼ੁਰੂ ਹੋ ਜਾਏਗੀ, ਮਹਿੰਗਾਈ ਵੱਧ ਜਾਏਗੀ, ਕਰਪਸ਼ਨ ਵੱਧ ਜਾਏਗਾ। ਇਸ ਲਈ ਰਾਜ ਸਿੰਘਾਸਨ ਤੇ ਜੇ ਬੰਦਾ ਬਿਠਾਣਾ ਹੈ ਤਾਂ ਲਾਇਕ ਬਿਠਾਣਾ ਹੈ। ਸਾਡੇ ਲੋਕਾਂ ਨੂੰ ਚੋਣ ਕਰਨ ਦੀ ਜਾਚ ਨਹੀਂ ਆਈ। ਬੇਸ਼ੱਕ ਮੈਂ ਟੌਪਿਕ ਤੋਂ ਥੋੜਾ ਜਿਹਾ ਲਾਂਭੇ ਜਾ ਰਿਹਾ ਹਾਂ। ਦੋ ਬੋਤਲਾਂ ਸ਼ਰਾਬ ਦੀਆਂ ਲੈ ਕੇ ਜਦੋਂ ਵੋਟਾਂ ਦਿਓਗੇ ਤਾਂ ਉੱਥੇ ਰਾਜਨੀਤਿਕ ਕਿਹੜੇ ਬੈਠਣਗੇ? ਕਿਹੋ ਜਿਹੇ ਬੈਠਣਗੇ? ਇਸ ਲਈ ਯੋਗ ਰਾਜਨੀਤਿਕ ਹੋਣਾ ਚਾਹੀਦਾ ਹੈ। ਪਾਰਟੀਬਾਜ਼ੀ ਤੋਂ ਉਤਾਂ ਉੱਠ ਕੇ ਜਦੋਂ ਵੀ ਆਪਣੀ ਵੋਟ ਪਾਓ ਤਾਂ ਉਸ ਬੰਦੇ ਨੂੰ ਪਾਓ ਜੋ ਲਾਇਕ ਹੈ, ਜਿਹਦੇ ਅੰਦਰ ਗੁਣ ਹੈ, ਜੋ ਪੜ੍ਹਿਆ ਲਿਖਿਆ ਹੈ, ਇਮਾਨਦਾਰ ਹੈ, ਜੋ ਉਸ ਇਲਾਕੇ ਦੀ ਤਰੱਕੀ ਕਰ ਸਕਦਾ ਹੈ, ਉਹਨੂੰ। ਤੇ ਜੇ ਕਿਸੇ ਇਤਿਹਾਸਕਾਰ ਨੂੰ ਤੁਸੀਂ ਫਾਈਨੈਂਸ ਦਾ ਬਣਾ ਦਿਓਗੇ ਮੰਤਰੀ, ਤਾਂ ਉਹ ਫਿਰ ਕੀ ਕਰੇਗਾ? ਇਸ ਲਈ ਧਰਮ ਦੀ ਦੁਨੀਆ ਵਿੱਚ ਲਾਇਕ ਬੰਦਾ ਅੱਗੇ ਹੋਣਾ ਚਾਹੀਦਾ ਹੈ। ਪਰਿਵਾਰ ਦੇ ਅੰਦਰ ਜੇ ਕਿਸੇ ਨਲਾਇਕ ਬੰਦੇ ਦੇ ਹੱਥ ਵਿੱਚ ਅਗਵਾਈ ਆ ਜਾਏ ਤੇ ਜਾਇਦਾਦਾਂ ਖਤਮ ਕਰ ਦਿੰਦੇ ਨੇ, ਕੌਮਾਂ ਨੂੰ ਲੀਡਰ ਖਤਮ ਕਰ ਦਿੰਦੇ ਨੇ। ਇਸ ਲਈ ਇਹ ਇੱਕ ਨਿਯਮ ਹੈ, ਅਟਲ ਸੱਚਾਈ ਹੈ ਕਿ ਤਖਤ ਦੇ ਉੱਤੇ ਲਾਇਕ ਬੰਦਾ ਬਹਿਣਾ ਚਾਹੀਦਾ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਗੁਰੂ ਅੰਗਦ ਪਾਤਸ਼ਾਹ ਜੀ ਨੂੰ ਗੁਰਿਆਈ ਗੱਦੀ ਬਖਸ਼ਿਸ਼ ਕੀਤੀ ਹੈ, ਕਿਉਂਕਿ ਉਹ ਚੋਣ ਦੇ ਅੰਦਰ ਪੂਰੇ ਉਤਰ ਰਹੇ ਨੇ। ਤਾਂ ਗੁਰੂ ਅਮਰਦਾਸ ਜੀ ਮਹਾਰਾਜ ਨੇ ਇਹ ਧੁਰ ਤੋਂ ਲਿਖਿਆ ਹੋਇਆ ਜੋ ਲੇਖ ਨਿਯਮ ਸੀ, ਸੱਚ ਸੀ, ਉਸ ਸੱਚ ਨੂੰ ਉਸੇ ਤਰ੍ਹਾਂ ਲਾਗੂ ਕੀਤਾ ਤੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੂੰ ਗੁਰਿਆਈ ਗੱਦੀ ਬਖਸ਼ਿਸ਼ ਕੀਤੀ। ਰੱਬ ਦਾ ਹੁਕਮ, ਰੱਬ ਦੀ ਰਜ਼ਾ ਪਾਣਾ ਐਸਾ ਹੀ ਹੈ ਕਿ ਤਖਤ ਦੇ ਉੱਤੇ ਲਾਇਕ ਹੀ ਬਹਿਣਾ ਚਾਹੀਦਾ ਹੈ। ਕਹਿ ਸੁੰਦਰ ਸੁਣੋ ਸੰਤੋ, ਸਭ ਜਗਤ ਪੈਰੀ ਪਾਈ ਦਿਓ। ਬਾਬਾ ਸੁੰਦਰ ਜੀ ਕਹਿੰਦੇ ਹਨ ਕਿ ਹੇ ਸੰਤ ਜਨੋ, ਗੁਰਮੁਖ ਪਿਆਰਿਓ, ਜਗਤ ਦੇ ਲੋਕੋ, ਸਰਵਣ ਕਰੋ। ਸਾਰਾ ਜਗਤ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨੀ ਲੱਗਦਾ ਹੈ। ਇਹ ਸੀ ਅੱਜ ਦੀ ਜੋ ਵਿਆਖਿਆ ਹੈ। ਬਾਕੀ ਦਾ ਜੋ ਪਾਰਟ ਰਹਿੰਦਾ ਸੀ ਰਾਮਕਲੀ ਸਾਧ ਦਾ। ਹੁਣ ਮੈਂ ਇਹਦੇ ਨਾਲ ਰਿਲੇਟਿਡ ਜਿਹੜੀ ਮ੍ਰਿਤਕ ਸੰਸਕਾਰ ਹੈ, ਰਹਿਤ ਮਰਿਆਦਾ ਦੇ ਅੰਦਰ ਜੋ ਅੰਕਿਤ ਹੈ, ਮੈਂ ਉਹ ਆਪ ਨੂੰ ਪੜ੍ਹ ਕੇ ਸੁਣਾ ਰਿਹਾ ਹਾਂ। ਜੋ ਅਕਾਲ ਤਖਤ ਦੀ ਰਹਿਤ ਮਰਿਆਦਾ ਦੇ ਅੰਦਰ ਲਿਖਿਆ ਗਿਆ ਹੈ, ਮ੍ਰਿਤਕ ਸੰਸਕਾਰ। ਰਹਿਤ ਮਰਿਆਦਾ ਦੇ ਪੰਨਾ ਨੰਬਰ 25 ਤੇ 3 ਅੰਕ ਪਾ ਕੇ ਅੱਗੇ ਲਿਖਿਆ ਹੈ ਮ੍ਰਿਤਕ ਸੰਸਕਾਰ। ਤੇ ਇਹਦੇ ਵਿੱਚ ਊੜਾ ਲਿਖ ਕੇ ਲਿਖਿਆ ਜਾ ਰਿਹਾ ਹੈ, ਪ੍ਰਾਣੀ ਨੂੰ ਮਰਨ ਵੇਲੇ ਜੇ ਮੰਜੇ ਤੇ ਹੋਵੇ ਤਾਂ ਹੇਠ ਨਹੀਂ ਉਤਾਰਨਾ।
ਦੀਵਾ ਵੱਟੀ ਗਊ ਮਨਸਾਉਣਾ ਜਾਂ ਹੋਰ ਕੋਈ ਮਨਮਤ ਸੰਸਕਾਰ ਨਹੀਂ ਕਰਨਾ। ਕੇਵਲ ਗੁਰਬਾਣੀ ਦਾ ਪਾਠ ਕਰਨਾ ਜਾਂ ਵਾਹਿਗੁਰੂ ਵਾਹਿਗੁਰੂ ਜਪਣਾ। ਕਿਉਂਕਿ ਕਈ ਲੋਕ ਮ੍ਰਿਤਕ ਪ੍ਰਾਣੀ ਨੂੰ ਜਦੋਂ ਮੌਤ ਹੋਣ ਲੱਗਦੀ ਹੈ ਤਾਂ ਦੱਬ ਵਗੈਰਾ ਵਿਛਾ ਕੇ ਮੰਜੇ ਤੋਂ ਥੱਲੇ ਉਤਾਰ ਲੈਂਦੇ ਨੇ ਤੇ ਗਊ ਮਨਸਾਉਂਦੇ ਨੇ, ਕਣਕ ਮਨਸਾਉਂਦੇ ਨੇ ਤੇ ਉਹ ਫਿਰ ਅੱਗੇ ਪੁਜਾਰੀ ਨੂੰ ਦਾਨ ਕਰ ਦਿੱਤੀ ਜਾਂਦੀ ਹੈ। ਮ੍ਰਿਤਕ ਸੰਸਕਾਰ ਦੇ ਸਿਰਲੇਖ ਹੇਠ ਅਕਾਲ ਤਖਤ ਤੋਂ ਪ੍ਰਵਾਨਿਤ ਮਰਿਆਦਾ ਵਿੱਚ ਲਿਖਿਆ ਜਾ ਰਿਹਾ ਹੈ ਕਿ ਐਸੇ ਕਰਮ ਨਹੀਂ ਕਰਨੇ। ਐੜਾ ਦੇ ਅੱਗੇ ਲਿਖ ਰਹੇ ਨੇ, ਪ੍ਰਾਣੀ ਦੇ ਦੇਹ ਤਿਆਗਣ ਤੇ ਢਾਹ ਨਹੀਂ ਮਾਰਨੀ। ਜਿਵੇਂ ਅਸੀਂ ਕੱਲ ਵਿਚਾਰ ਕੀਤੀ ਸੀ ਕਿ ਢਾਹ ਮਾਰੀ ਜਾਂਦੀ ਹੈ ਘੜਾ ਭੰਨ ਕੇ, ਜਾਂ ਜਦੋਂ ਵੀ ਕੋਈ ਗੁਜ਼ਰਦਾ ਹੈ ਤਾਂ ਬਹੁਤ ਸਾਰੀ ਉੱਚੀ ਢਾਹ ਮਾਰਦੇ ਨੇ। ਢਾਹ ਨਹੀਂ ਮਾਰਨੀ, ਪਿੱਟਣਾ ਨਹੀਂ, ਸਿਆਪਾ ਨਹੀਂ ਕਰਨਾ। ਮਨ ਨੂੰ ਵਾਹਿਗੁਰੂ ਦੀ ਰਜ਼ਾ ਵਿੱਚ ਲਿਆਉਣ ਲਈ ਗੁਰਬਾਣੀ ਦਾ ਪਾਠ ਕਰਨਾ ਜਾਂ ਵਾਹਿਗੁਰੂ ਦਾ ਜਾਪ ਕਰਨਾ ਚਾਹੀਦਾ ਹੈ। ਜਦੋਂ ਅਸੀਂ ਗੁਰਬਾਣੀ ਦਾ ਪਾਠ ਕਰਾਂਗੇ, ਮ੍ਰਿਤਕ ਦੇਹ ਦੇ ਕੋਲ ਜਿਹੜੇ ਵੀਰ ਭੈਣਾਂ ਅਫਸੋਸ ਕਰਨ ਆਉਂਦੇ ਹਨ, ਜੇ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਕਰਾਂਗੇ ਤਾਂ ਉਹਦੇ ਨਾਲ ਅਸੀਂ ਰੱਬੀ ਰਜ਼ਾ ਦੇ ਵਿੱਚ ਆਵਾਂਗੇ, ਸਾਨੂੰ ਸਮਝ ਆਏਗੀ ਜ਼ਿੰਦਗੀ ਦੀ, ਔਰ ਅਸੀਂ ਪ੍ਰਭੂ ਦੇ ਭਾਣੇ ਨੂੰ ਪ੍ਰਵਾਨ ਕਰਾਂਗੇ, ਔਰ ਸਾਡੀ ਜੋ ਐਨਰਜੀ ਹੈ ਉਹ ਪੋਜ਼ਿਟਿਵ ਖਰਚ ਹੋਏਗੀ। ਪ੍ਰਾਣੀ ਭਾਵੇਂ ਛੋਟੀ ਤੋਂ ਛੋਟੀ ਉਮਰ ਦਾ ਵੀ ਹੋਏ, ਉਹਦਾ ਸੰਸਕਾਰ ਕਰਨਾ ਚਾਹੀਦਾ ਹੈ। ਕਈ ਵਾਰ ਐਸਾ ਹੁੰਦਾ ਹੈ ਕਿ ਛੋਟੇ ਬੱਚੇ ਨੂੰ ਦੱਬ ਦਿੱਤਾ ਜਾਂਦਾ ਹੈ, ਤਾਂ ਪ੍ਰਾਣੀ ਭਾਵੇਂ ਛੋਟੀ ਉਮਰ ਦਾ ਹੋਵੇ ਜਾਂ ਵੱਡੀ ਉਮਰ ਦਾ ਹੋਵੇ, ਸੰਸਕਾਰਨਾ ਚਾਹੀਦਾ ਹੈ। ਪਰ ਜਿੱਥੇ ਸੰਸਕਾਰ ਕਰਨ ਦਾ ਇੰਤਜ਼ਾਮ ਨਾ ਹੋ ਸਕੇ, ਮੰਨ ਲਓ ਕਈ ਥਾਵਾਂ ਤੇ ਹੁਣ ਐਸੀ ਜਗ੍ਹਾ ਤੇ ਮੌਤ ਹੋ ਗਈ ਜਿੱਥੇ ਸੰਸਕਾਰ ਕਰਨ ਦਾ ਪ੍ਰਬੰਧ ਹੀ ਨਹੀਂ ਹੈ, ਨਾ ਉੱਥੇ ਲੱਕੜ ਬਾਲਣ ਹੈ, ਜਾਂ ਮਤਲਬ ਕੋਈ ਇਲੈਕਟ੍ਰੋਨਿਕ ਭੱਠੀ ਨਹੀਂ ਹੈ, ਜਾਂ ਪ੍ਰਬੰਧ ਨਹੀਂ ਹੋ ਸਕਦਾ ਦੇਹ ਦਾ ਅੰਤਮ ਸੰਸਕਾਰ ਕਰਨ ਦਾ, ਤਾਂ ਈੜੀ ਉਥ ਦੇ ਸਾਹਮਣੇ ਲਿਖਿਆ ਜਾ ਰਿਹਾ ਹੈ ਕਿ ਪ੍ਰਾਣੀ ਭਾਵੇਂ ਛੋਟੀ ਤੋਂ ਛੋਟੀ ਉਮਰ ਦਾ ਹੋਵੇ, ਸੋਪੀ ਸੰਸਕਾਰਨਾ ਚਾਹੀਏ। ਜਿੱਥੇ ਸੰਸਕਾਰ ਦਾ ਪ੍ਰਬੰਧ ਨਾ ਹੋ ਸਕੇ, ਉੱਥੇ ਜਲ ਪ੍ਰਵਾਹ ਜਾਂ ਹੋਰ ਤਰੀਕਾ ਵਰਤਣ ਤੋਂ ਸ਼ੰਕਾ ਨਹੀਂ ਕਰਨੀ। ਯਾਨੀ ਮ੍ਰਿਤਕ ਦੇਹ ਨੂੰ ਸੰਭਾਲਣ ਲਈ ਚਾਹੇ ਜਲ ਪ੍ਰਵਾਹ ਕਰ ਦਿਓ ਜਾਂ ਦਬਾ ਦਿਓ, ਜਾਂ ਕੋਈ ਵੀ ਜਿਹੜਾ ਤਰੀਕਾ ਵਰਤਣਾ ਚਾਹੁੰਦੇ ਹੋ, ਉਹਦੇ ਤੇ ਸ਼ੰਕਾ ਨਹੀਂ ਕਰਨਾ। ਅਗਲਾ ਬਚਨ ਹੈ ਕਿ ਸੰਸਕਾਰਨ ਲਈ ਦਿਨ ਜਾਂ ਰਾਤ ਦਾ ਭਰਮ ਨਹੀਂ ਕਰਨਾ ਚਾਹੀਦਾ। ਕਈ ਵਾਰ ਐਸਾ ਹੁੰਦਾ ਹੈ ਕਿ ਰਾਤ ਪੈ ਗਈ ਹੈ, ਹਨੇਰਾ ਹੋ ਰਿਹਾ ਹੈ, ਤਾਂ ਹੁਣ ਸੰਸਕਾਰ ਨਹੀਂ ਕਰਨਾ, ਤੇ ਜੇ ਰਾਤ ਨੂੰ ਸੰਸਕਾਰ ਕਰਾਂਗੇ ਤਾਂ ਪ੍ਰਾਣੀ ਨੂੰ ਤਕਲੀਫ ਹੋਏਗੀ। ਐਸਾ ਕੋਈ ਭਰਮ ਨਹੀਂ ਕਰਨਾ ਚਾਹੀਦਾ। ਜਦੋਂ ਵੀ ਸਮਾਂ ਹੋਵੇ ਉਹ ਸੰਸਕਾਰ ਕੀਤਾ ਜਾ ਸਕਦਾ ਹੈ। ਅੱਗੇ ਰਹਿਤ ਮਰਿਆਦਾ ਵਿੱਚ ਲਿਖ ਰਹੇ ਨੇ ਕਿ ਮ੍ਰਿਤਕ ਸਰੀਰ ਨੂੰ, ਕਿਉਂਕਿ ਮੈਂ ਆਪ ਨੂੰ ਇਹ ਰਹਿਤ ਮਰਿਆਦਾ ਪੜ੍ਹ ਕੇ ਸੁਣਾ ਰਿਹਾ ਹਾਂ, ਮ੍ਰਿਤਕ ਸਰੀਰ ਨੂੰ ਇਸ਼ਨਾਨ ਕਰਾ ਕੇ ਸਵੱਛ ਬਸਤਰ ਪਾਏ ਜਾਣ ਤੇ ਕਕਾਰ ਜੁਦਾ ਨਾ ਕੀਤੇ ਜਾਣ, ਜੇ ਕੋਈ ਅੰਮ੍ਰਿਤਧਾਰੀ ਹੈ। ਫਿਰ ਤਖਤੇ ਉੱਤੇ ਪਾ ਕੇ ਚਲਾਣੇ ਦਾ ਅਰਦਾਸਾ ਸੋਧਿਆ ਜਾਵੇ। ਫਿਰ ਅਰਥੀ ਨੂੰ ਚੁੱਕ ਕੇ ਸ਼ਮਸ਼ਾਨ ਭੂਮੀ ਵੱਲ ਲਿਜਾਇਆ ਜਾਵੇ। ਨਾਲ ਵੈਰਾਗਮਈ ਸ਼ਬਦਾਂ ਦਾ ਉਚਾਰਨ ਕੀਤਾ ਜਾਵੇ। ਸੰਸਕਾਰ ਦੀ ਥਾਂ ਤੇ ਪਹੁੰਚ ਕੇ ਚਿਖਾ ਰਚੀ ਜਾਵੇ। ਫਿਰ ਸਰੀਰ ਨੂੰ ਅਗਨੀ ਭੇਟਾ ਕਰਨ ਲਈ ਅਰਦਾਸਾ ਸੋਧਿਆ ਜਾਵੇ। ਫਿਰ ਪ੍ਰਾਣੀ ਨੂੰ ਅੰਗੀਠੇ ਉੱਤੇ ਰੱਖ ਕੇ ਪੁੱਤਰ ਜਾਂ ਕੋਈ ਹੋਰ ਸੰਬੰਧੀ ਕੋਈ ਵੀ ਜਾਂ ਹਿਤੂ ਆਦਿ ਅਗਨੀ ਲਗਾ ਦੇਵੇ। ਸੰਗਤ ਕੁਛ ਵਿੱਚ ਤੇ ਬੈਠ ਕੇ ਕੀਰਤਨ ਕਰੇ ਜਾਂ ਵੈਰਾਗਮਈ ਸ਼ਬਦ ਪੜੇ। ਜਦ ਅੰਗੀਠਾ ਪੂਰੀ ਤਰ੍ਹਾਂ ਬਲ ਉੱਠੇ ਤਾਂ ਫਿਰ ਕਪਾਲ ਕਿਰਿਆ ਵਗੈਰਾ ਨਹੀਂ ਕਰਨੀ, ਸਗੋਂ ਸੋਹਿਲੇ ਦਾ ਪਾਠ ਕਰਕੇ ਅਰਦਾਸਾ ਸੋਧ ਕੇ ਸੰਗਤ ਮੁੜਾਵੇ। ਘਰ ਆ ਕੇ ਜਾਂ ਲਾਗੇ ਦੇ ਗੁਰਦੁਆਰੇ ਵਿੱਚ, ਜੇ ਘਰ ਜਗ੍ਹਾ ਨਹੀਂ, ਘਰ ਆ ਕੇ ਜਾਂ ਲਾਗੇ ਦੇ ਗੁਰਦੁਆਰੇ ਵਿੱਚ ਪ੍ਰਾਣੀ ਨਿਮਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਰੱਖਿਆ ਜਾਵੇ। ਆਨੰਦ ਸਾਹਿਬ 6 ਪੌੜੀਆਂ ਦਾ ਪਾਠ ਕਰਕੇ ਅਰਦਾਸਾ 10ਵੇਂ ਦਿਨ ਹੋਵੇ। ਜੇ 10ਵੇਂ ਦਿਨ ਨਾ ਹੋ ਸਕੇ ਤਾਂ ਹੋਰ ਕੋਈ ਦਿਨ ਸੰਬੰਧੀਆਂ ਦੀ ਸੋਖ ਨੂੰ ਮੁੱਖ ਰੱਖ ਕੇ ਨਿਯਤ ਕੀਤਾ ਜਾਏ। ਇਸ ਪਾਠ ਦੇ ਕਰਨ ਵਿੱਚ ਘਰ ਵਾਲੇ ਤੇ ਸੰਬੰਧੀ ਰਲ ਕੇ ਹਿੱਸਾ ਲੈਣ। ਜੇ ਹੋ ਸਕੇ ਤਾਂ ਹਰ ਰੋਜ਼ ਰਾਤ ਨੂੰ ਕੀਰਤਨ ਵੀ ਹੋਵੇ। ਦੁਸਹਿਰੇ ਦੇ ਪਿੱਛੋਂ ਯਾਨੀ 10ਵੇਂ ਦਿਨ ਤੋਂ ਪਿੱਛੋਂ ਚਲਾਣੇ ਦੀ ਕੋਈ ਰਸਮ ਬਾਕੀ ਨਹੀਂ ਰਹਿੰਦੀ। ਕੋਈ ਵੀ ਰਸਮ ਜਦੋਂ 10ਵੇਂ 11ਵੇਂ 12ਵੇਂ ਦਿਨ ਜਾਂ 7ਵੇਂ 8ਵੇਂ 5ਵੇਂ ਦਿਨ ਜਦੋਂ ਵੀ ਸਹੂਲਤ ਹੋਵੇ, ਤਾਂ ਉਸ ਭੋਗ ਤੋਂ ਬਾਅਦ ਕੋਈ ਵੀ ਰਸਮ ਸਿੱਖ ਦੀ ਬਾਕੀ ਨਹੀਂ ਰਹਿ ਜਾਂਦੀ। ਕਿਰਵਰੀਣਾ ਕਰਾਉਣਾ ਹੈ, ਜਾਂ ਅਸਾਂ ਬਰਸੀ ਕਰਨੀ ਹੈ,
ਜਾਂ ਅਸੀਂ ਦੇਖਦੇ ਹਾਂ ਕਿ ਪਿੰਡਾਂ ਵਿੱਚ ਖਾਸ ਕਰਕੇ ਇਧਰ ਦਾ ਪਤਾ ਨਹੀਂ, ਪਰ ਮੂਲਵੀ ਮਕਾਨ ਪਹਿਲੋਂ ਜਾਂਦੀ ਸੀ ਕਿ ਅੱਜ ਭੋਗ ਪਿਆ ਹੈ ਤਾਂ ਅਗਲੇ ਦਿਨ ਜਾਂ ਦੂਜੇ ਦਿਨ ਜਿਸ ਪਰਿਵਾਰ ਵਿੱਚ ਉਹ ਬੰਦਾ ਵਿਆਹਿਆ ਹੁੰਦਾ ਹੈ, ਬੀਬੀ ਹੁੰਦੀ ਹੈ, ਤਾਂ ਉਹਨਾਂ ਦੇ ਘਰ ਮਕਾਨ ਲੈ ਕੇ ਜਾਂਦੇ ਨੇ, ਜਿਹਨੂੰ ਕਹਿੰਦੇ ਨੇ ਮੂਲਵੀ ਮਕਾਨ। ਪਰ ਲੋਕਾਂ ਨੇ ਫਿਰ ਇਸ ਸਹੂਲਤ ਨੂੰ ਮੁੱਖ ਰੱਖਦਿਆਂ ਕਿ ਤਕਲੀਫ ਨਾ ਹੋਵੇ, ਤਾਂ ਕਈ ਵਾਰ ਉੱਥੇ ਹੀ ਗੁਰਦੁਆਰਾ ਸਾਹਿਬ ਚਾਹ ਬਣਾ ਕੇ ਤੇ ਮੂਲਵੀ ਮਕਾਨ ਵਾਸਤੇ ਕੁਝ ਬਿਸਕਿਟ ਵਗੈਰਾ ਮੰਗਾ ਕੇ ਉੱਥੇ ਚਾਹ ਪਿਆ ਦਿੱਤੀ ਜਾਂਦੀ ਹੈ। ਲੇਕਿਨ ਇਹਦਾ ਗੁਰਮਤ ਦੇ ਨਾਲ ਕੋਈ ਸੰਬੰਧ ਨਹੀਂ ਹੈ, ਇਹ ਕੋਈ ਗੁਰਮਤ ਵਾਲੀ ਕਿਰਿਆਕਰਮ ਨਹੀਂ, ਇਸ ਲਈ ਇਹ ਮੂਲਵੀ ਮਕਾਨ ਵਾਲੀ ਰਸਮ ਵਾਧੂ ਹੈ। ਸਰਾਧ ਕਰਨਾ ਜਾਂ ਹੋਰ ਕਰਨਾ, ਇਹ ਸਾਰੇ ਬੇਕਾਰ ਔਰ ਵਿਅਰਥ ਹੋ ਜਾਂਦੇ ਨੇ। ਕੋਈ ਵੀ ਰਸਮ ਸਿੱਖ ਦੀ ਬਾਕੀ ਨਹੀਂ ਬਚਦੀ। ਪ੍ਰਾਣੀ ਦਾ ਅੰਗੀਠਾ ਠੰਡਾ ਹੋਣ ਤੇ ਸਾਰੀ ਦੇਹ ਦੀ ਪਸੰਦ ਅਸਥੀਆਂ ਸਮੇਤ ਉਠਾ ਕੇ ਜਲ ਵਿੱਚ ਪ੍ਰਵਾਹ ਕਰ ਦਿੱਤੀ ਜਾਵੇ, ਵੱਗ ਦੇ ਵਿੱਚ, ਜਾਂ ਉੱਥੇ ਦੱਬ ਕੇ ਜ਼ਮੀਨ ਬਰਾਬਰ ਕਰ ਦਿੱਤੀ ਜਾਵੇ। ਜ਼ਮੀਨ ਵਿੱਚ ਬਰਾਬਰ ਕਰ ਦੱਬ ਕੇ ਉੱਥੇ ਬਰਾਬਰ ਕਰ ਦਿਓ। ਉਹਦਾ ਰੀਜ਼ਨ ਇਹ ਹੈ ਕਿ ਉੱਥੇ ਹੋਰ ਵੀ ਲੋਕਾਂ ਦੇ ਅੰਤਮ ਸੰਸਕਾਰ ਹੋਣੇ ਨੇ, ਇਸ ਲਈ ਕੇਵਲ ਸਫਾਈ ਕਰਕੇ ਉਹ ਚੀਜ਼ ਨੂੰ ਸੰਭਾਲ ਦੇਣਾ ਹੈ। ਸੰਸਕਾਰ ਅਸਥਾਨ ਤੇ ਮ੍ਰਿਤਕ ਪ੍ਰਾਣੀ ਦੀ ਯਾਦਗਾਰ ਬਣਾਉਣੀ ਮਨਾ ਹੈ, ਯਾਨੀ ਕੋਈ ਉਹਦਾ, ਕਈ ਲੋਕ ਨੇ ਯਾਦਗਾਰ ਬਣਾ ਦਿੰਦੇ ਨੇ, ਫਿਰ ਉੱਥੇ ਦੀਵੇ ਜਗਦੇ ਨੇ, ਤਾਂ ਕਿਸੇ ਦੀ ਯਾਦਗਾਰ ਮ੍ਰਿਤਕ ਅਸਥਾਨ ਤੇ ਨਹੀਂ ਬਣਾਉਣੀ ਚਾਹੀਦੀ। ਇਸ ਤੋਂ ਅੱਗੇ ਰਹਿਤ ਮਰਿਆਦਾ ਵਿੱਚ ਲਿਖਿਆ ਹੈ ਕਿ ਅੱਧ ਮਾਰਗ, ਸਿਆਪਾ, ਫੂੜੀ, ਦੀਵਾ, ਪਿੰਡ, ਕਿਰਿਆ, ਸਰਾਧ, ਬੁੱਢਾ ਮਰਨਾ ਆਦਿ ਕਰਨਾ ਮਨਮਤ ਹੈ। ਤੇ ਖਾਸ ਕਰਕੇ ਅਖੀਰ ਵਿੱਚ ਲਿਖ ਰਹੇ ਨੇ, ਅੰਗੀਠੇ ਵਿੱਚੋਂ ਫੁੱਲ ਚੁਗ ਕੇ ਗੰਗਾ, ਪਤਾਲਪੁਰੀ, ਕਰਤਾਰਪੁਰ ਸਾਹਿਬ ਆਦਿਕ ਥਾਵਾਂ ਵਿੱਚ ਜਾ ਕੇ ਪਾਣੇ, ਇਹ ਬਿਲਕੁਲ ਮਨਮਤ ਹੈ। ਅੰਗੀਠੇ ਵਿੱਚੋਂ ਫੁੱਲ ਚੁਗ ਕੇ ਗੰਗਾ, ਪਤਾਲਪੁਰੀ, ਕਰਤਾਰਪੁਰ ਸਾਹਿਬ ਆਦਿਕ ਥਾਵਾਂ ਵਿੱਚ ਜਾ ਕੇ ਪਾਣੇ ਮਨਮਤ ਹੈ। ਇਸ ਤੋਂ ਇਲਾਵਾ ਮੈਂ ਥੋੜੀਆਂ ਜਿਹੀਆਂ ਬੇਨਤੀਆਂ ਹੋਰ ਕਰ ਦਿਆਂਗਾ। ਜਿਵੇਂ ਮ੍ਰਿਤਕ ਦੇ ਭੋਗ ਤੇ ਅਸੀਂ ਕੁਝ ਸਮਾਨ ਆਦਿਕ ਦਿੰਦੇ ਹਾਂ, ਤੇ ਉਹ ਸਮਾਨ ਹੁੰਦਾ ਹੈ ਜਿਵੇਂ ਥੋੜੇ ਜਿਹੇ ਫਰੂਟ ਦੇ ਦਿੱਤਾ, ਨਮਕ ਮਿਰਚ ਦੇ ਦਿੱਤੀ, ਜਾਂ ਪੱਤੀ ਵਗੈਰਾ ਦੇ ਦਿੱਤੀ, ਔਰ ਕੱਪੜੇ ਦੇ ਦਿੱਤੇ, ਮੰਜਾ ਬਿਸਤਰਾ ਦੇ ਦਿੱਤਾ, ਤੇ ਸਮਝਿਆ ਜਾਂਦਾ ਹੈ ਕਿ ਇਹ ਚੀਜ਼ਾਂ ਪ੍ਰਾਣੀ ਨੂੰ ਮਿਲਣਗੀਆਂ। ਕਈ ਵਾਰ ਅਰਦਾਸੀਆ ਸਿੱਖ ਵੀ ਇਹ ਅਰਦਾਸ ਕਰ ਰਿਹਾ ਹੁੰਦਾ ਹੈ ਕਿ ਇਹਨਾਂ ਵਸਤੂਆਂ ਦਾ ਮਹਾਤਮ ਆਤਮਾ ਨੂੰ, ਵਿਛੜੀ ਆਤਮਾ ਨੂੰ ਮਿਲੇ। ਤਾਂ ਇਹਨਾਂ ਦਾ ਮਹਾਤਮ ਅੱਗੇ ਕੋਈ ਨਹੀਂ ਮਿਲਦਾ, ਨਾ ਹੀ ਇਹ ਚੀਜ਼ਾਂ ਅੱਗੇ ਮਿਲਦੀਆਂ ਨੇ। ਇਹ ਕੇਵਲ ਪੁਜਾਰੀ ਦਾ ਆਪਣਾ ਪੇਟ ਭਰਨ ਦਾ ਸਾਧਨ ਸੀ, ਆਪਣੀ ਇਨਕਮ ਦਾ ਸਾਧਨ ਸੀ। ਮ੍ਰਿਤਕ ਪ੍ਰਾਣੀ ਦੇ ਨਾਲ ਇਸ ਦਾ ਦੂਰ ਦਾ ਵੀ ਨਾਤਾ ਔਰ ਸੰਬੰਧ ਨਹੀਂ ਹੈ। ਮੈਂ ਪਿੰਡਾਂ ਵਿੱਚ ਗ੍ਰੰਥੀ ਦੀ ਡਿਊਟੀ ਕੀਤੀ ਹੈ। ਆਪਨੇ ਵੀ ਵੇਖਿਆ ਹੋਣਾ ਹੈ ਕਿ ਜਿਹੜੀ ਲੋਕ ਇੰਡੀਆ ਵਿੱਚ ਮੰਜੀ ਦਿੰਦੇ ਨੇ, ਅੱਜ ਕੱਲ ਤਾਂ ਹਟ ਗਏ ਨੇ ਬਹੁਤੇ, ਜਿਹੜੀ ਮੰਜੀ ਦਿੰਦੇ ਨੇ ਸਭ ਤੋਂ ਸਸਤੀ ਮੰਜੀ, ਪਤਲੇ ਪਤਲੇ ਬਾਂਸਾਂ ਵਾਲੀ, ਦੋ ਭਾਈ ਬਹਿ ਜਾਣ ਤੇ ਮੰਜੀ ਕੜਕ ਕਰਕੇ ਟੁੱਟ ਜਾਂਦੀ ਹੈ। ਤੇ ਜਿਹੜੀ ਮੰਜੀ ਅੱਜ ਹੀ ਟੁੱਟ ਗਈ, ਉਹ ਮੰਜੀ ਤੇ ਬਾਪੂ ਸਮੇਗਾ ਕਿਵੇਂ। ਰਜਾਈ ਜਿਹੜੀ ਲੋਕੀ ਦਿੰਦੇ ਨੇ, ਬਹੁਤੀਆਂ ਮਾਈਆਂ ਕਹਿੰਦੀਆਂ ਨੇ ਕਿ ਰਜਾਈ ਜਿਹੜੀ ਹੈ ਨਾ, ਨੰਗੰਦੀ ਨਾ ਹੋਵੇ। ਹੁਣ ਬਿਨਾਂ ਨੰਗੰਦਨ ਤੋਂ ਰੂੰ ਦੇ ਨਾਲ ਭਰੀ ਹੋਈ ਰਜਾਈ ਤੁਸੀਂ ਆਪਣੇ ਉੱਤੇ ਲੈ ਸਕਦੇ ਹੋ, ਦੂਜੇ ਦਿਨ ਰੂੰ ਇਕੱਠਾ ਹੋ ਜਾਣਾ। ਜੇ ਮੰਨ ਲਓ ਸਪੋਜ਼ ਕਿ ਸਾਡੇ ਬਾਪੂ ਨੂੰ ਇਹ ਸਾਰੀਆਂ ਚੀਜ਼ਾਂ ਮਿਲ ਗਈਆਂ, ਮੰਜਾ ਵੀ ਮਿਲ ਗਿਆ, ਬਿਸਤਰਾ ਵੀ ਮਿਲ ਗਿਆ, ਸੂਟ ਜਿਹੜਾ ਭਾਈ ਜੀ ਨੂੰ ਦਿੱਤਾ ਉਹ ਵੀ ਮਿਲ ਗਿਆ, ਤੇ ਮੇਰੀ ਉਹ ਭੈਣੋ ਤੁਸੀਂ ਦੱਸੋ ਕਿ ਇੱਕ ਸੂਟ ਨਾਲ ਤੁਸੀਂ ਕਿੰਨੇ ਦਿਨ ਕੱਢ ਲੈਂਦੇ ਹੋ? ਤੁਸੀਂ ਤੇ ਇਸ ਵਿਆਹ ਦੇ ਵਿੱਚ 3-3 ਸੂਟ ਇੱਕ ਦਿਨ ਚ ਬਦਲਦੀਆਂ, ਸਵੇਰੇ ਹੋਰ, ਵਿਆਹ ਦੇ ਟਾਈਮ ਹੋਰ, ਸ਼ਾਮ ਨੂੰ ਹੋਰ। ਕਿ ਜਿੰਨੇ ਤੁਸੀਂ ਵੀਰ ਕਲਾਸ ਵਿੱਚ ਸੁਣ ਰਹੇ ਹੋ, ਇੱਕ ਸੂਟ ਦੇ ਨਾਲ ਸਾਲ ਕੱਢ ਲੈਂਦੇ ਹੋ? ਨਹੀਂ ਨਾ। ਤੇ ਬਾਪੂ ਨੂੰ ਵੀ ਤੇ ਰੋਜ਼ ਬਦਲਣ ਲਈ ਕੱਪੜੇ ਚਾਹੀਦੇ ਨੇ, ਜਾਂ ਤੇ ਫਿਰ ਪੂਰੀ ਦੁਕਾਨ ਲੈ ਕੇ ਦਿਓ ਭਾਈ ਨੂੰ। ਤੇ ਬਾਪੂ ਦੀ ਰੋਟੀ ਕੌਣ ਬਣਾਏਗਾ? ਮਹੀਨਾ ਤੇ ਤੁਸੀਂ ਖਵਾ ਦਿੱਤੀ, 11 ਮਹੀਨੇ। ਜਾਂ ਤੇ ਬੇਬੇ ਦਾ ਵੀ ਗਲ ਘੁੱਟੋ ਵੀ ਬੇਬੇ ਚੱਲ ਤੂੰ ਹੁਣ ਬਾਪੂ ਦੇ ਪਰੌਂਠੇ ਬਣਾਈ ਜਾ। ਫਿਰ ਬਾਪੂ ਨੂੰ ਫ੍ਰਿਜ ਵੀ ਚਾਹੀਦੀ ਹੈ, ਮੋਟਰਸਾਈਕਲ ਚਾਹੀਦੀ ਹੈ, ਕਾਰ ਚਾਹੀਦੀ ਹੈ। ਜੇ 10 ਕਿੱਲੇ ਪੈਲੀ ਹੈ ਤੇ ਚੌਥਾ ਹਿੱਸਾ ਬਾਪੂ ਦੀ ਹੈ, ਉਹ ਵੀ ਭਾਈ ਦੇ ਨਾਲ ਲਵਾਓ। ਪਰ ਐਸਾ ਅਸੀਂ ਕਰਦੇ ਨਹੀਂ ਨਾ। ਤਾਂ ਇਹ ਚੀਜ਼ਾਂ ਅੱਗੇ ਨਹੀਂ ਮਿਲਦੀਆਂ। ਗੁਰੂ ਜੀ ਦੀ ਪਾਵਨ ਬਾਣੀ ਦਾ ਬਚਨ ਮੈਂ ਆਪ ਨਾਲ ਸਾਂਝਾ ਕਰਕੇ ਖਿਮਾ ਮੰਗਾਂਗਾ। ਗੁਰੂ ਜੀ ਨੇ ਵਿਅੰਗਾਤਮਕ ਰੂਪ ਦੇ ਵਿੱਚ ਦੱਸਿਆ ਹੈ, ਸਾਨੂੰ ਸਮਝਾਇਆ ਹੈ। ਕਹਿਣ ਲੱਗੇ, ਸਪੋਜ਼ ਮੰਨ ਲਓ
कि जे तुहाडीਆਂ ਦਿੱਤੀਆਂ ਚੀਜ਼ਾਂ ਅੱਗੇ ਮਿਲ ਜਾਂਦੀਆਂ ਨੇ, ਤੁਹਾਡੀਆਂ ਦਾ ਮਤਲਬ ਸਾਰਿਆਂ ਦੀਆਂ ਸਾਡੀਆਂ, ਜੇ ਮੁਹਾਕਾ ਘਰ ਮੁਹੈ ਘਰ ਮੁਹੈ ਪਿਤਰੀ ਦੇ, ਮੁਹਾਕਾ ਦਾ ਮਤਲਬ ਚੋਰ, ਜੇ ਕੋਈ ਚੋਰ ਬੰਦਾ, ਜੇ ਮੁਹਾਕਾ ਘਰ ਮੁਹੈ ਦੂਜੇ ਬੰਦੇ ਦੇ ਘਰੋਂ ਚੋਰੀ ਕਰੇ ਤੇ ਚੋਰੀ ਕਰਕੇ ਤੇ ਆਪਣੇ ਪਿਓ ਦੇ ਨਾਮ ਦੇ ਉੱਤੇ ਚੀਜ਼ਾਂ ਦੇ ਦੇਵੇ ਪੁਜਾਰੀ ਨੂੰ, ਇਹ ਚੀਜ਼ਾਂ ਅੱਗੇ ਮਿਲ ਜਾਣਗੀਆਂ। ਮੰਨ ਲਓ ਮੇਰੇ ਪਿਓ ਦੀ ਡੈਥ ਹੋਈ ਤੇ ਮੈਂ ਤੁਹਾਡੇ ਕਿਸੇ ਦੇ ਘਰ ਦੇ ਵਿੱਚੋਂ ਚੋਰੀ ਕੀਤੀ ਹੈ, ਜਾਂ ਮੇਰੀ 2 ਨੰਬਰ ਦਾ ਧੰਦਾ ਹੈ, ਮੈਂ ਰਿਸ਼ਵਤ ਲੈਂਦਾ ਹਾਂ, ਤੇ ਉਸ ਪੈਸੇ ਦੇ ਨਾਲ ਸਮਾਨ ਖਰੀਦ ਕੇ ਮੈਂ ਆਪਣੇ ਪਿਓ ਵਾਸਤੇ ਦੇ ਦਿੱਤਾ, ਉਹ ਚੀਜ਼ ਮੰਨ ਲਓ ਅੱਗੇ ਪਹੁੰਚ ਗਈ ਤੇ ਅੱਗੇ ਤੁਹਾਡੇ ਪਿਓ ਵੀ ਤੇ ਬੈਠੇ ਹੋਣੇ, ਤੁਹਾਡੇ ਦਾਦੇ, ਉਹਨਾਂ ਨੇ ਸੰਭਾਲ ਲੈਣੀ ਹੈ ਵੀ ਇਹ ਤੇ ਚੀਜ਼ ਸਾਡੇ ਘਰੋਂ ਆਈ ਹੈ, ਸਾਡੇ ਪਿਓ ਸਾਡੇ ਮੁੰਡੇ ਤੋਂ ਰਿਸ਼ਵਤ ਲਈ ਸੀ, ਪੈਸੇ ਤੇ ਸਾਡੇ ਨੇ। ਉੱਥੇ ਧਰਮਰਾਜ ਨੂੰ ਕਰਨਗੇ ਸ਼ਿਕਾਇਤ ਤੇ ਧਰਮਰਾਜ ਨੇ ਮੇਰੇ ਪਿਓ ਨੂੰ ਢਾ ਲੈਣਾ ਵੀ ਇੱਥੇ ਤੂੰ 2 ਨੰਬਰ ਦੀ ਚੀਜ਼ਾਂ ਮੰਗਵਾਉਣਾ, ਇੱਥੇ ਤੁਸੀਂ ਕਰੋਗੇ ਚੋਰੀ ਦਾ ਪਰਚਾ ਮੇਰੇ ਤੇ ਇੱਥੇ ਮੈਂ ਅੰਦਰ। ਹੁਣ ਇਹ ਕੰਮ ਕਰਾਇਆ ਕਿੰਨੇ? ਭਾਈ ਨੇ ਕਰਾਇਆ ਨਾ, ਜਾਂ ਕਿਸੇ ਪੰਡਤ ਨੇ, ਜਾਂ ਮੁੱਲਾ ਮੁਲਾਣੇ ਨੇ, ਜਾਂ ਕਿਸੇ ਪੁਜਾਰੀ ਨੇ ਕਿਹਾ ਨਾ, ਜਾਂ ਕਿਸੇ ਪ੍ਰਬੰਧਕ ਨੇ ਕਿਹਾ, ਜਾਂ ਕਿਸੇ ਵੀ ਬੰਦੇ ਨੇ ਕਿਹਾ ਵੀ ਅੱਗੇ ਚੀਜ਼ਾਂ ਮਿਲਦੀਆਂ ਨੇ ਤਾਂ ਹੀ ਅਸਾਂ ਦਿੱਤੀਆਂ। ਗੁਰੂ ਜੀ ਕਹਿੰਦੇ ਨੇ ਜੇ ਮੁਹਾਕਾ ਘਰ ਮੁਹੇ ਪਿਤਰੀ ਦੇ, ਗੁਰੂ ਜੀ ਕਹਿੰਦੇ ਨੇ ਫਿਰ ਅੱਗੇ ਵਸਤ ਸਿਆਣੀਐ ਪਿਤਰੀ ਚੋਰ ਕਰੇ, ਅੱਗੇ ਤੁਹਾਡੀ ਵਸਤੂ ਪਛਾਣੀ ਜਾਏਗੀ ਤੇ ਪਿੱਤਰ ਤੁਹਾਡੇ ਚੋਰ ਹੋਣਗੇ। ਗੁਰੂ ਜੀ ਕਹਿੰਦੇ ਨੇ ਇਹ ਕੰਮ ਸਾਰਾ ਕਰਾਇਆ ਪੁਜਾਰੀ ਨੇ, ਦਲਾਲ ਨੇ, ਇਸ ਲਈ ਵੱਡੀਆਂ ਹੱਥ ਦਲਾਲ ਕੇ ਮੁਸਫੀ ਇਹ ਕਰੇ। ਮੁਸਫੀ ਦਾ ਮਤਲਬ ਹੈ ਨਿਆਂ। ਨਿਆਂ ਇਹ ਗੱਲ ਕਹਿੰਦਾ ਵੀ ਦਲਾਲ ਦੇ ਹੱਥ ਵੱਡੇ ਜਾਣੇ ਚਾਹੀਦੇ ਨੇ ਜਿਹੜਾ ਇਹ ਕੰਮ ਕਰਾ ਰਿਹਾ, ਚਾਹੇ ਉਹ ਦਲਾਲ ਕੋਈ ਪੁਜਾਰੀ ਹੈ, ਜਾਂ ਉਹ ਕੋਈ ਪ੍ਰਬੰਧਕ ਹੈ, ਜਾਂ ਕੋਈ ਸੰਗਤ ਵਿੱਚੋਂ ਹੈ, ਜਾਂ ਕੋਈ ਰਾਜਨੀਤਿਕ ਬੰਦਾ ਹੈ, ਜਾਂ ਉਹ ਮੈਂ ਆ, ਜਾਂ ਤੁਸੀਂ ਹੋ, ਅਮੀਰ ਗਰੀਬ ਬੰਦਾ ਹੈ, ਜਨਾਨੀ ਹੈ, ਕੋਈ ਵੀ ਹੈ, ਉਹਦੇ ਹੱਥ ਵੱਡੇ ਜਾਣੇ ਚਾਹੀਦੇ ਨੇ ਵੀ ਇਹ ਕਰਮ ਇਹ ਕਰਾ ਰਿਹਾ, ਉਹਦੇ ਹੱਥ ਵੱਡੋ। ਹੱਥ ਵੱਢਣ ਦਾ ਮਤਲਬ ਇਹ ਨਹੀਂ ਕਿ ਟੋਕਾ ਲੈ ਕੇ ਉਹਦਾ ਗੁੱਟ ਲਾ ਦਿਓ, ਹੱਥ ਵੱਢਣ ਦਾ ਮਤਲਬ ਇਹ ਨਹੀਂ ਹੈ। ਹੱਥ ਵੱਢਣ ਦਾ ਮਤਲਬ ਹੁੰਦਾ ਹੈ ਉਹਦੇ ਹੱਕ ਖੋਵੋ। ਅਸੀਂ ਕਹਿੰਦੇ ਫਲਾਂ ਬੰਦਾ ਹੱਥ ਵੱਢ ਕੇ ਦੇ ਬੈਠਾ, ਹੱਕ ਖੋਵੋ, ਉਹਦੀ ਇਹ ਗੱਲ ਕਹਿਣ ਦਾ ਹੱਕ ਖੋਲੋ। ਉਸ ਬੰਦੇ ਨੂੰ ਇਹ ਗੱਲ ਕਹਿਣ ਦਾ ਹੱਕ ਨਹੀਂ ਹੋਣਾ ਚਾਹੀਦਾ ਕਿ ਅੱਗੇ ਇਹ ਚੀਜ਼ਾਂ ਮਿਲਦੀਆਂ ਨੇ। ਵੱਡੀਆਂ ਹੱਥ ਦਲਾਲ ਕੇ ਮੁਸਫੀ ਇਹ ਕਰੇ, ਨਾਨਕ ਅੱਗੇ ਸੋ ਮਿਲੇ ਜੇ ਖੱਟੇ ਘਾਲੇ ਦੇ। ਅੱਗੇ ਦਾ ਮਤਲਬ ਫਿਊਚਰ ਵਿੱਚ, ਜੇ ਤੁਸੀਂ 10 ਨਵਾਂ ਦੀ ਕਿਰਤ ਕਮਾਈ ਕਰਕੇ ਅੱਜ ਕਿਸੇ ਦਾ ਸਹਿਯੋਗ ਕਰਦੇ ਹੋ ਤਾਂ ਕੱਲ ਨੂੰ ਤੁਹਾਨੂੰ ਉਹਦਾ ਮਾਣ ਆਦਰ ਸਤਿਕਾਰ ਮਿਲੇਗਾ। ਇਸ ਲਈ ਇਹ ਜਿਹੜੇ ਸਾਡੇ ਵਹਿਮ ਨੇ ਕਿ ਇੱਥੋਂ ਦੀਆਂ ਚੀਜ਼ਾਂ ਅੱਗੇ ਮਿਲਦੀਆਂ ਨੇ, ਨਹੀਂ ਮਿਲਦੀਆਂ। ਬਾਕੀ ਰਹਿ ਜਾਂਦਾ ਹੈ ਸਰਾਧ। ਸਰਾਧ ਕਰਾਉਣ ਦਾ ਗੁਰਮਤ ਦੇ ਨਾਲ ਕੋਈ ਦੂਰ ਦਾ ਵੀ ਨਾਤਾ ਨਹੀਂ। ਸਰਾਧ ਦੇ ਅੰਦਰ ਖਵਾਏ ਹੋਏ ਪ੍ਰਸ਼ਾਦਾ ਪਾਣੀ ਅੱਗੇ ਬਿਲਕੁਲ ਨਹੀਂ ਮਿਲਦਾ। ਇਸ ਲਈ ਭਗਤ ਕਬੀਰ ਜੀ ਨੇ ਸਾਨੂੰ ਕਿੰਨੇ ਪਿਆਰ ਨਾਲ ਸਮਝਾਇਆ ਹੈ, ਜੀਵਤ ਪਿਤਰ ਨਾ ਮਾਨੈ ਕੋ ਮੂਏ ਸਰਾਧ ਕਰਾਹੀ। ਬੇਬੇ ਮਰ ਗਈ ਇਸ ਕਰਕੇ ਕਿ ਉਹਨੂੰ ਰਜਾਈ ਨਹੀਂ ਮਿਲੀ। ਮਾਤਾ ਨੇ ਕਿਹਾ ਬੇਟਾ ਮੈਨੂੰ ਠੰਡ ਲੱਗਦੀ ਹੈ, ਠੰਡ ਵੱਧ ਗਈ ਤੇ ਮੈਨੂੰ ਕੰਬਲ ਲਿਆ ਦੇ। ਤੇ ਪੁੱਤਰ ਕਹਿਣ ਲੱਗਾ ਬੇਬੇ ਇਸ ਵੇਲੇ ਤੂੰ ਸਿਆਲ ਜਿਵੇਂ ਮਰਜ਼ੀ ਕੱਢ ਲੈ, ਮੇਰੇ ਕੋਲ ਐਤਕੀ ਥੋੜਾ ਜਿਹੀ ਘਾਟ ਹੈ, ਬੱਚਿਆਂ ਦੀ ਫੀਸ, ਤੇਰੀ ਨੂੰਹ ਦੇ ਥੋੜੇ ਸੂਟ ਲੈਣੇ ਸੀ, ਉਹਨੇ ਮਤਲਬ ਪਾਰਟੀ ਪੁਰਟੀ ਵਿੱਚ ਜਾਣਾ ਹੈ, ਤੇ ਐਤਕੀ ਮੇਰੇ ਕੋਲ ਕੰਬਲ ਲਈ ਪੈਸੇ ਨਹੀਂ, ਤੇ ਮੈਂ ਤੈਨੂੰ ਅਗਲੇ ਸਿਆਲ ਵਿੱਚ ਲੈ ਦਿਆਂ। ਤੇ ਮਾਵਾਂ ਤੇ ਹੁੰਦੀਆਂ ਨੇ ਕਹਿਣ ਲੱਗੀ ਪੁੱਤਰ ਕੋਈ ਗੱਲ ਨਹੀਂ। ਉਹ ਪਾਟੇ ਕੰਬਲ ਵਿੱਚ ਪਈ ਰਹੀ ਵਿਚਾਰੀ ਤੇ ਠੰਡ ਦੇ ਨਾਲ ਬੇਬੇ ਦੀ ਹੋ ਗਈ ਮੌਤ। ਹੁਣ ਭੋਗ ਪਵਾਉਣਾ ਹੈ ਤੇ ਭੋਗ ਦੇ ਉੱਤੇ ਹੁਣ ਲੋਈਆਂ ਪਾ ਰਿਹਾ ਹੈ ਪੁੱਤਰ ਬੇਬੇ ਦੇ ਉੱਤੇ, ਤੇ ਰਸਗੁੱਲੇ, ਗੁਲਾਬ ਜਾਮਣ ਤੇ ਬਰਫੀ, ਪਕੌੜੇ ਤੇ ਪੀਜੇ ਖਵਾ ਰਿਹਾ ਹੈ। ਜੇਕਰ ਇੰਨਾ ਖਰਚ ਕਰਨ ਦੀ ਬਜਾਏ 200-400 ਦਾ ਜਾਂ 1500 ਦਾ ਕੰਬਲ ਬੇਬੇ ਨੂੰ ਲਿਆ ਦਿੰਦਾ ਤੇ ਬੇਬੇ ਨਾ ਮਰ। ਇਸ ਲਈ ਜਿਉਂਦੇ ਬਜ਼ੁਰਗਾਂ ਦੀ ਸੇਵਾ ਕਰੋ। ਕੁੜੀਓ ਜੇ ਤੁਸੀਂ ਜਵਾਨ ਭੈਣਾਂ ਧੀਆਂ ਮੇਰੀਆਂ ਗੱਲਾਂ ਸੁਣ ਰਹੀਆਂ ਤਾਂ ਆਪਣੇ ਬਜ਼ੁਰਗ ਸੱਸ ਸਹੁਰਿਆਂ ਦੀ ਯੋਗ ਸੇਵਾ ਕਰੋ। ਨੌਜਵਾਨੋ ਆਪਣੇ ਬਜ਼ੁਰਗ ਮਾਪਿਆਂ ਦੀ ਜਿਉਂਦਿਆਂ ਦੀ ਸੇਵਾ ਕਰੋ, ਮਰਨ ਤੋਂ ਬਾਅਦ ਭੋਗ ਨਾ ਪਵਾਇਓ, ਚੱਲ ਜਾਏਗਾ। ਜੀਵਤ ਪਿਤਰ ਨਾ ਮਾਨੈ ਕੋ ਮੂਏ ਸਰਾਧ ਕਰਾਹੀ। ਮਰਨ ਤੋਂ ਬਾਅਦ ਬਾਪੂ ਦੇ ਭੋਗ ਤੇ ਜਲੇਬੀਆਂ ਨਾ ਖਵਾਇਓ, ਮਟਰ ਪਨੀਰ ਨਾ ਖਵਾਇਓ, ਬੇਸ਼ੱਕ ਆਏ ਗਏ ਨੂੰ ਰੋਟੀ ਵੀ ਨਾ ਪੁੱਛਿਓ।
ਲੇਕਿਨ ਜਿਉਂਦੇ ਬਜ਼ੁਰਗਾਂ ਨੂੰ ਤੰਗ ਨਾ ਕਰੋ, ਜਿਉਂਦੇ ਬਜ਼ੁਰਗਾਂ ਦੀ ਸੇਵਾ ਕਰੋ, ਉਹਨਾਂ ਦੀ ਲੋੜ ਪੂਰੀ ਕਰੋ, ਉਹਨਾਂ ਨੂੰ ਟਾਈਮ ਨਾਲ ਰੋਟੀ ਦਿਓ। ਜੀਵਤ ਪਿਤਰ ਨ ਮਾਨੇ ਕੋ ਮੂਏ ਸਿਰਾਦ ਕਰਾਹੀ, ਪਿਤਰ ਪੀ ਬਪਰੇ ਕਹੋ ਕਿਉ ਖਾਵੇਂ ਕौआ कूकर खाही, मोह को कुशल बतावो कोई, कुशल कुशल करते जग बिन से कुशल पी कैसे हुई। ਇਸ ਲਈ ਸਰਾਧਾਂ ਦਾ ਸਿੱਖ ਧਰਮ ਦੇ ਨਾਲ ਜਾਂ ਕਿਸੇ ਵੀ ਉਹਦੇ ਨਾਲ ਸੰਬੰਧ ਨਹੀਂ ਹੈ। ਇਥੋਂ ਦੇ ਖਵਾਏ ਹੋਏ ਭੋਜਨ ਅੱਗੇ ਨਹੀਂ ਮਿਲਦੇ। ਤਾਂ ਮੈਂ ਇਹਨਾਂ ਕੁਝ ਕਹਿੰਦਾ ਹੋਇਆ ਖਿਮਾ ਦਾ ਜਾਚਕ ਹਾਂ। ਅੱਜ ਜੋ ਅਸੀਂ ਵਿਚਾਰ ਕੀਤੀ ਹੈ, ਇਹਦੇ ਬਾਰੇ ਜੇ ਕਿਸੇ ਵੀਰ ਦਾ ਕੋਈ ਸਵਾਲ ਹੋਵੇ ਤਾਂ ਉਹ ਸਵਾਲ ਪੁੱਛ ਸਕਦਾ ਹੈ, ਜਾਂ ਜੇ ਕੋਈ ਆਪਣੇ ਵਿਊਜ਼ ਦੇਣਾ ਚਾਹੇ ਤਾਂ ਉਹ ਆਪਣੇ ਵਿਊਜ਼ ਦੇ ਸਕਦਾ ਹੈ। ਕਿਉਂਕਿ ਸਾਡੇ ਕੋਲ ਹਾਲੇ ਥੋੜਾ ਟਾਈਮ ਹੈ, ਇਸ ਲਈ ਮੈਂ 5-10 ਮਿੰਟ ਪਹਿਲਾਂ ਸਮਾਪਤੀ ਕਰ ਰਿਹਾ। ਅੱਜ ਦੀ ਇਹ ਰਾਮਕਲੀ ਸੱਤ ਦੀ ਵਿਚਾਰ ਆਪ ਜੀ ਨੂੰ ਕਿਵੇਂ ਲੱਗੀ, ਜਾਂ ਤੁਹਾਡੇ ਕੋਈ ਵਿਚਾਰ ਨੇ ਜਾਂ ਕੋਈ ਸਵਾਲ ਹੈ, ਤਾਂ ਅੱਜ ਦੀ ਵਿਚਾਰ ਰਾਹੀਂ ਆਪ ਸਵਾਲ ਵੀ ਕਰ ਸਕਦੇ ਹੋ ਔਰ ਆਪਣੇ ਵਿਊਜ਼ ਵੀ ਦੇ ਸਕਦੇ ਹੋ। ਵੀਰ ਤਰਲੋਚਨ ਸਿੰਘ ਜੀ ਅਨਮਿਊਟ ਹੋ ਗਏ ਨੇ, ਅਗਲੀ ਕਾਰਵਾਈ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਗਿਆਨ ਜੀ ਤੁਹਾਡਾ ਹਮੇਸ਼ਾ ਦੀ ਤਰ੍ਹਾਂ। ਅੱਜ ਦੀ ਜਿਹੜੀ ਕਥਾ ਸੀਗੀ ਰਾਮਕਲੀ ਸੱਧ ਬਾਣੀ ਜਿਹੜੀ ਹੈਗੀ ਆ, ਉਹਦੀ ਆਪਾਂ ਸਾਰਿਆਂ ਨੇ ਸੁਣ ਲਈ ਆ। 2 ਦਿਨ ਲੱਗੇ ਆ ਤੇ ਅੱਜ ਕਾਫੀ ਵਿਆਖਿਆ ਦੇ ਵਿੱਚ ਇਹਨਾਂ ਨੇ ਸਾਰੇ ਕੁਝ ਦੱਸਿਆ, ਜਿੰਨੇ ਸਾਡੇ ਕਰਮਕਾਂਡ ਸਪੈਸ਼ਲੀ ਇੰਡੀਆ ਦੇ ਵਿੱਚ। ਇੱਥੇ ਵੀ ਥੋੜੇ ਜਿਹੇ ਹੈਗੇ ਆ, ਪਰ ਇੰਡੀਆ ਦੇ ਵਿੱਚ ਜਦੋਂ ਅਸੀਂ ਰਹਿੰਦੇ ਸੀਗੇ ਉਹਨਾਂ ਟਾਈਮਾਂ ਤੇ ਬਹੁਤ ਚੱਲਦੇ ਸੀਗੇ। ਕੱਲ ਵੀ ਗੱਲਬਾਤ ਹੋਈ ਸੀਗੀ ਇਹਨਾਂ ਬਾਰੇ, ਤੇ ਅੱਜ ਵੀ ਕਾਫੀ ਵਿਸਥਾਰ ਦੇ ਨਾਲ ਹੋਈ ਆ। ਤੇ ਉਹ ਤੋਂ ਬਾਅਦ 'ਚ ਗਿਆਨੀ ਜੀ ਨੇ ਜਿਹੜੀ ਅਕਾਲ ਤਖਤ ਦੀ ਮਰਿਆਦਾ ਹੈਗੀ ਆ, ਉਹਦੇ ਵਿੱਚੋਂ ਇਸ ਟੌਪਿਕ ਤੇ ਜਿਹੜੀ ਗੱਲਬਾਤ ਉਹ 'ਚ ਲਿਖੀ ਹੈ, ਉਹ ਪੜ੍ਹ ਕੇ ਸੁਣਾ ਦਿੱਤੀ ਹੈ। ਤੇ ਉਹਦੇ ਵਿੱਚੋਂ ਬਹੁਤ ਚੀਜ਼ਾਂ ਜਿਹੜੀਆਂ ਸਾਡੇ ਆਮ ਹੁੰਦੀਆਂ ਸੀਗੀਆਂ, ਸ਼ਾਇਦ ਹੁਣ ਵੀ ਕੁਛ ਹੁੰਦੀਆਂ, ਤੇ ਉਹ ਉਹਨਾਂ ਦੀ ਸਾਨੂੰ ਐਕਚੁਅਲੀ ਮਨਾਹੀ ਆ। ਤੇ ਉਹਨਾਂ ਨੂੰ ਆਪਾਂ ਕਿੱਦਾਂ ਲੈਣਾ, ਕਿੱਦਾਂ ਗਾਹਾਂ ਵਾਸਤੇ ਆਪਾਂ ਫਿਊਚਰ ਦੇ ਵਿੱਚ ਵੀ ਕੀ ਕੁਛ ਕਰਨਾ, ਇਹਦੇ ਬਾਰੇ ਆਪਾਂ ਡਿਸਕਸ ਕਰਨੀ ਚਾਹੋ ਤਾਂ ਤੁਸੀਂ ਹੁਣ ਅਨਮਿਊਟ ਹੋ ਜਾਓ ਪਲੀਜ਼। ਸਾਡੇ ਕੋਲ ਅਜੇ 5-10 ਮਿੰਟ ਹੈਗੇ ਆ। ਜੇ ਤੁਸੀਂ ਆਪਣੇ ਕੋਈ ਵਿਊ ਦੇਣੇ ਗੁਰਬਾਣੀ ਬਾਰੇ ਵੀ, ਜਾਂ ਕੁਛ ਨਹੀਂ ਕੋਈ ਸਮਝ ਆਈ ਗੁਰਬਾਣੀ ਦੀ, ਉਹਦੇ ਬਾਰੇ ਵੀ ਪੁੱਛਣਾ ਹੈਗਾ, ਉਹ ਵੀ ਕਰ ਲਓ। ਤੇ ਜੇ ਆਪਣੇ ਕੋਈ ਵਿਊ ਦੇਣੇ ਆ ਇਹਦੇ ਬਾਰੇ ਤਾਂ ਤੁਸੀਂ ਪਲੀਜ਼ ਅਨਮਿਊਟ ਹੋ ਜਾਓ, ਤਾਂ ਕਿ ਇਹਦੇ ਬਾਰੇ ਫਰਦਰ ਡਿਸਕਸ਼ਨ ਹੋ ਜਾਵੇ, ਕਿਉਂਕਿ ਇਹ ਕਾਫੀ ਸੀਰੀਅਸ ਟੌਪਿਕ ਆ ਔਰ ਇਹਦੇ ਵਾਸਤੇ ਸਾਨੂੰ ਡਿਸਕਸ਼ਨ ਦੀ ਬਹੁਤ ਲੋੜ ਆ। ਸੋ ਰਵਿੰਦਰ ਸਿੰਘ ਜੀ, ਤੁਸੀਂ ਅਨਮਿਊਟ ਹੋਏ ਸੀਗੇ, ਤੁਸੀਂ ਮਿਊਟ ਹੋ ਗਏ ਮੁੜ ਕੇ, ਫਿਰ ਹਾਂਜੀ ਕਰ ਲਓ ਗੱਲ। ਹੋਰ ਵੀ ਸਾਰਿਆਂ ਨੂੰ ਬੇਨਤੀ ਹੈ ਜੀ, ਇਹਨਾਂ ਦੇ ਬਾਅਦ ਦੇ ਵਿੱਚ ਵੀ ਕਿਸੇ ਨੇ ਕੋਈ ਆਪਣਾ ਗੱਲਬਾਤ ਕਰਨੀ ਹੈ ਨਾ, ਤੁਸੀਂ ਹੁਣੇ ਅਨਮਿਊਟ ਹੋ ਜਾਓ। ਹਾਂਜੀ ਰਵਿੰਦਰ ਸਿੰਘ ਜੀ। ਹਾਂਜੀ ਗਿਆਨੀ ਜੀ, ਇਹ ਕਿਹੜੀ ਭਲਾ ਤੁਸੀਂ ਰਿਕਮੈਂਡ ਕਰੋਗੇ ਕਿ ਕਿਹੜੀ ਬਾਣੀ ਪੜ੍ਹੀ ਜਾਵੇ ਇਸ ਟਾਈਮ ਤੇ? ਕਈ ਦਫਾ ਘਰ ਵੀ ਅਸੀਂ ਵੈਸੇ ਕਰਦੇ ਨਹੀਂ, ਸਾਡੇ ਮਦਰ ਤੇ ਵੀ, ਸਾਡੇ ਮਦਰ ਇਨ ਲੋ ਦੇ ਵੀ ਜਦੋਂ ਉਹਨਾਂ ਦੀ ਡੈਥ ਹੋਈ ਤਾਂ ਅਸੀਂ ਸ਼ਾਮ ਨੂੰ ਕੀਰਤਨ ਕਰਦੇ ਹੁੰਦੇ ਸੀ। ਆਪਣੇ ਕੀਰਤਨ ਜਥਾ ਹੁੰਦੇ ਹੁੰਦੇ ਸੀ, ਉਹ ਕੀਰਤਨ ਕਰਦੇ ਹੁੰਦੇ ਡੇਲੀ। ਤੇ ਤੁਹਾਡਾ ਕੀ ਖਿਆਲ, ਕਿਹੜੀ ਬਾਣੀ ਪੜ੍ਹਨੀ ਚਾਹੀਦੀ ਹੈ ਇਸ ਟਾਈਮ ਤੇ, ਤੁਸੀਂ ਕਹੋਗੇ? ਕੋਈ ਵੀ ਬਾਣੀ ਵੀਰ ਜੀ ਪੜ੍ਹ ਸਕਦੇ ਹੋ। ਬਾਣੀ ਕਿਉਂਕਿ ਸਾਰੀ ਉਪਦੇਸ਼ ਵਾਲੀ ਹੈ। ਸਾਡੀ ਥੋੜੀ ਜਿਹੀ ਪ੍ਰੋਬਲਮ ਇਹ ਕ੍ਰੀਏਟ ਹੋ ਗਈ ਹੈ ਕਿ ਬਾਣੀ ਨੂੰ ਅਸੀਂ 4 ਹਿੱਸਿਆਂ ਵਿੱਚ ਵੰਡ ਬੈਠੇ ਹਾਂ। ਜਿਵੇਂ ਜਨਮ ਦੀ ਬਾਣੀ, ਕਿ ਜੇ ਕਿਸ ਦਾ ਜਨਮ ਹੋਇਆ ਤਾਂ ਪੂਤਾ ਮਾਤਾ ਕੀ ਆਸ਼ੀਸ, ਤੇ ਕੁਛ ਵਿਆਹ ਦੇ ਸ਼ਬਦ ਅਸੀਂ ਮੰਨ ਲੈ ਕਿ ਇਹ ਵਿਆਹ ਦੇ ਸ਼ਬਦ ਨੇ, ਵਿਆਹ ਹੁਆ ਮੇਰੇ ਬਾਬਲਾ, ਜਾਂ ਕੁਛ ਮਿਰਤਕ ਦੇ ਸ਼ਬਦ, ਜਗਤ ਮੈਂ ਝੂਠੀ ਦੇਖੀ ਪ੍ਰੀਤ ਇਹਨਾਂ ਨੂੰ ਮਿਰਤਕ ਨਾਲ, ਤੇ ਕੁਛ ਖੁਸ਼ੀ ਦੇ ਸ਼ਬਦ ਜਿਵੇਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਇਹ ਸਾਡੀ ਗਲਤੀ ਕਰਕੇ ਅਸੀਂ ਇਹਨੂੰ ਵੰਡ ਬੈਠੇ ਹਾਂ, ਖੁਸ਼ੀ ਗਮੀ ਨਾਲ, ਜਨਮ ਮਰਨ ਨਾਲ। ਗੁਰਬਾਣੀ ਸਾਨੂੰ ਜਨਮ ਮਰਨ ਔਰ ਖੁਸ਼ੀ ਗਮੀ ਤੋਂ ਉੱਤੇ ਕਰਦੀ ਹੈ। ਗੁਰਬਾਣੀ ਹੈਗੀ ਵੇ ਆਫ ਲਾਈਫ। ਕੋਈ ਵੀ ਬਾਣੀ ਤੁਸੀਂ ਪੜ੍ਹ ਸਕਦੇ ਹੋ। ਜਪਜੀ ਸਾਹਿਬ ਪੜ੍ਹ ਲਓ, ਸੋਹਿਲਾ ਪੜ੍ਹ ਲਓ, ਅਲਾਣੀਆਂ ਪੜ੍ਹ ਲਓ, ਸੁਖਮਨੀ ਸਾਹਿਬ ਪੜ੍ਹ ਲਓ, ਜਾਂ ਸਹਿਜ ਪਾਠ ਰੱਖ ਲਓ, ਜਾਂ ਹੋਰ ਕੋਈ ਸ਼ਬਦ ਕੋਈ ਵੀ ਪੜ੍ਹ ਸਕਦੇ। ਉਹਦੇ ਵਿੱਚ ਅਸੀਂ ਉਪਦੇਸ਼ ਲੈਣਾ ਹੈ ਕਿ ਗੁਰੂ ਜੀ ਸਾਨੂੰ ਉਪਦੇਸ਼ ਕੀਤਾ। ਸਾਰੀ ਹੀ ਬਾਣੀ ਉਪਦੇਸ਼ਾਤਮਕ ਹੈ ਔਰ ਜ਼ਿੰਦਗੀ ਜੀਣ ਵਾਸਤੇ ਕੋਈ ਵੀ ਪੜ੍ਹ ਸਕਦਾ। ਹਾਂਜੀ, ਇੱਕ ਥੋੜੀ ਜਿਹੀ ਹੋਰ ਮੈਂ ਕਮੈਂਟ ਕਰਨੀ ਸੀਗੀ ਕਿ ਜਿਹੜੀਆਂ ਵੀ ਇੱਥੇ ਦੱਸੀਆਂ, ਜਿਹੜੀਆਂ ਉੱਠੇ ਕੰਮ ਹੀ ਕਹਿ ਸਕਦੇ ਆ, ਜਿੰਨੇ ਵੀ ਆ ਕਰਮ ਕਾਂਡ, ਸੌਰੀ ਸਹੀ ਗੱਲ ਹੈ ਜੀ, ਸਹੀ ਗੱਲ, ਕਰੋ ਗੱਲ। ਇਹ ਆਮ ਤੌਰ ਤੇ ਸਾਡੀ ਕੌਮ ਵਿੱਚ ਏਦਾਂ ਜਿਹੜੇ ਦੱਸਦੇ ਆ ਨਾ ਕਿ ਉਹਨੂੰ ਸਿਆਣੇ ਕਿਹਾ ਜਾਂਦਾ, ਕਿ ਸਿਆਣੇ ਨੂੰ ਪੁੱਛ ਲਓ, ਤੇ ਉਹਨਾਂ ਨੇ ਇਹੋ ਲਿਸਟ ਤੁਹਾਨੂੰ ਦਿੱਤੀ ਆ ਕਿ ਆਹ ਕਰੋ ਜੀ ਤੁਸੀਂ। ਤੇ ਅਸੀਂ, ਸਾਡੀ ਕੌਮ ਏਦਾਂ ਦੀ ਕੁਛ ਹੋ ਗਈ, ਤੁਸੀਂ ਉਹਨਾਂ ਨੂੰ ਸਿਆਣਾ ਹੀ ਕਹਿੰਦੇ ਆ।
ਤੇ ਉਹ ਸਾਨੂੰ ਆ ਕੇ ਦੱਸਦੇ, ਲਿਸਟ ਦੇ ਦਿੰਦੇ ਕਿ ਆਹ ਕਰਨਾ ਤੁਸੀਂ। ਬਾਕੀ ਸਾਰਿਆਂ ਦਾ ਮੈਂ ਵਿਊ ਲਾਉਣਾ ਚਾਹੁੰਦਾ ਕਿ ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ। ਅਸਲ ਦੇ ਵਿੱਚ ਵੀਰ ਜੀ ਸਿਆਣੇ ਵਾਸਤਵ ਦੇ ਵਿੱਚ ਹੀ ਬਜ਼ੁਰਗ ਨਾ ਸਿਆਣੇ ਹੁੰਦੇ ਸੀ, ਉਹਨਾਂ ਦੇ ਕੋਲ ਆਪਣਾ ਤਜਰਬਾ ਸੀ ਹਨਾ, ਤੇ ਉਹ ਜੋ ਕੁਛ ਉਹ ਵੇਖਦੇ ਆਏ ਸਾਨੂੰ ਦੱਸਦੇ ਆਏ। ਲੇਕਿਨ ਜਿਹੜੇ ਸਾਡੇ ਸਿਆਣੇ ਬਜ਼ੁਰਗ ਸੀ ਉਹ ਵੀ ਕਿਸੇ ਦੇ ਅੱਗੋਂ ਪੁੱਛ ਰਹੇ ਸੀ, ਪੁਜਾਰੀ ਤੋਂ, ਤੇ ਪੁਜਾਰੀ ਵਰਗ ਉਹਨਾਂ ਨੂੰ ਜਿਵੇਂ ਕਹਿੰਦਾ ਸੀ ਉਵੇਂ ਫਿਰ ਅੱਗੇ ਸਾਨੂੰ ਦੱਸਦੇ ਆਏ। ਅਸੀਂ ਆਪ ਬਾਣੀ ਨੂੰ ਪੜ੍ਹਨ ਦਾ ਯਤਨ ਨਹੀਂ ਕੀਤਾ। ਤਾਂ ਜਿੰਨੇ ਵੀ ਸਾਡੇ ਸਿਆਣੇ ਬਜ਼ੁਰਗ ਨੇ ਉਹਨਾਂ ਦਾ ਸਤਿਕਾਰ ਕਰਨਾ ਸਾਡਾ ਫਰਜ਼ ਬਣਦਾ ਹੈ। ਲੇਕਿਨ ਇੱਕ ਗੱਲ ਜ਼ਰੂਰੀ ਹੈ ਕਿ ਜਿਹੜਾ ਅਕਲ ਹੈ ਨਾ, ਉਹਦਾ ਉਮਰ ਦੇ ਨਾਲ ਕੋਈ ਸੰਬੰਧ ਨਹੀਂ ਹੈ। ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਗੁਰਬਾਣੀ ਨੂੰ ਪੜ੍ਹ ਕੇ ਤੇ ਗੁਰਬਾਣੀ ਅਨੁਸਾਰ ਜ਼ਿੰਦਗੀ ਜੀਣ ਦਾ ਯਤਨ ਕਰੀਏ। ਚਾਹੇ ਮੈਂ ਵੱਡੀ ਉਮਰ ਦਾ ਵਾਂ, ਤੁਸੀਂ ਮੇਰੇ ਤੋਂ ਛੋਟੀ ਉਮਰ ਦੇ ਹੋ, ਤਾਂ ਗੁਰੂ ਵਾਸਤੇ ਅਸੀਂ ਦੋਵੇਂ ਇੱਕੋ ਜਿਹੇ ਬੱਚੇ ਹਾਂ। ਤਾਂ ਸਾਨੂੰ ਚਾਹੀਦਾ ਅਸੀਂ ਗੁਰਬਾਣੀ ਅਨੁਸਾਰ ਜ਼ਿੰਦਗੀ ਜੀਣ ਦਾ ਯਤਨ ਕਰੀਏ। ਤੇ ਜਿਹੜੇ ਸਾਡੇ ਸਿਆਣੇ ਬਜ਼ੁਰਗ ਨੇ ਸਾਡੇ ਵਰਗੇ, ਉਹ ਵੀ ਆਪਣੀ ਜਿੱਦ ਛੱਡ ਦੇਣ। ਜੇ ਉਹਨਾਂ ਨੂੰ ਗੁਰਬਾਣੀ ਬਾਰੇ ਨਹੀਂ ਪਤਾ ਜਾਂ ਕਿਤੇ ਭੁੱਲ ਹੋਈ ਹੈ ਤਾਂ ਉਹ ਆਪਣੀ ਭੁੱਲ ਸਵੀਕਾਰ ਕਰ ਲੈਣ। ਇਹਦੇ ਵਿੱਚ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ, ਕਿਉਂਕਿ ਉਹ ਜਿਹੜੇ ਸਾਡੇ ਬਜ਼ੁਰਗ ਨੇ ਉਹ ਹੈ ਸਨ ਅੰਡਰ ਵਿਚਾਰੇ ਪੁਜਾਰੀਆਂ ਦੇ। ਜੇ ਵਿਆਹ ਕਰਨਾ ਹੈ ਤਾਂ ਪੁਜਾਰੀ ਕੋਲ ਜਾਣਾ ਹੈ ਵੀ ਸਾਇਆ ਸੁਧਾਰਨ ਵਾਸਤੇ। ਜੇ ਮੌਤ ਹੋ ਗਈ ਤਾਂ ਉਹਨਾਂ ਨੇ ਦੱਸਣਾ ਵੀ ਤੁਸੀਂ ਐਵੇਂ ਕਰੋ। ਤੇ ਜਦੋਂ ਮਤਲਬ ਕੋਈ ਜਨਮ ਹੋਇਆ ਤਾਂ ਉਦੋਂ ਪੁਜਾਰੀ ਨੂੰ ਸੱਦਿਆ ਤੇ ਉਹ ਕਹਿੰਦਾ ਵੀ ਤੁਸੀਂ ਇੰਝ ਕਰੋ। ਤਾਂ ਸਾਡਾ ਸਾਰਾ ਦਾਰਮਦਾਰ ਪੁਜਾਰੀ ਦੇ ਉੱਤੇ ਸੀ, ਤੇ ਉਹੀ ਸਿਸਟਮ ਸਾਡੇ ਵਿੱਚ ਆ ਗਿਆ। ਤੇ ਹੁਣ ਜਦੋਂ ਗੁਰਬਾਣੀ ਨੂੰ ਪੜ੍ਹਿਆ ਹੈ, ਸਾਡੇ ਪੜ੍ਹੇ ਲਿਖੇ ਪ੍ਰਚਾਰਕ ਆਏ ਨੇ ਔਰ ਜਾਂ ਸੰਗਤਾਂ ਨੇ ਆਪ ਗੁਰਬਾਣੀ ਨੂੰ ਪੜ੍ਹਨ ਦਾ ਯਤਨ ਕੀਤਾ ਹੈ, ਤਾਂ ਹੁਣ ਸੱਚਾਈ ਦੀ ਸਮਝ ਆਈ ਹੈ ਤੇ ਲੋਕ ਸੱਚ ਨੂੰ ਅਪਣਾ ਰਹੇ ਨੇ। ਤਾਂ ਜਿਹੜੀ ਸਾਡੀ ਕਿਤੇ ਗਲਤੀ ਜਾਂ ਭੁੱਲ ਸੀ, ਸਾਨੂੰ ਉਹ ਛੱਡ ਕੇ ਤੇ ਗੁਰਬਾਣੀ ਨੂੰ ਅਪਣਾ ਲੈਣਾ ਚਾਹੀਦਾ। ਧੰਨਵਾਦ। ਥੈਂਕ ਯੂ ਜੀ ਤੁਹਾਡਾ। ਤੇ ਸਾਡੇ ਨਾਲ ਆਈਪੈਡ ਤੇ ਹੱਥ ਖੜਾ ਕੀਤਾ ਸੀਗਾ ਜੀ, ਤੁਸੀਂ ਅਨਮਿਊਟ ਹੋ ਜਾਓ ਤੇ ਆਪਣਾ ਸਵਾਲ ਪੁੱਛ ਲਓ ਜਾਂ ਆਪਣੇ ਵਿਊ ਦੇ ਦਿਓ ਆਈਪੈਡ ਤੇ। ਹੈਲੋ ਜੀ, ਆਈਪੈਡ ਤੇ ਤੁਸੀਂ ਅਨਮਿਊਟ ਹੋ ਜਾਓ। ਤੁਸੀਂ ਹੱਥ ਖੜਾ ਕੀਤਾ ਸੀਗਾ, ਮੈਂ ਹੁਣ ਥੱਲੇ ਹੱਥ ਕਰ ਦਿੱਤਾ। ਨਹੀਂ ਜੀ, ਸ਼ਾਇਦ ਕਿਉਂਕਿ ਆਈਪੈਡ ਇਕੱਲਾ ਆਈਪੈਡ ਲਿਖਿਆ, ਇਸ ਕਰਕੇ ਮੈਨੂੰ ਪਤਾ ਨਹੀਂ ਵੀ ਕਿਹਨੇ ਕੀਤਾ ਸੀਗਾ। ਤੇ ਆਈਪੈਡ ਕਈ ਹੈਗੇ ਆ ਸਾਡੇ ਕੋਲ, ਇਸ ਕਰਕੇ ਪਤਾ ਨਹੀਂ ਲੱਗ ਰਿਹਾ। ਰਵਿੰਦਰ ਸਿੰਘ ਜੀ, ਤੁਸੀਂ ਫਿਰ ਅਨਮਿਊਟ ਹੋਏ ਆ। ਚਲੋ ਜੇ ਟਾਈਮ ਹੈ ਤਾਂ ਨਹੀਂ, ਟਾਈਮ ਸਾਡੇ ਕੋਲ ਹੈਗਾ ਜੀ, ਕਿਉਂਕਿ ਪਤਾ ਨਹੀਂ ਕੀ ਗੱਲ ਹੈ ਵੀ ਕਈ ਵਾਰੀ ਇਹ ਡਿਸਕਸ਼ਨ ਦਾ ਤਾਂ ਹੈਗਾ ਜੀ ਵਿਸ਼ਾ ਵਧੀਆ। ਇੱਕ ਗੱਲ ਸੀ ਕਿ ਮੈਂ ਤਾਂ ਚਲੋ ਉਹਦੇ ਵਿੱਚ ਨਹੀਂ ਬਿਲੀਵ ਕਰਦਾ ਕਿ ਇਦਾਂ ਹੋਈ ਸੀ, ਪਰ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਜਿਹੜੀ ਗੱਲ ਕੀਤੀ ਜਾਂਦੀ ਹੈ ਕਿ ਉੱਥੇ ਇੱਕ ਚੱਦਰ ਸੀ, ਚੱਦਰ ਚੱਕੀ ਦਾ ਫੁੱਲ ਨਿਕਲਿਆ ਹੈ। ਥੋੜਾ ਜਿਹਾ ਉੱਚਾ ਬੋਲੋ, ਥੋੜਾ ਜਿਹਾ। ਹਾਂਜੀ, ਇੱਕ ਗੱਲ ਕਾਫੀ ਪ੍ਰਚਲਿਤ ਹੋ ਚੁੱਕੀ ਹੈ ਆਪਣੀ ਕੌਮ ਵਿੱਚ, ਕਿ ਆਪਣੀ ਕੌਮ ਕਿ ਸੁਣੀ ਆ ਮੈਂ ਵੈਸੇ, ਕਿ ਜਦੋਂ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਇੱਕ ਚੱਦਰ ਸੀ, ਜਦੋਂ ਚੱਦਰ ਚੱਕੀ ਦਾ ਫੁੱਲ ਨਿਕਲੇ। ਤੁਸੀਂ ਉਹਦੇ ਬਾਰੇ ਥੋੜਾ ਜਿਹਾ ਕੁਝ ਕਹੋਗੇ? ਮੈਂ ਤਾਂ ਨਹੀਂ ਬਿਲੀਵ ਕਰਦਾ ਇਸ ਚੀਜ਼ 'ਚ, ਪਰ ਤੁਸੀਂ ਥੋੜਾ ਜਿਹਾ ਗੱਲ ਦੱਸੋਗੇ ਇਹਦੇ ਬਾਰੇ? ਨਹੀਂ ਵੀਰ ਜੀ, ਉਹ ਜਿਹੜੀ ਚਾਦਰ ਵਾਲੀ ਗੱਲ ਹੈ ਨਾ, ਉਹ ਬਾਅਦ ਦੇ ਵਿੱਚ ਕਹੀ ਗਈ ਹੈ। ਅਸਲ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਰੀਰ ਤਿਆਗਿਆ ਔਰ ਉਹਨਾਂ ਦਾ ਜੋ ਇਤਿਹਾਸ ਤੋਂ ਮਤਲਬ ਸਿਆਣੇ ਬੰਦੇ ਕਹਿੰਦੇ ਨੇ, ਉਹਨਾਂ ਦਾ ਅੰਤਮ ਸੰਸਕਾਰ ਕੀਤਾ ਗਿਆ। ਤੇ ਚਾਦਰ ਨਹੀਂ ਹੈਗੀ, ਕਿਉਂਕਿ ਸਰੀਰ ਜਿਹੜਾ ਕਿਤੇ ਸੱਚਖੰਡ ਵਿੱਚ ਜਾਂਦਾ ਨਹੀਂ। ਗੁਰਬਾਣੀ ਦਾ ਪਾਵਨ ਵਚਨ ਹੈ ਵੀ ਜਿੱਥੇ ਲੇਖਾ ਮੰਗੀ ਹੈ ਤਿੱਥੇ ਦੇਹ ਜਾਤ ਨਾ ਜਾਏ, ਕਿ ਜਿੱਥੇ ਲੇਖਾ ਮੰਗਿਆ ਜਾਂਦਾ ਹੈ ਉੱਥੇ ਰੱਬ ਦੇ ਦਰ ਦੇ ਉੱਤੇ ਕੋਈ ਦੇਹੀ ਜਾਂ ਜਾਤ ਨਹੀਂ ਜਾਂਦੀ। ਦੇਹੀ ਜਾਤ ਨਾਲ ਅੱਗੇ ਜਾਏ, ਦੇਹੀ ਅੱਗੇ ਜਾਂਦੀ ਹੀ ਨਹੀਂ। ਤੇ ਦੂਜੇ ਨੰਬਰ ਤੇ ਰੱਬ ਜਿਹਦੇ ਵਿੱਚ ਸਮਾਣਾ ਹੈ, ਗੁਰੂ ਨਾਨਕ ਦੇਵ ਜੀ ਤਾਂ ਆਪ ਕਹਿ ਰਹੇ ਨੇ ਕਿ ਓੰਕਾਰ ਕਿ ਉਹ ਸਭ ਥਾਵਾਂ ਤੇ ਸਮਾਇਆ ਹੋਇਆ ਹੈ, ਕੁਦਰਤ ਕਰਕੇ ਵਸਿਆ ਸੋਏ। ਤਾਂ ਜਿਹੜਾ ਕੁਦਰਤ ਦੇ ਵਿੱਚ ਸਮਾਇਆ, ਜਲਥਲ ਮਹੀਲ ਪੂਰਿਆ ਰਵਿਆ ਵਿੱਚ ਵਣਾ, ਉਹਦੇ ਕੋਲ ਵੱਖਰੇ ਥਾਂ ਦੇ ਉੱਤੇ ਦੇਹੀ ਗੁਰੂ ਜੀ ਦੀ ਜਾਵੇ ਤਾਂ ਇਹ ਗੁਰਬਾਣੀ ਦੀ ਕਸਵੱਟੀ ਤੇ ਪੂਰੀ ਨਹੀਂ ਹੋਈ। ਇਸ ਲਈ ਗੁਰੂ ਨਾਨਕ ਦੇਵ ਜੀ ਦਾ ਅੰਤਮ ਸੰਸਕਾਰ ਕਿਵੇਂ ਹੋਇਆ, ਉਹਦੇ ਵਾਸਤੇ ਸਿੱਖ ਵਿਦਵਾਨਾਂ ਨੂੰ ਖੋਜ ਕਰਨੀ ਚਾਹੀਦੀ ਹੈ। ਸ਼੍ਰੋਮਣੀ ਕਮੇਟੀ ਨੂੰ, ਅਕਾਲ ਤਖਤ ਦੇ ਜਥੇਦਾਰ ਸਾਹਿਬ ਜੀ ਨੂੰ, ਜਾਂ ਜਿਹੜੀਆਂ ਪੰਜਾਬੀ ਯੂਨੀਵਰਸਿਟੀ ਜਾਂ ਹੋਰ ਜਿਹੜੇ ਵਿਦਵਾਨ ਨੇ, ਉਹਨਾਂ ਨੂੰ ਇਸ ਪਾਸੇ ਖਾਸ ਧਿਆਨ ਦੇ ਕੇ ਇਹ ਖੋਜ ਕਰਕੇ ਉਹ ਚੀਜ਼ਾਂ ਸਾਡੇ ਸਾਹਮਣੇ ਲਿਆਉਣੀਆਂ ਚਾਹੀਦੀਆਂ ਨੇ। ਬਾਕੀ ਦੇਹੀ ਉੱਤੇ ਜਾਣ ਵਾਲੀ ਜਾਂ ਫੁੱਲਾਂ ਵਾਲੀ ਗੱਲ ਜਿਹੜੀ ਹੈ ਉਹ ਠੀਕ ਨਹੀਂ ਹੈ। ਉਹਦੇ ਵਿੱਚ ਇਸ ਤਰ੍ਹਾਂ ਨਾ ਤੁਸੀਂ ਦੇਖੋ ਕਿ ਆਮ ਜਦੋਂ ਅਸੀਂ ਵਿਦਵਾਨਾਂ ਨੂੰ ਪੜ੍ਹਦੇ ਹਾਂ ਤਾਂ ਇਹ ਗੱਲ ਕਹੀ ਜਾਂਦੀ ਕਿ 3 ਕਰੋੜ ਸਿੱਖ ਸੀ ਗੁਰੂ ਨਾਨਕ ਦੇਵ ਜੀ ਦੇ ਸਮੇਂ, ਯਾਨੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਸਿੱਖਾਂ ਦੀ ਇੰਨੀ ਗਿਣਤੀ ਸੀ। ਤੇ ਗੁਰੂ ਨਾਨਕ ਦੇਵ ਜੀ ਸਰੀਰ ਤਿਆਗ ਰਹੇ ਨੇ, ਤੇ ਹਿੰਦੂ ਕਹਿ ਰਹੇ ਨੇ ਕਿ ਅਸੀਂ ਸੰਸਕਾਰ ਕਰਨਾ ਹੈ, ਮੁਸਲਮਾਨ ਕਹਿ ਰਹੇ ਨੇ ਅਸੀਂ ਦਫਨਾਉਣਾ ਹੈ। ਤੇ ਉਹ 3 ਕਰੋੜ ਸਿੱਖ ਕਿੱਥੇ ਗਏ?
ਫਿਰ ਗੁਰੂ ਨਾਨਕ ਦੇਵ ਜੀ ਦੇ ਬੇਟੇ ਨੇ ਦੋ, ਉਹ ਕਿਉਂ ਨਹੀਂ ਕੁਝ ਬੋਲ ਰਹੇ। ਗੁਰੂ ਅੰਗਦ ਦੇਵ ਜੀ ਮੌਕੇ ਦੇ ਉੱਤੇ ਹਾਜ਼ਰ ਨੇ, ਤਾਂ ਜਿੱਥੇ ਗੁਰੂ ਅੰਗਦ ਦੇਵ ਜੀ ਨੇ ਹੋਰ ਵੀ ਸਿੱਖ ਸੰਗਤਾਂ ਉਹ ਕੁਝ ਕਹਿ ਹੀ ਨਹੀਂ ਰਹੇ ਕਿ ਗੁਰੂ ਸਾਡਾ ਹੈ। ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਸਿਰਫ ਇਸ ਕਰਕੇ ਕਹਾਣੀ ਬਣਾਈ ਗਈ ਹੈ ਕਿ ਗੁਰੂ ਨਾਨਕ ਦੇਵ ਜੀ ਹਿੰਦੂ ਮੁਸਲਮਾਨ ਦੇ ਸਾਂਝੇ ਸੀ, ਇਹ ਇਸ਼ਾਰਾ ਕਰਦੇ ਨੇ। ਬਾਕੀ ਉਹ ਚਾਦਰ ਖਾਲੀ ਰਹਿ ਜਾਣੀ ਜਾਂ ਫੁੱਲ ਨਿਕਲਣੇ, ਇਹਦੇ ਨਾਲ ਮੇਰੀ ਸਹਿਮਤੀ ਨਹੀਂ ਹੈ। ਹਾਂਜੀ, ਮੈਂ ਵੀ ਇਹੋ ਸੋਚਦਾ ਸੀ ਕਿ ਅਸੀਂ ਇਹ ਕਹਿ ਦਿੱਤਾ ਕਿ ਕਿਸੇ ਨੂੰ ਕੋਈ ਜ਼ਿੰਮੇਵਾਰੀ ਨਹੀਂ ਸੀ। ਗੁਰੂ ਅੰਗਦ ਦੇਵ ਵੀ ਉੱਥੇ ਸੀਗੇ ਤੇ ਅਸੀਂ ਸਾਰਿਆਂ ਨੇ ਕਹਿਤਾ ਕਿ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਸੀ, ਉਹ ਕੁਛ ਨਹੀਂ ਕੀਤਾ ਉਹਨਾਂ ਨੇ। ਨਹੀਂ, ਐਸਾ ਨਹੀਂ ਹੈ। ਤਾਂ ਸਾਨੂੰ ਇਹ ਤਾਂ ਅੰਡਰਸਟੈਂਡ ਕਰਨਾ ਚਾਹੀਦਾ, ਆਪ ਸਮਝਣਾ ਚਾਹੀਦਾ, ਕਿਉਂਕਿ ਗੁਰੂ ਨਾਨਕ ਦੇਵ ਜੀ ਦੇਖੋ ਜਪਜੀ ਸਾਹਿਬ ਅਸੀਂ ਪੂਰਾ ਵਿਚਾਰਿਆ, ਉਹਦੇ ਵਿੱਚ ਅਸੀਂ ਸੱਚਖੰਡ ਬਾਰੇ ਵਿਚਾਰ ਕੀਤੀ ਕਿ ਸੱਚਖੰਡ ਕੀ ਹੈ। ਨੰਬਰ 2, ਗੁਰੂ ਜੀ ਕਹਿ ਰਹੇ ਨੇ ਵੀ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਹੋਣਾ ਵੀ ਹਰ ਥਾਂ ਤੇ ਸਭ ਮੈਂ ਜੋਤ ਜੋਤ ਹੈ ਸੋਏ, ਤਾਂ ਫਿਰ ਉਹ ਦੇਹੀ ਕਿੱਥੇ ਗਈ। ਇਸ ਕਰਕੇ ਚੀਜ਼ਾਂ ਜਿਹੜੀਆਂ ਨੇ ਉਹ ਠੀਕ ਨਹੀਂ ਹੈ। ਬਾਬੇ ਸ੍ਰੀ ਚੰਦ ਵਾਲੀ ਜਿਹੜੀ ਫੋਟੋ ਬਣਾਤੀ, ਉੱਤੋਂ ਉਹਨਾਂ ਨੇ ਉਹ ਬੱਚਾ ਜਿਹੜੇ ਸੀ ਕਈ ਯੋਜਨ ਫੁਲਾਇਆ ਜੋ ਘੋੜੇ ਤੇ ਜਾ ਰਹੇ ਸਨ ਲੇਖਾ ਦੇਣ ਵਾਸਤੇ, ਤਾਂ ਉਹ ਸਾਰੀਆਂ ਮਨੋਕਲਪਿਤ ਚੀਜ਼ਾਂ। ਪਰ ਇਹ ਲਿਖੀਆਂ ਵੀ ਤਾਂ ਬਾਅਦ ਦੇ ਵਿੱਚ ਹੀ ਗਈਆਂ, ਜਿੱਦਾਂ ਸਟੋਰੀਆਂ ਬਣਾ ਕੇ ਜਿਹੜੀ ਚੀਜ਼ ਹੈਪਨ ਹੋ ਗਈ ਆ ਉਹਦੇ ਬਾਅਦ ਦੇ ਵਿੱਚ ਸਾਲ 200 ਸਾਲ 200 ਸਾਲ ਬਾਅਦ ਜੇ ਤਾਂ ਲਿਖੀ ਜਾਵੇ, ਕਿਹਦੇ ਕੋਲ ਕਿਹਨੂੰ ਕੀ ਪਤਾ ਵੀ ਕੀ ਕੁਛ ਹੋਇਆ, ਜਦ ਗੁਰਬਾਣੀ ਤਾਂ ਇਹਨਾਂ ਦੀ ਗਵਾਹੀ ਭਰਦੀ ਕੋਈ ਨਹੀਂ। ਦੇਖੋ ਜਨਮ ਸਾਖੀ ਜਿਹੜੀ ਵੀਰ ਜੀ, ਇਹਦੇ ਬਾਰੇ ਤਾਂ ਸਪਸ਼ਟ ਹੋ ਚੁੱਕਾ ਹੈ ਨਾ ਕਿ ਗੁਰੂ ਨਾਨਕ ਦੇਵ ਜੀ ਦੇ ਟਾਈਮ ਨਹੀਂ ਲਿਖੀ ਗਈ, ਗੁਰੂ ਅੰਗਦ ਦੇਵ ਦੇ ਟਾਈਮ ਵੀ ਨਹੀਂ। ਮਤਲਬ ਇਹ ਜਿਹੜੀ ਜਨਮ ਸਾਖੀ ਅੱਜ ਕੱਲ੍ਹ ਪ੍ਰਚਲਿਤ ਹੈ ਨਾ, ਉਹ ਜਨਮ ਸਾਖੀ 6ਵੇਂ ਪਾਤਸ਼ਾਹ ਦੇ ਕਰੀਬ ਟਾਈਮ ਵਿੱਚ ਲਿਖੀ ਗਈ ਹੈ, ਕਿਉਂਕਿ ਜਨਮ ਸਾਖੀ ਦੇ ਵਿੱਚੋਂ ਸਾਨੂੰ ਚੀਜ਼ਾਂ ਮਿਲ ਜਾਂਦੀਆਂ ਨੇ। ਜਦੋਂ ਆਪ ਜੀ ਜਨਮ ਸਾਖੀ ਪੜ੍ਹੋਗੇ ਨਾ ਭਾਈ ਬਾਲੇ ਵਾਲੀ, ਤਾਂ ਉਹਦੇ ਵਿੱਚ ਇੱਕ ਸਾਖੀ ਆਪ ਜੀ ਨੂੰ ਮਿਲੇਗੀ ਕਿ ਮੈਂ ਤੇ ਭਾਈ ਮਰਦਾਨਾ ਜੀ ਔਰ ਗੁਰੂ ਨਾਨਕ ਦੇਵ ਜੀ ਅਸੀਂ ਜਾ ਰਹੇ ਸਾਂ, ਭਾਈ ਬਾਲਾ ਜੀ ਕਹਿ ਰਹੇ ਨੇ, ਤੇ ਸਾਨੂੰ ਬਾਬਾ ਫਰੀਦ ਜੀ ਮਿਲੇ, ਉਹਨਾਂ ਦੇ ਨਾਲ ਗੋਸ਼ਟ ਹੋਈ, ਤੇ ਇੱਕ ਬੰਦਾ ਉੱਥੇ ਲੋਹੇ ਦਾ ਤਬਲਬਾਜ਼ ਦੁੱਧ ਦਾ ਭਰ ਕੇ ਲੈ ਆਇਆ, ਤੇ ਉਹ ਅਸੀਂ 5 ਬੱਖਰੀ ਕੀਤੇ ਤੇ ਉਹਨੂੰ ਪੀਤਾ, ਤੇ ਗੁਰੂ ਨਾਨਕ ਦੇਵ ਜੀ ਸੌਂ ਗਏ। ਤਾਂ ਬਾਬਾ ਫਰੀਦ ਜੀ ਨੇ ਕਿਹਾ ਕਿ ਜਿਹੜੇ ਜਾਗਦੇ ਨੇ ਉਦਾਤ ਤੇ ਤੁਸੀਂ ਦੁੱਧ ਪੀਤਾ ਨਹੀਂ, ਤੇ ਗੁਰੂ ਜੀ ਨੇ ਕਿਹਾ ਕਿ ਇਹਦੇ ਵਿੱਚ ਹੱਥ ਮਾਰੋ, ਤੇ ਵੇਖਿਆ ਇਹਦੇ ਵਿੱਚ 5 ਮੋਹਰਾਂ ਸੀ। ਤਾਂ ਹੁਣ ਦੇਖੋ ਜੇ ਇਸ ਸਾਖੀ ਨੂੰ ਜਿਹੜੀ ਲਿਖੀ ਜਨਮ ਸਾਖੀ ਵਿੱਚ ਇਹਨੂੰ ਮੰਨਿਆ ਜਾਏ ਤਾਂ ਬਾਬਾ ਫਰੀਦ ਜੀ ਤਾਂ ਗੁਰੂ ਨਾਨਕ ਦੇਵ ਜੀ ਤੋਂ 200 ਸਾਲ ਪਹਿਲਾਂ ਹੋ ਰਹੇ ਨੇ, ਉਹਨਾਂ ਨਾਲ ਗੋਸ਼ਟ ਨਹੀਂ ਹੋ ਸਕਦੀ। ਫਿਰ 4-5 ਸਾਖੀਆਂ ਛੱਡ ਕੇ 5ਵੀਂ 6ਵੀਂ ਸਾਖੀ ਤੇ ਫਿਰ ਲਿਖਿਆ ਹੈ ਕਿ ਸਾਨੂੰ ਸ਼ੇਖ ਬ੍ਰਹਮ ਜੀ ਮਿਲੇ, ਉਹਨਾਂ ਨਾਲ ਗੋਸ਼ਟ ਹੋਈ, ਸੇਮ ਸਾਖੀ। ਹੁਣ ਸ਼ੇਖ ਬ੍ਰਹਮ ਜਿਹੜੇ ਨੇ ਉਹ ਬਾਬਾ ਫਰੀਦ ਜੀ ਦੇ ਥਾਂ ਦੇ ਉੱਤੇ 11ਵੀਂ ਜਗ੍ਹਾ ਤੇ ਨੇ, ਤਾਂ ਇਸ ਕਰਕੇ ਉਹ ਫਿਰ ਅੱਗੇ ਚੱਲ ਕੇ ਇੱਕ ਸਾਖੀ ਆਉਂਦੀ ਕਿ ਮੈਂ ਤੇ ਭਾਈ ਮਰਦਾਨਾ ਔਰ ਗੁਰੂ ਨਾਨਕ ਦੇਵ ਜੀ ਜਾ ਰਹੇ ਸੀ, ਤੇ ਮਰਦਾਨੇ ਨੂੰ ਭੁੱਖ ਲੱਗੀ ਤੇ ਉਹਨਾਂ ਨੇ ਰੋਟੀ ਖਾਣ ਦੀ ਇੱਛਾ ਪ੍ਰਗਟ ਕੀਤੀ, ਤੇ ਗੁਰੂ ਨਾਨਕ ਦੇਵ ਨੇ ਕਿਹਾ ਵੀ ਇਹ ਪਿੰਡ ਵਿੱਚ ਜਾ ਕੇ ਵੇਖ ਲੈ ਜੇ ਮਿਲਦੀ। ਤੇ ਉਹ ਪਿੰਡ ਵਿੱਚ ਗਏ, ਉਹਨਾਂ ਨੂੰ ਕਿਸੇ ਨੇ ਪ੍ਰਸ਼ਾਦਾ ਪਾਣੀ ਨਹੀਂ ਦਿੱਤਾ, ਤੇ ਮੁੜ ਕੇ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਵੀ ਇਧਰ ਜੰਗਲ ਵੱਲ ਚੱਲਦੇ ਆ। ਉਧਰ ਨੂੰ ਗਏ ਤਾਂ ਉੱਥੇ ਇੱਕ ਝੌਂਪੜੀ ਸੀ, ਉੱਥੇ ਗੁਰੂ ਨਾਨਕ ਦੇਵ ਦਾ ਕੋਈ ਪਿਆਰਾ ਜਿਹਨੇ ਪਾਟੀ ਜੀ ਕੰਬਲੀ ਲਈ ਸੀ ਤੇ ਘਾਹ ਦੀ ਜਿਹਨੇ ਕੁੱਲੀ ਬਣਾਈ ਸੀ ਉਹਦੇ ਵਿੱਚ, ਤੇ ਉਹਨਾਂ ਨੇ ਉਹ ਕੰਬਲੀ ਆਏ ਗਏ ਇਹਨਾਂ ਮਹਾਂਪੁਰਸ਼ਾਂ ਵਾਸਤੇ ਵਿਛਾ ਦਿੱਤੀ, ਤੇ ਉਹਨਾਂ ਨੇ ਬੜੇ ਪਿਆਰ ਦੇ ਨਾਲ ਚੱਕੀ ਪੀ ਕੇ ਤੇ ਆਟਾ ਬਣਾ ਕੇ ਪ੍ਰਸ਼ਾਦਾ ਪਾਣੀ ਛਕਾਇਆ। ਤੇ ਗੁਰੂ ਨਾਨਕ ਦੇਵ ਜੀ ਨੇ ਉੱਥੇ ਇੱਕ ਸ਼ਬਦ ਉਚਾਰਨ ਕੀਤਾ, ਸੂਹੀ ਮਹਿਲਾ ਪਹਿਲਾ, ਭਲੀ ਸੁਹਾਵੀ ਛਾਪਰੀ ਜਾਮੇ ਗੁਣ ਗਾਏ, ਕਿਤਨੀ ਕਾਜ ਨਾ ਤੌਲ ਹਰ ਬਿਸਰਾਏ। ਇਹ ਸ਼ਬਦ ਸੂਹੀ ਮਹਿਲਾ ਪਹਿਲਾ ਇਹ ਜਨਮ ਸਾਖੀ ਵਿੱਚ ਲਿਖਿਆ, ਪਰ ਇਹ ਸ਼ਬਦ ਗੁਰੂ ਅਰਜਨ ਦੇਵ ਜੀ ਦਾ ਸੂਹੀ ਮਹਿਲਾ ਪੰਜਵਾਂ ਭਲੀ ਸੁਹਾਵੀ ਛਾਪਰੀ ਜਾਮੇ ਗੁਣ ਗਾਏ। ਤਾਂ ਇਟ ਮੀਨਸ ਜਨਮ ਸਾਖੀ ਉਦੋਂ ਲਿਖੀ ਗਈ ਜਦੋਂ ਗੁਰੂ ਅਰਜਨ ਦੇਵ ਜੀ ਬਾਣੀ ਉਚਾਰ ਚੁੱਕੇ ਨੇ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਹੋ ਚੁੱਕਾ ਹੈ। 6ਵੇਂ ਪਾਤਸ਼ਾਹ ਦੇ ਕਰੀਬ ਹਿੰਦਾਲੀਆਂ ਨੇ ਲਿਖਵਾਈ ਹੈ, ਔਰ ਉਹਦੇ ਜਨਮ ਸਾਖੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਗੁਰੂ ਜਿਹੜਾ ਹੈ ਉਹ ਦੇਹਧਾਰੀ ਸਾਬਤ ਕਰਨ ਦਾ ਯਤਨ, ਇਸ ਲਈ ਜਿਹੜੀਆਂ ਚੀਜ਼ਾਂ ਨੇ ਬਾਅਦ ਵਿੱਚ ਲਿਖੀਆਂ। ਪ੍ਰੋਫੈਸਰ ਸਾਹਿਬ ਸਿੰਘ ਜਿਨ੍ਹਾਂ ਨੇ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਕੀਤਾ, ਉਹਨਾਂ ਨੇ ਆਪਣੇ ਵਿਆਕਰਣ ਦੇ ਮੁਤਾਬਕ ਇਹ ਸਿੱਧ ਕਰ ਦਿੱਤਾ ਕਿ ਭਾਈ ਪਾਲਾ ਕੋਈ ਐਗਜ਼ਿਸਟ ਹੀ ਨਹੀਂ ਕਰਦਾ, ਸਿਰਫ ਮਰਦਾਨਾ ਜੀ ਹੋਏ ਆ, ਭਾਈ ਪਾਲਾ ਐਗਜ਼ਿਸਟ ਨਹੀਂ ਕਰਦਾ। ਉਹਦੇ ਵਾਸਤੇ ਤੁਸੀਂ ਇੱਕ ਕਿਤਾਬ ਪੜ੍ਹ ਸਕਦੇ ਹੋ ਆਦ ਬੀੜ ਬਾਰੇ, ਆਦ ਬੀੜ ਬਾਰੇ ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਪੁਸਤਕ, ਤੁਸੀਂ ਆਪ ਸਾਰੇ ਪੜ੍ਹ, ਉਹਦੇ ਵਿੱਚ ਬਹੁਤ ਕੁਛ ਆਪ ਹਾਂਜੀ ਬਹੁਤ ਕੁਛ ਕਲੀਅਰ ਹੋ ਸਕਦਾ। ਹਾਂਜੀ ਇੱਕ ਮਿੰਟ ਦਵਿੰਦਰ ਕੌਰ ਜੀ, ਇੱਕ ਮਿੰਟ ਵੇਟ ਕਰੋ, ਆਉਣੇ ਤੁਹਾਡੇ ਕੋਲ ਸਾਰਿਆਂ ਕੋਲ ਆਉਣੇ ਆ ਜੀ, ਸਾਡੇ ਕੋਲ ਕਾਫੀ ਜਣੇ ਅਨਮਿਊਟ ਹੋਏ ਆ, ਹਨਾ। ਤੇ ਪਹਿਲਾਂ ਮੈਂ ਰਵਿੰਦਰ ਸਿੰਘ, ਤੁਸੀਂ ਤਾਂ ਨਹੀਂ ਕਹਿਣਾ ਕੁਛ? ਤੁਸੀਂ ਮਾੜਾ ਜਿਹਾ ਇਹੋ ਕਹਿਣਾ ਸੀ ਕਿ ਜੋ ਕੁਛ ਅਸੀਂ ਕਰਦੇ ਹਾਂ, ਜੋ ਸਾਡੀ ਕੌਮ ਕਰਦੀ ਆ,
ਜੇ ਦੇਖੀਏ ਤਾਂ ਹੁਣ ਆ ਜਿਹੜਾ ਆਪਾਂ ਪੜ੍ਹਿਆ ਸੱਤ ਬਾਣੀ ਪੜ੍ਹੀ ਹੈ, ਕਿੰਨੇ ਟਾਈਮ ਦੀ ਲਿਖੀ ਹੈ, ਕਿੰਨੇ ਚਿਰ ਪਹਿਲੋਂ ਦੀ ਲਿਖੀ ਹੈ, ਤੇ ਅਸੀਂ ਸਦਾ ਹੀ ਉਹ ਤੋਂ ਉਲਟ ਕੰਮ ਕਰਦੇ ਹਾਂ ਸਾਰੇ। ਹੈ ਕੋਈ ਕੰਮ ਸਿੱਧਾ ਕੋਈ ਕਰਦੇ ਹਾਂ ਅਸੀਂ? ਪੜ੍ਹੀ ਨਹੀਂ। ਤੇ ਚਲੋ ਮੈਂ ਬਹੁਤਾ ਨਹੀਂ ਹੁਣ ਕਹਿੰਦਾ ਵਿੱਚ। ਕੋਈ ਗੱਲ ਦੇ ਵਿੱਚ ਨਾ ਸਿਰਫ ਪ੍ਰੋਬਲਮ ਜਿਹੜੀ ਆਈ ਨਾ, ਜਿਹੜੀ ਤੁਸੀਂ ਇਹ ਹੁਣ ਗੱਲ ਕਹੀ ਹੈ ਕਿ ਇੰਨੇ ਚਿਰ ਤੋਂ ਅਸੀਂ ਪੜ੍ਹ ਰਹੇ ਹਾਂ, ਯਾਨੀ ਅਸੀਂ ਬਾਣੀ ਨੂੰ ਨਾ ਵਿਚਾਰਿਆ ਨਹੀਂ। ਸਿਰਫ ਸਾਡੀ ਪ੍ਰੋਬਲਮ ਇਹ ਰਹੀ, ਦੇਖੋ ਹੁਣ ਤੁਸੀਂ ਉਹ ਸਾਰੇ ਜਾਂ ਮੈਂ ਆ, ਤਾਂ ਪ੍ਰੋਬਲਮ ਇਹ ਰਹੀ ਕਿ ਤੁਸੀਂ ਗੁਰਬਾਣੀ ਦੇ ਮੀਨਿੰਗ ਆਪ ਨਹੀਂ ਪੜ੍ਹੇ, ਤੁਸੀਂ ਰਹੇ ਸਾਡੇ ਭਰੋਸੇ। ਤੇ ਸਾਡੇ ਕੋਲ ਜਿਹੋ ਜਿਹਾ ਨੌਲੇਜ ਸੀ ਜਾਂ ਸਾਡੀ ਜੈਸੀ ਮਾਨਸਿਕਤਾ ਸੀ, ਉਹ ਅਸੀਂ ਤੁਹਾਨੂੰ ਕਹਿ ਦਿੱਤਾ, ਸਾਨੂੰ ਚਾਹੀਦੇ ਸੀ ਪੈਸੇ। ਹੁਣ ਦੇਖੋ ਪ੍ਰੋਬਲਮ ਇਹ ਹੈ ਕਿ ਜੇ ਅਸੀਂ ਸੱਚ ਬੋਲਦੇ ਹਾਂ ਤਾਂ ਤੁਹਾਡੇ ਵਿੱਚੋਂ ਹੀ ਬਹੁਤ ਸਾਰੇ ਬੰਦੇ ਵੀਰ ਭੈਣਾਂ ਵਿਰੋਧੀ ਹੋ ਜਾਣਗੇ। ਤੇ ਜੇ ਮੈਂ ਇੱਥੇ ਗੱਲਾਂ ਕਰਾਂ ਥੋੜੀਆਂ ਜਿਹੀਆਂ ਮਸਾਲੇ ਮਸੂਲੇ ਲਾ ਕੇ ਤੁਹਾਨੂੰ ਥੋੜੀ ਜਿਹੀ ਫੂਕ ਫਾਕ ਜੀ ਦਿਆਂ ਤੇ ਕੋਈ 4 ਪੈਸੇ ਮੇਰੇ ਕੋਲ ਵੱਧ ਆ ਸਕਦੇ ਨੇ, ਲੇਕਿਨ ਇਹ ਗੱਲਾਂ ਕਰਕੇ ਤਾਂ ਮੈਂ ਮਤਲਬ ਆਪਣੀ ਮਾਇਆ ਤੇ ਤਾਂ ਘੱਟ ਤੋਂ ਘੱਟ ਕੁਹਾੜੀ ਮਾਰਾਂਗਾ ਨਾ, ਤੇ ਆਮ ਬੰਦਾ ਇਹ ਚੀਜ਼ ਨਹੀਂ ਚਾਹੁੰਦਾ। ਤਾਂ ਇਸ ਕਰਕੇ ਤੁਸੀਂ ਸਾਡੇ ਭਰੋਸੇ ਰਹੇ। ਹੁਣ ਜੇ ਤੁਸੀਂ ਸਾਡੇ ਤੇ ਪੂਰਾ ਵਿਸ਼ਵਾਸ ਕਰ ਲਿਆ ਤੇ ਅਸੀਂ ਤੁਹਾਡੇ ਨਾਲ ਜੇ ਬੇਵਿਸ਼ਵਾਸੀ ਕਰ ਜਾਈਏ ਤਾਂ ਉਹ ਸਾਡੀ ਗਲਤੀ। ਇਸ ਲਈ ਸਿੱਖ ਨੂੰ ਚਾਹੀਦਾ ਆਪ ਬਾਣੀ ਪੜ੍ਹਨੀ। ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਗੱਦੀ ਦਿੱਤੀ ਹੈ ਗੁਰੂ ਜੀ ਨੇ, ਤਾਂ ਤੁਹਾਡਾ ਡਾਇਰੈਕਟ ਜਿਹੜਾ ਸੰਬੰਧ ਹੈ ਉਹ ਗੁਰੂ ਦੇ ਨਾਲ ਹੋਣਾ ਚਾਹੀਦਾ ਹੈ, ਵਿੱਚ ਕੋਈ ਵਿਚੋਲਾ ਨਾ ਹੋਵੇ। ਜਦੋਂ ਤੁਸੀਂ ਆਪ ਬਾਣੀ ਪੜ੍ਹੋਗੇ, ਮੀਨਿੰਗ ਸਮਝੋਗੇ ਤੇ ਪ੍ਰੋਬਲਮਸ ਨਹੀਂ ਹੋਣਗੇ, ਜੋ ਮੈਨੂੰ ਫੀਲ ਹੁੰਦਾ। ਸ਼ਾਇਦ ਮੇਰੇ ਨਾਲ ਤੁਸੀਂ ਸਹਿਮਤ ਹੋਗੇ ਇਸ ਗੱਲ ਤੋਂ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਤੇ ਕੁਲਦੀਪ ਕੌਰ ਜੀ, ਉਹਦੇ ਬਾਅਦ ਦੇ ਵਿੱਚ ਮੈਂ ਅਵਤਾਰ ਸਿੰਘ, ਨਰਿੰਦਰ ਸਿੰਘ ਜੱਸਲ ਤੇ ਆਪਣੇ ਘਰ ਵਾਲੇ ਨੂੰ ਵੀ ਕਹੂੰਗਾ ਵੀ ਅਨਮਿਊਟ ਹੋ ਜਾਵੇ। ਹਾਂਜੀ ਕੁਲਦੀਪ ਕੌਰ। ਗਿਆਨੀ ਜੀ। ਹਾਂਜੀ ਭੈਣ ਜੀ। ਜਨਮ ਸਾਖੀ ਦੀ ਡੈਫੀਨੇਸ਼ਨ ਕੀ ਹੈ? ਜਨਮ ਸਾਖੀ ਦੀ ਡੈਫੀਨੇਸ਼ਨ ਕੋਈ ਨਹੀਂ। ਜਨਮ ਸਾਖੀ ਇੱਕ ਨਾਮ ਹੈ ਜੀ ਇੱਕ ਪੁਸਤਕ ਦਾ, ਪੋਥੀ ਕਹਿ ਲਓ ਜਾਂ ਉਹਨੂੰ ਕੋਈ ਗ੍ਰੰਥ ਕਹਿੰਦਾ, ਕੋਈ ਪੋਥੀ ਕਹਿੰਦਾ। ਪੋਥੀ ਦਾ ਨਾਮ ਹੈ ਜਨਮ ਸਾਖੀ, ਤੇ ਉਹਦੇ ਵਿੱਚ ਗੁਰੂ ਨਾਨਕ ਦੇਵ ਜੀ ਦੀਆਂ ਜਿਹੜੀਆਂ ਜੀਵਨ ਦੀਆਂ ਕਹਾਣੀਆਂ ਲਿਖੀਆਂ ਗਈਆਂ ਨੇ। ਸਿਰਫ ਗੁਰੂ ਨਾਨਕ ਉਹਦੇ ਵਿੱਚ ਲਿਖਿਆ ਇਹ ਗਿਆ ਹੈ ਕਿ ਗੁਰੂ ਨਹੀਂ, ਉਹਦੇ ਵਿੱਚ ਜਿਹੜਾ ਭੂਮਿਕਾ ਲਿਖੀ ਉਹਦੇ ਵਿੱਚ ਇਹ ਸਾਨੂੰ ਅਹਿਸਾਸ ਕਰਾਇਆ ਗਿਆ ਕਿ ਗੁਰੂ ਅੰਗਦ ਦੇਵ ਜੀ ਨੇ ਉਹ ਜਨਮ ਸਾਖੀ ਲਿਖਵਾਈ, ਤੇ ਭਾਈ ਪੈੜੇ ਮੁਖੇ ਨੇ ਲਿਖੀ, ਤੇ ਭਾਈ ਬਾਲੇ ਨੇ ਜਿਹੜੀਆਂ ਨੇ ਸਾਖੀਆਂ ਸੁਣਾਈਆਂ। ਉਹਦੇ ਵਿੱਚ ਇਹ ਲਿਖਿਆ ਗਿਆ ਸ਼ੁਰੂ ਦੇ ਵਿੱਚ। ਜਨਮ ਸਾਖੀ ਦਾ ਮਤਲਬ ਜਿਹਦੇ ਵਿੱਚ ਗੁਰੂ ਨਾਨਕ ਦੇਵ ਦੀਆਂ ਸਾਖੀਆਂ ਲਿਖੀਆਂ ਗਈਆਂ ਨੇ, ਉਹਦਾ ਮਤਲਬ ਸਿਰਫ ਇੰਨਾ ਕਿ ਪਰ ਉਹ ਸਾਖੀਆਂ ਸਹੀ ਨੇ ਜਾਂ ਗਲਤ ਨੇ ਉਹ ਤਾਂ ਗੁਰਬਾਣੀ ਦੇ ਬੇਸ ਦੇ ਉੱਤੇ ਅਸੀਂ ਪਰਖਣ ਦੀ ਟਰਾਈ ਕਰਨੀ। ਤੇ ਕਹਿੰਦੇ ਜੀ ਜਨਮ ਸਾਖੀ ਸਿਰਫ ਗੁਰੂ ਨਾਨਕ ਸਾਹਿਬ ਦੀ ਹੋਈ ਲਿਖੀ ਕਿ ਬਾਕੀ ਗੁਰੂਆਂ ਦੀ ਵੀ? ਨਹੀਂ, ਜਨਮ ਸਾਖੀ ਜਾਦੀ ਗੁਰੂ ਨਾਨਕ ਦੇਵ ਦੇ ਨਾਮ ਤੇ। ਓਕੇ, ਥੈਂਕ ਯੂ। ਔਰ ਇਹਨਾਂ ਦੇ ਵਿੱਚ ਨਾ ਅਲੱਗ-ਅਲੱਗ ਜਨਮ ਸਾਖੀਆਂ ਨੇ, ਤੁਸੀਂ ਇੱਕ ਵਿੱਚ ਪੜੋਗੇ ਕੁਝ ਹੋਰ, ਦੂਜੇ ਵਿੱਚ ਸਾਖੀਆਂ ਵੱਧਦੀਆਂ ਗਈਆਂ ਨੇ, ਮਿਲਾਵਟ ਹੁੰਦੀ ਚਲੀ ਗਈ ਹੈ। ਤੇ ਇਸ ਕਰਕੇ ਉਹਨਾਂ ਦੇ ਵਿੱਚ ਪ੍ਰੋਬਲਮ ਤਾਂ ਹੈ ਹੀ ਹੈ, ਪਰ ਉਹ ਪ੍ਰੋਬਲਮ ਤਾਂ ਤੁਹਾਨੂੰ ਪਤਾ ਲੱਗੇਗਾ ਜੇ ਤੁਸੀਂ ਆਪ ਪੜੋਗੇ, ਗੁਰਬਾਣੀ ਨੂੰ ਬੇਸ ਬਣਾਓ। ਠੀਕ ਹੈ ਜੀ, ਥੈਂਕ ਯੂ ਜੀ। ਅਵਤਾਰ ਸਿੰਘ ਜੀ, ਭਾਈ ਸਾਹਿਬ। ਹਾਂਜੀ ਸਤਿ ਸ਼੍ਰੀ ਅਕਾਲ। ਜਿਹੜੇ 10ਵੇਂ ਪਾਤਸ਼ਾਹੀ ਦਾ ਵੀ ਇਦਾਂ ਹੀ ਕਹਿੰਦੇ ਆ ਜੀ ਕਿ ਉਹ ਘੋੜੇ ਦੇ ਸਵਾਰ ਸੇ ਤਾਂ ਉੱਪਰ ਨੂੰ ਚਲ ਗਿਆ, ਤਾਂ ਉਹ ਵੀ ਇਦਾਂ ਹੋਊਗੀ ਜੀ? ਹੈ ਨਹੀਂ ਵੀਰ ਜੀ, ਦੇਖੋ ਲਿਖਿਆ ਇਸੇ ਤਰ੍ਹਾਂ ਹੀ ਹੈ, ਲੇਕਿਨ ਐਸਾ ਹੈ ਨਹੀਂ, ਕਿਉਂਕਿ ਉੱਤੇ ਕੁਛ ਜਦੋਂ ਹੈ ਹੀ ਨਹੀਂ ਵੱਖਰਾ ਰੱਬ, ਤਾਂ ਫਿਰ ਉਹ ਕਿੱਥੇ ਚਲੇ ਗਏ? ਬਾਕੀ ਗੁਰੂ ਸਾਹਿਬਾਨ ਫਿਰ ਕਿਉਂ ਨਹੀਂ ਗਏ? ਜਾਂ ਇਸ ਕਰਕੇ ਨਾ ਇਹ ਚੀਜ਼ਾਂ ਕੁਛ ਐਸੀਆਂ ਨੇ ਜਿਹੜੀਆਂ ਗੁਰਬਾਣੀ ਤੋਂ ਦੂਰ ਦੀਆਂ ਚੀਜ਼ਾਂ ਨੇ। ਹੁਣ ਜਿਹੜਾ ਨਾ ਗੁਰੂ ਗੋਬਿੰਦ ਸਿੰਘ ਜੀ ਘੋੜੇ ਤੇ ਸਵਾਰ ਹੋ ਗਏ ਤੇ ਉਹ ਫਿਰ ਚਲੇ ਗਏ ਤੇ ਅੱਗੇ ਕਿਸੇ ਸਾਧੂ ਨੂੰ ਮਿਲੇ, ਇਹ ਜਿਹੜਾ ਚੀਜ਼ ਹੈ ਇਹ ਨਾਮਧਾਰੀਆਂ ਨੇ ਜੋੜੀ ਹੈ। ਕਿਉਂਕਿ ਨਾਮਧਾਰੀ ਜਦੋਂ ਵੀਰ ਨੇ ਉਹ ਇਸ ਸਾਖੀ ਨੂੰ ਅੱਗੇ ਚਲਾਉਣਗੇ ਤਾਂ ਉਹ ਫਿਰ ਕਹਿੰਦੇ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਹੜੀ ਗੁਰਿਆਈ ਗੱਦੀ ਹੈ ਉਹ ਬਾਲਕ ਸਿੰਘ ਨੂੰ ਦਿੱਤਾ, ਨਾਰੀਅਲ ਵਗੈਰਾ, ਤੇ ਅੱਗੋਂ ਗੁਰੂ ਰਾਮ ਸਿੰਘ ਤੇ 14 ਹੁਣ ਉਹ 14 ਗੁਰੂਆਂ ਦੀ ਅਰਦਾਸ ਕਰਦੇ ਨੇ। ਤੇ ਜੇ ਉਹ ਕਹਿਣ ਵੀ ਗੁਰੂ ਗੋਬਿੰਦ ਸਿੰਘ ਦਾ ਅੰਤਮ ਸੰਸਕਾਰ ਹੋ ਗਿਆ ਤੇ ਉਹਨਾਂ ਦੀ ਗੁਰਿਆਈ ਗੱਦੀ ਅੱਗੇ ਚੱਲਦੀ ਨਹੀਂ। ਤੇ ਜੇ ਅਸੀਂ ਇਸ ਚੀਜ਼ ਨੂੰ ਮੰਨ ਲਈਏ ਕਿ ਗੁਰੂ ਗੋਬਿੰਦ ਸਿੰਘ ਜੀ ਘੋੜੇ ਤੇ ਸਵਾਰ ਹੋ ਕੇ ਚੱਲੇ ਗਏ, ਤਾਂ ਫਿਰ ਸਾਨੂੰ ਨਾਮਧਾਰੀਆਂ ਵਾਲੀ ਅਗਲੀ ਗੱਲ ਵੀ ਠੀਕ ਮੰਨਣੀ ਪਵੇਗੀ, ਕਿਉਂਕਿ ਉਹ ਠੀਕ ਨੇ, ਤੇ ਫਿਰ ਸਾਨੂੰ 12-14 ਗੁਰੂ ਵੀ ਮੰਨਣੇ ਪੈਣੇ। ਇਸ ਲਈ ਸਾਨੂੰ ਇਹ ਵੇਖਣਾ ਪਵੇਗਾ ਵੀ ਸੋਰਸ ਆਫ ਇਨਫੋਰਮੇਸ਼ਨ ਕੀ ਹੈ, ਉਹ ਇਨਫੋਰਮੇਸ਼ਨ ਕਿੱਥੋਂ ਆ ਰਹੀ ਹੈ। ਗੱਲ ਇਹ ਨਹੀਂ ਕਿ ਮੈਂ ਤੁਹਾਨੂੰ ਇਨਫੋਰਮੇਸ਼ਨ ਦੇ ਰਿਹਾ ਵਾਂ ਵੀ ਤੁਸੀਂ ਮੇਰੀ ਇਨਫੋਰਮੇਸ਼ਨ ਨੂੰ ਜੇ ਠੀਕ ਮੰਨ ਲਓਗੇ ਤੇ ਪ੍ਰੋਬਲਮ ਆਏਗਾ। ਮੇਰੀਆਂ ਇਹਨਾਂ ਗੱਲਾਂ ਨੂੰ ਬਿਲਕੁਲ ਸੱਚ ਨਾ ਮੰਨਿਓ ਜਿਹੜੀਆਂ ਮੈਂ ਕਹੀਆਂ ਨੇ। ਤੁਸੀਂ ਦੇਖੋ ਕਿ ਸੋਰਸ ਆਫ ਇਨਫੋਰਮੇਸ਼ਨ ਕੀ, ਇਨਫੋਰਮੇਸ਼ਨ ਆ ਕਿੱਥੋਂ ਰਹੀ ਹੈ, ਫਿਰ ਪਤਾ ਲੱਗੇਗਾ। ਇਤਿਹਾਸ ਜੀ
ਹਾਂਜੀ ਰਾਗੀ ਢਾਡੀ ਆ ਉਹ ਵੀ ਪ੍ਰਚਾਰ ਦੇ ਵਿੱਚ ਬਹੁਤ ਸਹੀ ਦਾ ਕਰਦੇ ਆ, ਕਹਿੰਦੇ ਆ। ਉਹਦੇ ਨਾਲ ਵੀਰ ਜੀ ਕੋਈ ਫਰਕ ਨਹੀਂ, ਪਰ ਉਹਨਾਂ ਤੋਂ ਪੁੱਛੋ ਕਿ ਸੋਰਸ ਆਫ ਇਨਫੋਰਮੇਸ਼ਨ ਕੀ ਹੈ। ਦੇਖੋ ਇਤਿਹਾਸ ਲਿਖਿਆ ਨਾ, 2-3 ਚੀਜ਼ਾਂ ਹੁੰਦੀਆਂ ਨੇ ਇਤਿਹਾਸ ਦੇ ਵਿੱਚੋਂ ਸੱਚਾਈ ਤੁਹਾਨੂੰ ਲੱਭਣੀ ਪਵੇਗੀ। ਮੈਂ ਨਿੱਕੀ 2 ਮਿੰਟ ਤੁਹਾਡੇ ਲਵਾਂਗਾ। ਮੈਂ ਨਾ ਜਾ ਰਿਹਾ ਸਾਂ ਸੜਕ ਤੇ ਮੇਰੇ ਕੋਲੋਂ ਇੱਕ ਕਾਰ ਵਾਲੇ ਨੇ ਬੜੀ ਤੇਜ਼ੀ ਦੇ ਨਾਲ ਨਾ ਆਊਟਸਾਈਡ ਚੋਂ ਕਾਰ ਕੱਢੀ ਤੇ ਮੈਂ ਕਿਹਾ ਵੀ ਇਹ ਬੰਦਾ ਆਪ ਵੀ ਮਰੇਗਾ ਤੇ ਦੂਜਿਆਂ ਨੂੰ ਮਰਵਾਏਗਾ, ਬੜੀ ਗਲਤ ਡਰਾਈਵ ਕਰ ਰਿਹਾ। ਤੁਸੀਂ ਦੂਜੇ ਪਾਸੋਂ ਕਿਤੋਂ ਆ ਰਹੇ ਸੀ ਤੇ ਤੁਹਾਡੇ ਕੋਲੋਂ ਇੱਕ ਬੰਦੇ ਨੇ ਟਰੱਕ ਕੱਢਿਆ ਤੇ ਉਹ ਕੱਢਿਆ ਦੂਜੇ ਪਾਸੋਂ, ਤੁਸੀਂ ਆਖਿਆ ਵੀ ਯਾਰ ਇਹ ਤੇ ਸ਼ਰਾਬੀ ਹੈਗਾ, ਮਰੇਗਾ ਕੰਜਰ ਦਾ, ਨਾਲੇ ਤੁਸੀਂ 2 ਗਾਲਾਂ ਕੱਢੀਆਂ। ਇਧਰੋਂ ਵੀਰ ਤਰਲੋਚਨ ਸਿੰਘ ਜੀ ਜਾ ਰਹੇ ਸੀ ਤੇ ਇਹਨਾਂ ਨੇ ਵੇਖਿਆ ਵੀ ਇੱਕ ਬੰਦਾ ਜਿਹੜਾ ਨਾ ਉਹ ਵਿਚਕਾਰ ਸੜਕ ਦੇ ਚਲਾਈ ਜਾ ਰਿਹਾ ਟਰੱਕ ਤੇ ਨਾਲ ਫੋਨ ਵੇਖੀ ਜਾ ਰਿਹਾ ਤੇ ਇਹਨਾਂ ਨੇ ਕਿਹਾ ਵੀ ਮਰੇਗਾ। ਇੱਕ ਬੰਦਾ ਨਾ ਗੁਰਮੁਖ ਸਿੰਘ ਵੀਰ ਜੀ ਖਲੋਤੇ ਸੀ ਉੱਥੇ ਚੌਕ ਤੇ ਚੌਕ ਤੇ ਜਾ ਕੇ ਇਹਨਾਂ ਦਾ ਹੋ ਗਿਆ ਐਕਸੀਡੈਂਟ। ਤੇ ਐਕਸੀਡੈਂਟ ਐਵੇਂ ਹੋ ਗਿਆ ਵੀ ਅਗਲੇ ਪਾਸੇ ਇੱਕ ਬੰਦਾ ਆ ਰਿਹਾ ਸੀ ਤੇ ਕੁੱਤੇ ਨੂੰ ਬਚਾਉਣ ਲੱਗਾ ਤੇ ਕੁੱਤੇ ਨੂੰ ਬਚਾਉਂਦੇ ਕਿੰਨੇ ਚਾਰੇ ਠੁੱਕ ਗਏ। ਹੁਣ ਕਿਹਦੀ ਗਲਤੀ ਕੱਢੋਗੇ, ਕੌਣ? ਮੈਂ ਤੇ ਕਾਰ ਵਾਲੇ ਦੀ ਗਲਤੀ ਕੱਢਾਂਗਾ ਕਿਉਂਕਿ ਮੈਂ ਵੇਖਿਆ। ਤਰਲੋਚਨ ਸਿੰਘ ਵੀਰ ਜੀ ਨੇ ਟਰੱਕ ਵਾਲੇ ਨੂੰ ਆਖਣਾ ਨਾ ਇਹ ਬੇਵਕੂਫ ਹੈਗਾ, ਇਸ ਸੜਕ ਦੇ ਵਿਚਕਾਰ ਚਲਾਉਂਦਾ, ਮੋਬਾਈਲ ਵਿੰਨਾ ਹੁੰਦਾ ਸੀ। ਤੇ ਤੁਸੀਂ ਕਹਿਣਾ ਇਹ ਟਰੱਕ ਨਾ ਇਹਦੀ ਗਲਤੀ ਹੈ ਭਾਈ ਸਾਹਿਬ ਜੀ, ਕਿਉਂਕਿ ਇਹ ਇਸ ਤਰ੍ਹਾਂ ਮੈਂ ਖੁਦ ਵੇਖਿਆ। ਹੁਣ ਜਿਹੜਾ ਮੌਕੇ ਦਾ ਗਵਾਹ ਹੈ ਨਾ, ਜਦੋਂ ਤੁਸੀਂ ਗੁਰਮੁਖ ਸਿੰਘ ਵੀਰ ਜੀ ਨੂੰ ਪੁੱਛੋਗੇ ਤੇ ਇਹਨਾਂ ਨੇ ਕਹਿਣਾ ਯਾਰ ਐਵੇਂ ਨਹੀਂ, ਇਹ ਤੇ ਕੁੱਤੇ ਨੂੰ ਬਚਾਉਣ ਲੱਗਿਆ, ਐਕਸੀਡੈਂਟ ਹੋਇਆ ਸੀ। ਇਹਨਾਂ ਦੀ ਗੱਲ ਹੁਣ ਅਸੀਂ ਤਿੰਨਾਂ ਨੇ ਨਹੀਂ ਮੰਨਣੀ ਕਿਉਂਕਿ ਅਸੀਂ ਉਹਦਾ ਇੱਕ ਪੱਖ ਵੇਖ ਰਹੇ ਹਾਂ। ਇਤਿਹਾਸ ਵਿੱਚ ਵੀ ਕਈ ਵਾਰ ਐਸਾ ਹੁੰਦਾ ਹੈ। ਤਾਂ ਉਹ ਸੋਰਸ ਆਫ ਇਨਫੋਰਮੇਸ਼ਨ ਕੀ ਹੈ, ਕਿੱਥੋਂ ਆਈ ਉਹ? ਜਿਹੜੀਆਂ ਜੇਤੂ ਕੌਮਾਂ ਹੁੰਦੀਆਂ ਨੇ ਨਾ, ਜਿਹੜੀਆਂ ਜਿੱਤੀਆਂ ਹੁੰਦੀਆਂ ਨੇ, ਇਤਿਹਾਸ ਉਹ ਲਿਖਦੀਆਂ ਨੇ। ਤੇ ਜਿਹੜਾ ਜਿੱਤਿਆ ਹੋਇਆ ਬੰਦਾ ਹੈ ਨਾ, ਉਹ ਮਤਲਬ ਆਪਣਾ ਇਤਿਹਾਸ ਇਹ ਲਿਖੇਗਾ ਵੀ ਇਹ ਜਿਹੜੇ ਬੰਦਿਆਂ ਨੂੰ ਅਸੀਂ ਛਿੱਤਰ ਮਾਰੇ ਨੇ, ਛਿੱਤਰ ਦੇ ਲਾਇਕ ਦੇ ਸੀ ਤਾਂ ਇਹਨਾਂ ਨੂੰ ਛਿੱਤਰ ਮਾਰੇ ਸੀ, ਤਾਂ ਅਸੀਂ ਹਾਰਾਇਆ, ਤਾਂ ਇਹਨਾਂ ਨੂੰ ਗੁਲਾਮ ਬਣਾਇਆ। ਤੇ ਜਿਹੜੇ ਹਾਰੇ ਹੋਏ ਨੇ ਉਹ ਵਿਚਾਰੇ ਡਰੇ ਹੋਏ ਹੁੰਦੇ ਨੇ, ਉਹ ਇਤਿਹਾਸ ਦੇ ਵਿੱਚ ਉਹ ਸੱਚ ਬੋਲ ਨਹੀਂ ਪਾਉਂਦੇ ਕਿਉਂਕਿ ਉੱਤੇ ਉਹ ਹੁੰਦਾ। ਇਸ ਕਰਕੇ ਤੀਜਾ ਹੁੰਦਾ ਕੋਈ ਨਿਸ਼ਪਕਸ਼ ਬੰਦਾ, ਉਹ ਇਤਿਹਾਸ ਨੂੰ ਲਿਖਦਾ। ਇਸ ਕਰਕੇ ਸਾਨੂੰ ਇਤਿਹਾਸ ਨੂੰ ਸਮਝਣ ਵਾਸਤੇ ਇਹ ਵੇਖਣਾ ਪਵੇਗਾ ਕਿ ਉਦੋਂ ਮੌਕੇ ਦੇ ਉੱਤੇ ਬਾਦਸ਼ਾਹ ਕਿਹੜਾ ਸੀ, ਉਹਦੀ ਬਾਦਸ਼ਾਹੀ ਕਿਵੇਂ ਚੱਲ ਰਹੀ ਸੀ, ਜਿਹੜੇ ਹਾਰੇ ਹੋਏ ਲੋਕ ਨੇ ਉਹਨਾਂ ਦੀ ਕੰਡੀਸ਼ਨ ਕੀ ਸੀ, ਜਿਹੜੇ ਇਤਿਹਾਸ ਲਿਖਣ ਵਾਲੇ ਨੇ ਉਹ ਕੌਣ ਬੰਦੇ ਨੇ, ਹਾਰਿਆ ਹੋਇਆ ਬੰਦਾ ਹੈ ਜਾਂ ਕਿ ਉਹ ਉਹਨਾਂ ਦਾ ਬੰਦਾ ਹੈ ਜਾਂ ਨਿਸ਼ਪਕਸ਼, ਉਹਦੇ ਵਿੱਚੋਂ ਫਿਰ ਸੱਚਾਈ ਲੱਭਣੀ ਪਵੇਗੀ। ਇਸ ਲਈ ਜੇ ਅਸੀਂ ਗੁਰਬਾਣੀ ਜੋ ਗੁਰੂ ਸਾਹਿਬ ਨੇ ਆਪ ਲਿਖੀ ਹੈ ਆਪਣੇ ਹੱਥਾਂ ਦੇ ਨਾਲ, ਗੁਰਬਾਣੀ ਦੇ ਵਿੱਚ ਕੋਈ ਰਲਾ ਨਹੀਂ ਹੈ, ਗੁਰਬਾਣੀ ਵਿੱਚ ਕੋਈ ਭੁੱਲਣਾ ਨਹੀਂ ਹੈ, ਤਾਂ ਜੇ ਅਸੀਂ ਲਿਖੇ ਹੋਏ ਇਤਿਹਾਸ ਨੂੰ ਗੁਰਬਾਣੀ ਦੇ ਚਾਨਣੇ ਵਿੱਚ ਪਰਖ ਲਈਏ ਕਿ ਗੁਰੂ ਜੀ ਕੀ ਕਹਿ ਰਹੇ ਨੇ, ਤਾਂ ਉਹਦੇ ਵਿੱਚ ਸਾਨੂੰ ਬਹੁਤ ਕੁਝ ਸੱਚਾਈਆਂ ਲੱਭ ਸਕਦੀਆਂ ਨੇ ਔਰ ਅਸੀਂ ਗਲਤ ਔਰ ਠੀਕ ਦਾ ਨਿਰਣਾ ਕਰ ਸਕਦੇ। ਬਿਲਕੁਲ ਸਹੀ ਹੈ ਜੀ, ਥੈਂਕ ਯੂ ਜੀ। ਗੁਰਬਾਣੀ ਦੇ ਵਿੱਚ ਤੁਹਾਨੂੰ ਸਭ ਕੁਝ ਲੱਭ ਸਕਦਾ ਹੈ ਜੀ, ਕਿਉਂਕਿ ਗੁਰਬਾਣੀ, ਜੇ ਤੁਸੀਂ ਇਹ ਦੇਖੋ ਕਿ ਗੁਰੂ ਗੋਬਿੰਦ ਸਿੰਘ ਜੀ ਘੋੜੇ ਸਣੇ ਹੀ ਚਲ ਗਏ ਜਾਂ ਗੁਰੂ ਨਾਨਕ ਦੇਵ ਜੀ ਦੇ ਫੁੱਲ ਹੀ ਨਿਕਲੇ, ਉੱਥੋਂ ਕੋਈ ਲਾਸ਼ ਨਹੀਂ ਨਿਕਲੀ ਜਾਂ ਉਹਨਾਂ ਦੀ ਬੋਡੀ ਨਹੀਂ ਨਿਕਲੀ ਹੈ ਜੀ, ਤੇ ਉਹ ਇੱਕ ਕਰਾਮਾਤ ਦੇ ਨਾਲ ਜੁੜ ਜਾਂਦੀ ਹੈ। ਵੀ ਜਦੋਂ ਤੁਸੀਂ ਗੁਰਬਾਣੀ ਪੜ੍ਹਦੇ ਆ ਤਾਂ ਉਹਦੇ ਵਿੱਚ ਕੋਈ ਕਰਾਮਾਤ ਦਾ ਜ਼ਿਕਰ ਨਹੀਂ ਆਉਂਦਾ, ਤੇ ਇਸ ਕਰਕੇ ਸਾਨੂੰ ਉਹਦੇ ਵਿੱਚੋਂ ਲੱਭ ਲੈਣੀ ਚਾਹੀਦੀ ਆ, ਤਾਂ ਸਾਨੂੰ ਪੂਰਾ ਯਕੀਨ ਹੋ ਸਕਦਾ। ਸਾਨੂੰ ਲੌਜਿਕ ਤੇ ਲਾ ਕੇ ਦੇਖ ਲੈਣੀ ਚਾਹੀਦੀ ਹੈ ਗੱਲ। ਜੇ ਉਦੋਂ ਹੋ ਚੁੱਕੀ ਤਾਂ ਹੁਣ ਅੱਜ ਤਾਈਂ ਤਾਂ ਕੋਈ ਡਿਸਪੀਅਰ ਨਹੀਂ ਹੋਇਆ, ਘੋੜੇ ਸਣੇ ਜਾਂ ਅਦਰਵਾਈਜ਼। ਸੋ ਚਲੋ ਠੀਕ ਹੈ ਜੀ। ਜਸਲ ਸਾਹਿਬ ਤੁਸੀਂ। ਹਾਂਜੀ, ਵੈਰੀ ਗੁੱਡ ਕੁਐਸਚਨ ਜੀ। ਜਦੋਂ ਆਹ ਮ੍ਰਿਤਕ ਬਰੋੜੀ ਸਰੀਰ ਨੂੰ ਨਹਾਉਣ ਦੀ ਕੀ ਗੁਰਮਰਿਆਦਾ ਦੇ ਵਿੱਚ ਜਿਹੜੀ ਮਹੱਤਤਾ ਹੈ ਲਿਖੀ ਹੋਈ ਹੈ, ਇਹ ਕਿਉਂ ਹੈਗੀ ਹੈ ਜੀ? ਇਹ ਵੀ ਸਿਰਫ ਨਾ ਇਸ ਕਰਕੇ ਵੀ ਉਹ ਜਿਹੜਾ ਪ੍ਰਾਣੀ ਹੈਗਾ ਉਹਦੀ ਸਾਂਭ ਸੰਭਾਲ ਠੀਕ ਢੰਗ ਦੇ ਨਾਲ ਹੋ ਜਾਏ, ਹੋਰ ਕੋਈ ਨਹੀਂ, ਸਤਿਕਾਰ ਵਜੋਂ ਨਹੀਂ। ਵੈਸੇ ਗੁਰਬਾਣੀ ਵਿੱਚ ਆਉਂਦਾ ਵੀ ਜੇ ਮ੍ਰਿਤਕ ਕੋ ਚੰਦਨ ਚੜਾਵੇ ਉਸ ਤੇ ਕੋ ਕੌਣੇ ਫੁੱਲ ਪਾਵੇ, ਜੇ ਮ੍ਰਿਤਕ ਕੋ ਵਿਸ਼ਟਾ ਮਾਹੇ ਰੁਲਾਈ ਤਾਂ ਮ੍ਰਿਤਕ ਕਾ ਕਿਆ ਕਰਦੇ। ਜੇ ਉਹਨੂੰ ਲੱਤਾਂ ਤੋਂ ਰੱਸੇ ਬੰਨ ਕੇ ਖਿੱਚ ਕੇ ਲੈ ਜਾਓਗੇ ਉਹਨੂੰ ਤਾਂ ਫਰਕ ਨਹੀਂ ਪੈਣਾ, ਉਹਨੂੰ ਨਵਾ ਕੇ ਲੈ ਜਾਓਗੇ ਤਾਂ ਫਰਕ ਨਹੀਂ ਪੈਣਾ। ਤੇ ਆਪਣੇ ਹੈਗਾ ਤੁਹਾਡੇ ਸਤਿਕਾਰ ਵਾਸਤੇ, ਸਾਡਾ ਪਿਆਰ ਅਸੀਂ ਤੁਹਾਨੂੰ ਆ। ਯਾਨੀ ਉਹਦੇ ਵਿੱਚ ਇਹ ਵੀ ਇਕਸੁਰਤਾ ਵਾਸਤੇ ਵੀ ਸਾਰੇ ਐਵੇਂ ਕਰ ਲਓ, ਕੋਈ ਕਿਵੇਂ ਕਰੇਗਾ ਕੋਈ ਕਿਵੇਂ ਕਰੇਗਾ, ਇਸ ਲਈ ਸਾਰੇ ਐਵੇਂ ਕਰ ਲਓ, ਇਕਸੁਰਤਾ ਬਣ ਜਾਓ ਉਹਦੇ ਵਾਸਤੇ, ਹੋਰ ਉਹਦਾ ਕੋਈ ਮੁਕਤੀ ਦੇ ਨਾਲ ਕੋਈ ਸੰਬੰਧ ਨਹੀਂ ਹੈ। ਕਿਉਂਕਿ ਕਈ ਵਾਰੀ ਬੋਡੀ ਡੀਕੰਪੋਜ਼ ਹੋਣ ਲੱਗ ਜਾਂਦੀ ਹੈ ਕਈ ਹਫ਼ਤਿਆਂ ਤੋਂ ਬਾਅਦ, ਤੇ ਹੁਣ ਜਿਵੇਂ ਕਰੋਨਾ ਵਾਇਰਸ ਦੇ ਵਿੱਚ ਯੂ ਕਾਂਟ ਇਵਨ ਓਪਨ ਦ ਬੈਗ,
ਨਾ ਨਵਾਓ। ਹੁਣ ਕਰੋਨਾ ਵਾਇਰਸ ਹੈਗਾ ਕਿ ਨਹੀਂ ਤਾਂ ਨਾ ਉਹਦੇ ਨਾਲ ਮ੍ਰਿਤਕ ਦਾ ਕੋਈ ਸੰਬੰਧ ਨਹੀਂ ਹੈ ਵੀ ਉਹ ਜਿਹੜਾ ਹੈ ਉਹਨੂੰ ਮੁਕਤੀ ਹੋਏਗੀ ਜਾਂ ਧਰਮ ਦੇ ਨਾਲ ਇਹਦਾ ਕੋਈ ਸੰਬੰਧ ਨਹੀਂ। ਇਹ ਤਾਂ ਸਿਰਫ ਉਸ ਲਾਸ਼ ਨੂੰ ਸੰਭਾਲਣਾ ਹੁੰਦਾ ਹੈ ਵੀ ਉਹ ਚੰਗੀ ਤਰ੍ਹਾਂ ਸੰਭਾਲ ਉਹਦਾ ਹੋ ਜਾਏ, ਇੰਨਾ ਕਿ ਹੋਰ ਕੁਛ ਨਹੀਂ। ਇੱਕ ਸੁਰਤਾ ਹੈਗਾ। ਹੁਣ ਕਰੋਨਾ ਵਿੱਚ ਜੇ ਕਹਿ ਰਹੇ ਨੇ ਵੀ ਤੁਸੀਂ ਵੀ ਨਾ ਟੱਚ ਕਰੋ ਤਾਂ ਫਿਰ ਨਾ ਟੱਚ ਕਰੋ, ਕੋਈ ਗੱਲ ਨਹੀਂ। ਉਹ ਵੀ ਜਾਂ ਹੋਰ ਇਸ ਕਰੋਨਾ ਤੋਂ ਬਾਅਦ ਵੀ ਕੋਈ ਕੰਟੇਜੀਅਸ ਡਿਜ਼ੀਜ਼ ਹੋ ਸਕਦੀ ਹੈ ਕਿਸੇ ਮ੍ਰਿਤਕ ਬੰਦੇ ਨੂੰ, ਤਾਂ ਆਈ ਥਿੰਕ ਇਹ ਸਿਰਫ ਮਨ ਨੂੰ ਸਮਝਾਉਣ ਵਾਲੀ ਗੱਲ ਹੀ ਹੈਗੀ। ਮਿੱਟੀ ਨੂੰ ਮਿੱਟੀ ਦੇ ਬਾਅਦ ਦੇ ਵਿੱਚ ਜਲਾਉਣਾ ਹੀ ਹੈ। ਤੁਸੀਂ ਉਸ ਮ੍ਰਿਤਕ ਦੇਹ ਨੂੰ ਸੰਭਾਲਣਾ ਹੈ। ਹਾਂਜੀ, ਉਹ ਤੁਸੀਂ ਕਿਵੇਂ ਸੰਭਾਲਣਾ ਹੈ ਤੁਹਾਡੀ ਹੋਵੇ, ਪਰ ਉਹ ਜਿਹੜਾ ਰਹਿਤ ਮਰਿਆਦਾ ਵਿੱਚ ਲਿਖਿਆ ਉਹ ਇਸ ਕਰਕੇ ਲਿਖਿਆ ਵੀ ਕਿਉਂਕਿ ਕੋਈ ਕਿਸੇ ਢੰਗ ਨਾਲ ਕਰੇਗਾ, ਕਿਉਂਕਿ ਅਲੱਗ-ਅਲੱਗ ਤਰੀਕੇ ਸਨ ਨਾ, ਇਸ ਲਈ ਸਾਡੇ ਸਾਰਿਆਂ ਵਿੱਚ ਇੱਕ ਸੁਰਤ ਆ ਜਾਏ ਵੀ ਐਵੇਂ ਕਰ ਲਓ। ਤੇ ਜੇ ਐਵੇਂ ਮੌਕਾ ਨਹੀਂ ਤਾਂ ਨਾ ਸੀ, ਨੋ ਪ੍ਰੋਬਲਮ। ਉਹ ਥੱਲੇ ਲਿਖਦੇ ਨਾ ਵੀ ਕੋਈ ਵਹਿਮ ਕਰਨ ਦੀ ਲੋੜ ਨਹੀਂ ਹੈ। ਠੀਕ ਹੈ ਜੀ ਨਰਿੰਦਰ ਸਿੰਘ ਜੀ, ਤੁਹਾਡਾ ਧੰਨਵਾਦ। ਤੇ ਹੋਰ ਤਾਂ ਹੁਣ ਕੋਈ ਅਨਮਿਊਟ ਨਹੀਂ ਜੀ। ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਵੀ ਅੱਜ ਦੀ ਗੁਰਬਾਣੀ ਦੇ ਵਿੱਚੋਂ ਜਾਂ ਹੋਰ ਆਪਣੇ ਵਿਚਾਰ ਦਿੱਤੇ ਆ ਜੀ। ਸਭ ਦਾ ਬਹੁਤ ਅਲਾਣੀਆਂ ਦੀ ਵਿਚਾਰ ਕਰਾਂਗੇ। ਠੀਕ ਹੈ ਜੀ, ਕੱਲ ਨੂੰ ਅਲਾਣੀਆਂ ਦਾ ਪਾਠ ਹੋਵੇਗਾ ਜੀ, ਉਹਦੀ ਵਿਚਾਰ ਹੋਵੇਗੀ। ਤੇ ਅੱਜ ਇੱਥੇ ਸਮਾਪਤੀ ਕਰ ਦਿੰਦੇ ਜੀ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਗਿਆਨੀ ਜੀ ਦਾ ਵੀ ਬਹੁਤ ਧੰਨਵਾਦ। ਤੇ ਕੱਲ ਨੂੰ 2 ਵਜੇ ਮੁੜ ਕੇ ਫੇਰ ਆਵਾਂਗੇ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।